किताब विपरण की रीत तो सच दा मार्ग भाग तीजा। लेखक सरदार गुरबख्श सिंह काला अफगाना। पंजवें कांड का 13वां ਅਤੇ ਅਖੀਰਲਾ ਭਾਗ। सतगुरु बिना होर कच्ची है बाणी। वाहिगुरु जी का खालसा वाहिगुरु जी की फतेह। चढ़दी कला अखबार वैनकूवर वाले जद इस लेख ਨੂੰ ਛਾਪਣ ਦਾ ਬਚਨ ਕਰਕੇ ਮੁੱਕਰ ਗਏ ਅਤੇ ਵਾਪਸ ਮੋੜਨ ਤੋਂ ਵੀ ਇਨਕਾਰੀ ਹੋ ਗਏ ਸਨ ਤਾਂ ਇਸ ਦਾ ਉਤਾਰਾ ਜਥੇਦਾਰ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਦੀ ਸੇਵਾ ਵਿੱਚ ਲਿਖੀ ਚਿੱਠੀ ਦੇ ਪੈਰਾ ਨੰਬਰ 7 ਦੇ ਹਵਾਲੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਭੇਜਿਆ ਗਿਆ ਸੀ। ਉਪਰੰਤ ਇਹ ਲੇਖ ਵੈਨਕੂਵਰ ਤੋਂ ਛਪਦੀ ਅਖਬਾਰ ਇੰਡੋ ਕੈਨੇਡੀਅਨ ਟਾਈਮਜ਼ ਵਿੱਚ ਛਾਪਿਆ ਸੀ। ਪਾਠਕਾਂ ਦੀ ਜਾਣਕਾਰੀ ਲਈ ਲੇਖ ਦਾ ਉਤਾਰਾ ਹਾਜ਼ਰ ਹੈ। ਸੰਤ ਜਰਨੈਲ ਸਿੰਘ ਜੀ ਦੀਆਂ ਹੋਰ ਸਿਫਤਾਂ ਦੇ ਨਾਲ ਇਹ ਵੀ ਸੁਣਿਆ ਹੋਇਆ ਸੀ ਕਿ ਆਪ ਜੀ ਟਕਸਾਲੀ ਸੰਸਥਾ ਦੇ ਮੁੱਖ ਸੰਚਾਲਕ ਸਨ ਅਤੇ ਗੁਰਸਿੱਖ ਬੱਚਿਆਂ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਸਿਖਾਉਣ ਦੇ ਨਾਲ ਅਰਥ ਪੜ੍ਹਾਉਣ ਦੀ ਬਹੁਮੁੱਲੀ ਸੇਵਾ ਵੀ ਕਰਿਆ ਕਰਦੇ ਸਨ। ਉਹਨਾਂ ਦੇ ਸ਼ਰਧਾਲੂਆਂ ਦਾ ਕਥਨ ਹੈ ਕਿ ਸੰਤ ਜੀ ਗੁਰਮਤਿ ਸਿਧਾਂਤ ਦੇ ਉੱਚ ਕੋਟੀ ਦੇ ਗਿਆਤਾ ਸਨ। ਸਿੱਖ ਅਖਬਾਰ ਚੜ੍ਹਦੀ ਕਲਾ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਅਨਮੋਲ ਬਚਨ ਸਰਲੇਖ ਹੇਠ ਸੰਤਾਂ ਦੀ ਤਸਵੀਰ ਹੇਠਾਂ 11 ਬਚਨ ਲਿਖੇ ਪੜ੍ਹ ਕੇ ਹੈਰਾਨੀ ਹੋਈ ਕਿ ਗੁਰਬਾਣੀ ਸਿਧਾਂਤ ਦੇ ਏਡੇ ਗਿਆਤਾ ਸੰਤ ਜੀ ਗੁਰਬਾਣੀ ਬਚਨਾਂ ਦੀ ਥਾਂ ਆਪਣੇ ਬਚਨਾਂ ਨੂੰ ਅਨਮੋਲ ਬਚਨ ਲਿਖਣੇ ਕਿਵੇਂ ਝੱਲ ਗਏ ਹੋਣਗੇ। ਇਸ ਉਤਸੁਕਤਾ ਨੂੰ ਮਿਟਾਉਣ ਲਈ ਸੰਤ ਦੇ ਜਾਣੂ ਇੱਕ ਸਿੰਘ ਕੋਲ ਸ਼ੰਕਾ ਪ੍ਰਗਟ ਕੀਤਾ ਤਾਂ ਉਸ ਨੇ ਸੰਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਬਾ ਜੀ ਬੜੀ ਤੀਖਣ ਬੁੱਧੀ ਵਾਲੇ, ਇਮਾਨਦਾਰ ਅਤੇ ਗੁਰਸਿੱਖੀ ਨਾਲ ਅਥਾਹ ਪਿਆਰ ਕਰਨ ਵਾਲੇ ਧਾਰਮਿਕ ਵਿਅਕਤੀ ਦੇ ਰੂਪ ਵਿੱਚ ਲੋਕਾਂ ਸਾਹਮਣੇ ਆਏ ਸਨ। ਸਿੱਖ ਪੰਥ ਨੂੰ ਸਿਆਸੀ ਔਕੜ ਵਿੱਚ ਫਸਿਆ ਜਾਣ ਕੇ ਬਾਬਾ ਜੀ ਸਿਆਸੀ ਮੈਦਾਨ ਵਿੱਚ ਕੁੱਦ ਪਏ ਅਤੇ ਆਪਣੇ ਸਾਥੀਆਂ ਸਮੇਤ 1982 ਦੇ ਅੰਤਮ ਦਿਨਾਂ ਵਿੱਚ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਆ ਗਏ। ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਪੁੱਜ ਕੇ ਸੱਚੇ ਹਿਰਦੇ ਨਾਲ ਅਰਦਾਸ ਕਰਕੇ ਇੰਦਰਾ ਸਰਕਾਰ ਦੇ ਵਿਰੁੱਧ ਮੋਰਚਾ ਲਾ ਕੇ ਸਿਰ ਧੜ ਦੀ ਬਾਜੀ ਲਾ ਬੈਠੇ ਸਨ। ਕੌਮ ਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਬਾਬਾ ਜਰਨੈਲ ਸਿੰਘ ਜੀ ਦੀ ਅਗਵਾਈ ਵਿੱਚ ਲੱਗਾ ਮੋਰਚਾ ਪਹਿਲੇ ਮੋਰਚਿਆਂ ਵਾਂਗ ਕੁਰਸੀ ਯੁੱਧ ਹੋ ਕੇ ਨਹੀਂ ਨਿਬੜਨ ਲੱਗਾ। ਬਾਬਾ ਜੀ ਦਾ ਆਪਣਾ ਬਿਆਨ ਵੀ ਇਹੀ ਹੁੰਦਾ ਸੀ ਕਿ ਉਹਨਾਂ ਦਾ ਸੀਸ ਕੌਮ ਤੋਂ ਕੁਰਬਾਨ ਹੋ ਜਾਵੇਗਾ ਜਾਂ ਸਿੱਖ ਨੂੰ ਵੱਖਰੀ ਕੌਮ ਦੇ ਰੂਪ ਵਿੱਚ ਉਚੇਚੇ ਅਧਿਕਾਰਾਂ ਦਾ ਮਾਲਕ ਬਣਿਆ ਹੋਇਆ ਵੇਖਾਂਗਾ। ਮੰਜੀ ਸਾਹਿਬ ਦੀ ਸਟੇਜ ਤੋਂ ਉਹਨਾਂ ਦੇ ਲਗਭਗ ਸਾਰੇ ਦੇ ਸਾਰੇ ਭਾਸ਼ਣ ਸਿਆਸੀ ਹੋਇਆ ਕਰਦੇ ਸਨ। ਧਾਰਮਿਕ ਵਿਚਾਰਾਂ ਦਾ ਮੁੱਖ ਥਾਂ ਗੁਰੂ ਨਾਨਕ ਨਿਵਾਸ ਸਰਾਂ ਦੀ ਛੱਤ ਸੀ ਅਤੇ 15 ਦਸੰਬਰ 1983 ਤੋਂ ਲੰਗਰ ਦੀ ਛੱਤ 'ਤੇ ਦਸਮ ਗ੍ਰੰਥ ਦੀ ਕਥਾ ਕਰਿਆ ਕਰਦੇ ਸਨ। ਮੰਜੀ ਸਾਹਿਬ ਦੀ ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਬਾਬਾ ਜੀ ਦਾ ਸਿੱਖ ਪੰਥ ਪ੍ਰਤੀ ਅਥਾਹ ਪਿਆਰ ਅਤੇ ਇੰਦਰਾ ਸਰਕਾਰ ਦੀਆਂ ਸਿੱਖਾਂ ਵਿਰੁੱਧ ਧੱਕੇਸ਼ਾਹੀ ਵਾਲੀਆਂ ਵਧੀਕੀਆਂ ਦੇ ਵਿਰੁੱਧ ਘਿਰਣਾ ਭਰਿਆ ਜੋਸ਼ ਹਰ ਸ਼ਬਦ ਵਿੱਚੋਂ ਠਾਠਾਂ ਮਾਰ ਰਿਹਾ ਹੁੰਦਾ ਸੀ। ਲੋਕਾਂ ਨੂੰ ਸਰਕਾਰ ਵਿਰੁੱਧ ਕੁਰਬਾਨੀਆਂ ਦੇਣ ਲਈ ਤਿਆਰ ਕਰਨ ਵਿੱਚ ਜਿੰਨਾ ਅਸਰਦਾਰ ਅਤੇ ਸਫਲ ਭਾਸ਼ਣ ਬਾਬਾ ਜੀ ਦਾ ਹੁੰਦਾ ਸੀ ਉਹਨਾਂ ਕਿਸੇ ਹੋਰ ਸਿਆਸੀ ਲੀਡਰ ਦਾ ਨਹੀਂ ਸੀ ਹੁੰਦਾ। ਸਰਕਾਰ ਦੇ ਜ਼ੁਲਮਾਂ ਵਿਰੁੱਧ ਅਰੰਜ ਅਤੇ ਸਿੱਖੀ ਨਾਲ ਪਿਆਰ ਦੇ ਅਸਰ ਕਾਰਨ ਜਵਾਨ ਉਮਰ ਬਾਬਾ ਜੀ ਦੀ ਤਕਰੀਰ ਸਮੇਂ ਨਿਕਲੇ ਹੋਏ ਕੌੜੇ ਅਤੇ ਅਢੁਕਵੇਂ ਬਚਨ ਵੀ ਓਪਰੇ ਨਹੀਂ ਸੀ ਲੱਗਿਆ ਕਰਦੇ। ਸਿੰਘ ਜੀ ਨੇ ਇਹ ਵੀ ਦੱਸਿਆ ਕਿ ਟੇਪ ਹੋਈਆਂ ਤਕਰੀਰਾਂ ਵਿੱਚੋਂ ਅੱਜ ਵੀ ਬਾਬਾ ਜੀ ਨੂੰ ਇਹ ਕਹਿੰਦਿਆਂ ਸੁਣ ਸਕੀਦਾ ਹੈ ਕਿ ਮੇਰੇ ਸੱਜਣ ਮੈਨੂੰ ਰੋਕਦੇ ਵੀ ਆ ਕਿ ਮੈਂ ਖਰਵੇ ਸ਼ਬਦ ਨਾ ਬੋਲਿਆ ਕਰਾਂ, ਪਰ ਜੋਸ਼ ਵਿੱਚ ਆਏ ਮੇਰੇ ਕੋਲੋਂ ਰਹਿ ਨਹੀਂ ਹੁੰਦਾ। ਉਸ ਭਲੇ ਪੁਰਸ਼ ਨੇ ਸਮਝਾਇਆ ਕਿ ਬਾਬਾ ਜੀ ਦੀਆਂ ਉਹਨਾਂ ਸਿਆਸੀ ਤਕਰੀਰਾਂ ਵਿੱਚੋਂ ਕੋਈ ਸ਼ਬਦ ਲੈ ਕੇ ਉਹਨਾਂ ਨੂੰ ਅਨਮੋਲ ਬਚਨਾਂ ਦੇ ਸਰਲੇਖ ਹੇਠ ਲਿਖ ਕੇ ਅਖਬਾਰ ਵਾਲੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ। ਇਹ ਨਹੀਂ ਮੰਨਿਆ ਜਾ ਸਕਦਾ ਕਿ ਸੰਤ ਜੀ ਆਪਣੇ ਬਚਨਾਂ ਨੂੰ ਅਨਮੋਲ ਬਚਨ ਕਹਿ ਸਕਦੇ ਹੋਣਗੇ।
ਇਹਨਾਂ ਬਚਨਾਂ ਨੂੰ ਜਿਸ ਰੂਪ ਵਿੱਚ ਛਾਪਿਆ ਜਾ ਰਿਹਾ ਹੈ ਉਸ ਤੋਂ ਗੁਰਮਤਿ ਸਿਧਾਂਤ ਬਾਰੇ ਬੜੇ ਕੋਝੇ ਭੁਲੇਖੇ ਪੈ ਰਹੇ ਹਨ। ਇਸ ਲਈ ਇਹਨਾਂ ਪ੍ਰਤੀ ਗੁਰਮਤਿ ਵਿਚਾਰ ਕਰਨੀ ਜ਼ਰੂਰੀ ਸਮਝ ਕੇ ਇਹ ਲੇਖ ਲਿਖਣ ਦੀ ਦਲੇਰੀ ਕੀਤੀ ਹੈ। ਆਸ ਹੈ ਕਿ ਚੜ੍ਹਦੀ ਕਲਾ ਦੇ ਸੰਚਾਲਕ ਇਸ ਨੂੰ ਸੁਹਿਰਦਤਾ ਨਾਲ ਲਿਖਿਆ ਸਮਝਦੇ ਹੋਏ ਆਪਣੀ ਅਖਬਾਰ ਵਿੱਚ ਛਾਪ ਕੇ ਪਾਠਕਾਂ ਦੀ ਵਿਚਾਰ ਗੋਚਰਾ ਬਣਾ ਦੇਣ ਵਿੱਚ ਕੋਈ ਹਰਜ ਨਹੀਂ ਸਮਝਣਗੇ। ਕਿਸੇ ਉੱਚੀ ਸੋਚਣੀ ਵਾਲੇ ਮਨੁੱਖ ਦੇ ਕਹੇ ਹੋਏ ਖਾਸ ਸ਼ਬਦਾਂ ਦੇ ਜੋੜ ਤੋਂ ਬਣੇ ਬਚਨ, ਜਿਸ ਤੋਂ ਮਨੁੱਖ ਮਾਤਰ ਨੂੰ ਬੜੀ ਅਨਮੋਲ ਅਤੇ ਸਦੀਵੀ ਸੱਚ ਵਾਲੀ ਸੇਧ ਮਿਲਦੀ ਹੋਵੇ, ਉਸ ਨੂੰ ਅਨਮੋਲ ਬਚਨ ਕਿਹਾ ਜਾਣਾ ਫੱਬਦਾ ਹੈ। ਪਰ ਗੁਰਸਿੱਖ ਵਾਸਤੇ ਸਿਵਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਹੋਰ ਬਾਣੀ ਕੱਚੀ ਹੈ, ਭਾਵ ਸਦੀਵੀ ਸੱਚ ਵਾਲੀ ਨਹੀਂ ਹੈ। ਸਿੱਖ ਲਈ ਕੇਵਲ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹਰ ਤੁਕ ਹੀ ਅਨਮੋਲ ਬਚਨ ਮੰਨੀ ਜਾਣੀ ਲੋੜੀਏ। ਆਤਮਿਕ ਆਨੰਦ ਦੀ ਅਵਸਥਾ 'ਤੇ ਪਹੁੰਚਾਉਣ ਵਾਲੀ ਧੁਰ ਕੀ ਬਾਣੀ ਸ੍ਰੀ ਆਨੰਦ ਸਾਹਿਬ ਦੀ 4ਵੀਂ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਤੀਸਰਾ ਸਰੂਪ ਦਾ ਫਰਮਾਨ ਹੈ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਪੰਨਾ 920। ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਵੀ ਹੈ ਕਿ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਸਨ। ਉਹਨਾਂ ਦੀ ਅਥਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹਰ ਤੁਕ ਦਾ ਉਪਦੇਸ਼ ਸਰਬ ਸਾਂਝਾ ਅਤੇ ਸਾਰੀ ਮਨੁੱਖਤਾ ਵਾਸਤੇ ਹੈ। ਅਜਿਹੇ ਉੱਚੇ ਸਿਧਾਂਤ ਵਾਲੇ ਨਿਆਰੀ ਗੁਰੂ ਦਾ ਸਿੱਖ ਕਿਸੇ ਐਸੇ ਬਚਨ ਜਿਸ ਤੋਂ ਸਾਰੀ ਮਨੁੱਖਤਾ ਵਾਸਤੇ ਸਦੀਵੀ ਸੱਚ ਵਾਲਾ ਉਪਦੇਸ਼ ਨਾ ਮਿਲਦਾ ਹੋਵੇ ਨੂੰ ਅਨਮੋਲ ਬਚਨ ਕਿਉਂ ਮੰਨੇ। ਬਹੁਮੁੱਲੀ ਸਿੱਖਿਆ ਦੇਣ ਵਾਲੇ ਅਜਿਹੇ ਅਨਮੋਲ ਬਚਨ ਉਦਾਹਰਨ ਵਜੋਂ ਲਿਖਦੇ ਹਾਂ, ਕਿਉਂਕਿ ਅਖਬਾਰੀ ਕਥਿਤ ਅਨਮੋਲ ਬਚਨਾਂ ਦੀ ਗਿਣਤੀ 11 ਹੈ, ਸੋ ਇਹਨਾਂ ਮਹਾਂਵਾਕਾਂ ਦੀ ਗਿਣਤੀ ਵੀ 11 ਹੀ ਕੀਤੀ ਹੈ ਤਾਂ ਜੋ ਅਖਬਾਰ ਦਾ ਇਹ ਨੇਮ ਬਚਿਆ ਰਹੇ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਪੰਨਾ 386। ਅਰਥ, ਹੇ ਵੀਰ, ਹੇ ਮਿੱਤਰ, ਕਦੇ ਕਿਸੇ ਦਾ ਬੁਰਾ ਨਾ ਚਿਤਵਿਆ ਕਰੋ। ਕਦੇ ਮਨ ਵਿੱਚ ਇਹ ਇੱਛਾ ਪੈਦਾ ਨਾ ਹੋਣ ਦਿਓ ਕਿ ਕਿਸੇ ਦਾ ਨੁਕਸਾਨ ਹੋਵੇ। ਇਸ ਦਾ ਸਿੱਟਾ ਇਹ ਹੋਵੇਗਾ ਕਿ ਤੁਹਾਨੂੰ ਵੀ ਕੋਈ ਦੁੱਖ ਨਹੀਂ ਪਹੁੰਚ ਸਕੇਗਾ। ਉਹਨਾਂ ਪਾਸ ਦੁਵਾਸ ਨਾ ਪਿਟੀਐ, ਜਿਨ ਅੰਤਰ ਕ੍ਰੋਧ ਚੰਡਾਲ। ਪੰਨਾ 40। ਅਰਥ, ਹੇ ਭਾਈ, ਨਾਮ ਤੋਂ ਸਖਣੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਚੰਡਾਲ ਕ੍ਰੋਧ ਵੱਸਦਾ ਹੈ, ਉਹਨਾਂ ਦੇ ਨੇੜੇ ਨਹੀਂ ਢੁਕਣਾ ਚਾਹੀਦਾ। ਬਚਨ ਕਰੇ ਤੈ ਖਿਸਕ ਜਾਏ, ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੂੜਿਆਰ, ਕੂੜੀ ਸਭ ਖੱਚਾ। ਪੰਨਾ 1099। ਅਰਥ, ਮਾਇਆਧਾਰੀ ਅਥਵਾ ਮਾਇਆ ਵਿੱਚ ਮਸਤ ਮਨੁੱਖ ਜੇ ਕੋਈ ਬਚਨ ਕਰਦਾ ਹੈ ਤਾਂ ਉਸ ਤੋਂ ਫਿਰ ਜਾਂਦਾ ਹੈ, ਭਾਵ ਬਚਨ ਕਰਕੇ ਖਿਸਕ ਜਾਣ ਵਾਲਾ ਮਾਇਆ ਵਿਹੜਿਆ ਹੈ। ਉਹ ਝੂਠਾ ਆਪਣੇ ਮਨ ਵਿੱਚੋਂ ਖਾਲੀ ਹੁੰਦਾ ਹੈ, ਭਾਵ ਉਸ ਦੀ ਨੀਅਤ ਮਾੜੀ ਹੁੰਦੀ ਹੈ। ਇਸ ਵਾਸਤੇ ਉਸ ਦੀ ਹਰੇਕ ਗੱਲ ਝੂਠੀ ਹੁੰਦੀ ਹੈ। ਬਚਨ ਕਰਕੇ ਖਿਸਕ ਜਾਣ ਵਾਲੇ ਮਨੁੱਖ ਦੀ ਕਿਸੇ ਗੱਲ ਦਾ ਵੀ ਯਕੀਨ ਨਹੀਂ ਕਰਨਾ ਚਾਹੀਦਾ। ਮੰਦਾ ਕਿਸੇ ਨਾ ਆਖੀਐ, ਪੜ ਅੱਖਰ ਇਹੋ ਬੁੱਝੀਐ, ਮੂਰਖੇ ਨਾਲ ਨਾ ਲੁੱਝੀਐ। ਪੰਨਾ 473। ਸੁਣ ਮਨ ਅੰਧੇ ਕੁੱਤੇ ਕੁੜਿਆਰ, ਬਿਨ ਬੋਲੇ ਬੁੱਝੀਐ ਸਚਿਆਰ। ਰਹਾਉ। ਪੰਨਾ 662। ਅਰਥ, ਹੇ ਅੰਨੇ ਕੁੱਤੇ, ਲਾਲਚੀ ਤੇ ਝੂਠੇ ਮਨ, ਧਿਆਨ ਨਾਲ ਸੁਣ। ਸੱਚਾ ਮਨੁੱਖ ਬਿਨਾਂ ਬੋਲਿਆਂ ਹੀ ਪਛਾਣਿਆ ਜਾਂਦਾ ਹੈ। ਸੱਚੇ ਮਨੁੱਖ ਨੂੰ ਆਪਣਾ ਸੱਚ ਸਾਬਤ ਕਰਨ ਲਈ ਬਹੁਤਾ ਰੌਲਾ ਪਾਉਣ ਦੀ ਲੋੜ ਨਹੀਂ ਹੁੰਦੀ। ਕਬੀਰ ਸੂਖ ਨਾ ਇਹ ਜੁਗ, ਕਰੇ ਜੋ ਬਹੁਤੇ ਮੀਤ, ਜੋ ਚਿਤ ਰਾਖੈ ਏਕ ਸਿਉ, ਤੇ ਸੁਖ ਪਾਵੇਂ ਨੀਤ। ਪੰਨਾ 1365। ਖਟ ਸ਼ਾਸਤਰ ਮੂਰਖੇ ਸੁਨਾਇਆ, ਜੈਸੇ ਦਹ ਦਿਸ ਪਵਨ ਚੁਲਾਇਆ। ਪੰਨਾ 1136। ਅਰਥ, ਜੇ ਕਿਸੇ ਮੂਰਖ ਨੂੰ 6 ਸ਼ਾਸਤਰ ਸੁਣਾਏ ਜਾਣ, ਮੂਰਖ ਵਿਚਾਰਾ ਸ਼ਾਸਤਰਾਂ ਨੂੰ ਕੀ ਸਮਝੇ। ਉਸ ਦੇ ਭਾਣੇ ਤਾਂ ਇਉਂ ਹੈ ਜਿਵੇਂ ਉਸ ਦੇ ਦਸੀਂ ਪਾਸੀਂ ਹਰ ਪਾਸੇ ਹਵਾ ਹੀ ਚੱਲ ਰਹੀ ਹੈ, ਭਾਵ ਸਭ ਵਿਅਰਥ ਹੁੰਦਾ ਹੈ। ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸ਼ਟ ਕਰ ਰਹੀਐ। ਪੰਨਾ 870। ਅੰਧਾ ਆਗੂ ਜੇ ਥੀਐ, ਕਿਉ ਪਾਦਰ ਜਾਣੈ,
आप मुझसे मत होशिए क्यों राह पछाणे। पन्ना 767। रूपै कामै दोस्ती भूखै सादै गंढ, ਲੱਭੈ ਮਾਲੈ ਘੁਲ ਮਿਲ ਮਿਚਲ ਉਂਘੈ ਸੌੜ ਪਲੰਗ। ਭੌਂਕੇ ਕੋਪ ਖੁਆਰ ਹੋਏ ਫੱਕੜ ਪਿੱਟੇ ਅੰਧ, ਚੁੱਪੇ ਚੰਗਾ ਨਾਨਕਾ ਵਿਣ ਨਾਮੇ ਮੂੰਹ ਗੰਧ। ਪੰਨਾ 1288। ਅਰਥ ਰੂਪ ਦੀ ਕਾਮ ਵਾਸ਼ਨਾ ਨਾਲ ਮਿੱਤਰਤਾ ਹੈ, ਭੁੱਖ ਦਾ ਖਾਣ ਦੇ ਸਵਾਦ ਨਾਲ ਸੰਬੰਧ ਹੈ, ਲੱਭ ਦੀ ਧਨ ਨਾਲ ਚੰਗੀ ਤਰ੍ਹਾਂ ਮਿਲਵੀਂ ਇੱਕ ਮਿਕਤਾ ਹੈ, ਨੀਂਦਰ ਨਾਲ ਊਂਘ ਰਹੇ ਨੂੰ ਸੌੜੀ ਥਾਂ ਭਾਵ ਥੋੜ੍ਹੀ ਥਾਂ ਵੀ ਪਲੰਘ ਹੈ। ਕ੍ਰੋਧ ਬਹੁਤਾ ਬੋਲਦਾ ਹੈ, ਕ੍ਰੋਧ ਵਿੱਚ ਅੰਨਾ ਹੋਇਆ ਬੰਦਾ ਖੁਆਰ ਹੋ ਕੇ ਬਦ ਜ਼ੁਬਾਨੀ ਹੀ ਕਰਦਾ ਹੈ। ਇਹ ਨਾਨਕ ਪ੍ਰਭੂ ਦੇ ਨਾਮ ਤੋਂ ਬਿਨਾਂ ਮਨੁੱਖ ਦੇ ਮੂੰਹ ਵਿੱਚ ਮੰਦੇ ਬੋਲਾਂ ਦੀ ਬੋ ਹੀ ਹੁੰਦੀ ਹੈ। ਬੋਲਣ ਨਾਲੋਂ ਇਸ ਦਾ ਚੁੱਪ ਰਹਿਣਾ ਚੰਗਾ ਹੈ। ਮੂਰਖ ਹੋਏ ਨਾ ਆਖੀ ਸੂਝੈ, ਜਿਹਵਾ ਰਸ ਨਹੀਂ ਕਹਿਆ ਬੁਝੈ, ਬਿਖ ਕਾ ਮਾਤਾ ਜਗ ਸਿਉ ਲੂਝੈ। ਪੰਨਾ 414। ਅਖਬਾਰ ਵਿੱਚ ਸ਼ਬਦ ਏ ਕਥਿਤ ਅਨਮੋਲ ਬਚਨਾਂ ਦਾ ਅਜਿਹਾ ਸਰਬ ਸਾਂਝਾ ਅਤੇ ਸਦੀਵੀ ਸੱਚ ਵਾਲਾ ਕੋਈ ਅਰਥ ਨਹੀਂ ਬਣਦਾ। ਬਾਬਾ ਜੀ ਦੀ ਤਕਰੀਰ ਦੇ ਸਮੁੱਚੇ ਭਾਵ ਦਾ ਹਿੱਸਾ ਬਣ ਕੇ ਹੋ ਸਕਦਾ ਹੈ ਇਹ ਬਚਨ ਕੁਝ ਸਵਾਰਦੇ ਹੋਣ, ਪਰ ਜਿਸ ਰੂਪ ਵਿੱਚ ਇਹ ਛਾਪੇ ਜਾ ਰਹੇ ਹਨ ਇਹਨਾਂ ਤੋਂ ਸਰਬ ਸਾਂਝੀ ਅਥਵਾ ਮਨੁੱਖਤਾ ਨੂੰ ਲਾਹੇਵੰਦੀ ਸੇਧ ਜਰਾ ਵੀ ਨਹੀਂ ਮਿਲਦੀ। ਗੰਭੀਰ ਸ਼ੰਕਾ ਇਹ ਹੈ ਕਿ ਇਹ ਅਖਬਾਰੀ ਅਨਮੋਲ ਬਚਨ ਕਿਤੇ ਗੁਰਮਤ ਦੇ ਪ੍ਰਤੀਕੂਲ ਹੀ ਤਾਂ ਨਹੀਂ, ਅਰਥਾਤ ਗੁਰਬਾਣੀ ਸਿਧਾਂਤ ਦੀ ਖੰਡਨਾ ਹੀ ਤੇ ਨਹੀਂ ਕਰਦੇ, ਕਿਉਂਕਿ ਜੇ ਗੁਰਮਤ ਸਿਧਾਂਤ ਦੀ ਖੰਡਨਾ ਕਰਦੇ ਹੋਣ ਤਾਂ ਸਾਡੇ ਵਰਗਾ ਗੁਰੂ ਨਿੰਦਕ ਅਤੇ ਮਨਮੁਖ ਹੋਰ ਕੌਣ ਹੋ ਸਕਦਾ। ਗੁਰੂ ਨਿੰਦਕ ਮਨੁੱਖਾਂ ਨੂੰ ਗੁਰਦੇਵ ਜੀ ਨੇ ਬਹੁਤ ਬੁਰੇ, ਮਹਾਪਾਪੀ ਅਤੇ ਹਥਿਆਰੇ ਕਿਹਾ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਹੇ ਪ੍ਰਭੂ ਅਜਿਹੇ ਪਾਪੀ ਗੁਰ ਨਿੰਦਕਾਂ ਦਾ ਦਰਸ਼ਨ ਨਾ ਕਰਾਈ। ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀਓ, ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ। ਪੰਨਾ 651। ਆਓ ਇਹਨਾਂ ਅਨਮੋਲ ਬਚਨਾਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਵੇਖੀਏ। ਗੁਰਦੇਵ ਜੀ ਮਿਹਰਾਂ ਕਰਨ ਕਿਤੇ ਅਸੀਂ ਕਿਸੇ ਲਾਲਚ ਵਿੱਚ ਆ ਕੇ ਗੁਰੂ ਨਿੰਦਕ ਹੀ ਤਾਂ ਨਹੀਂ ਬਣ ਰਹੇ। ਅਖਬਾਰ ਵਿਚਲਾ ਪਹਿਲੇ ਨੰਬਰ ਦਾ ਬਚਨ ਹੈ, ਸਿੱਖ ਪੱਕਾ ਸਿੱਖ ਬਣੇ, ਹਿੰਦੂ ਪੱਕਾ ਹਿੰਦੂ ਬਣੇ ਅਤੇ ਮੁਸਲਮਾਨ ਪੱਕਾ ਮੁਸਲਮਾਨ ਬਣੇ। ਇਸ ਅਨਮੋਲ ਬਚਨ ਵਿਚਲੇ ਸ਼ਬਦ ਪੱਕਾ ਦੇ ਵਰਤਣ ਢੰਗ ਤੋਂ ਕਿਸੇ ਅਜਿਹੇ ਧਰਮੀ ਮਨੁੱਖ ਦੀ ਸੂਝ ਮਿਲਦੀ ਹੈ ਜੋ ਕੱਟੜ ਮੁਤਸਬੀ ਭਾਵ ਜਿਹੜਾ ਦੂਜੇ ਧਰਮ ਵਾਲੇ ਨੂੰ ਝੱਲ ਹੀ ਨਾ ਸਕਦਾ ਹੋਵੇ, ਭਾਵ ਜੋ ਦੂਜਿਆਂ ਨੂੰ ਕੱਚੇ ਪਿੱਲੇ ਮਲੇਸ਼ ਅਥਵਾ ਕਾਫਰ ਹੀ ਸਮਝਦਾ ਹੋਵੇ। ਇਸ ਬਚਨ ਵਿੱਚ ਕਿਸੇ ਧਰਮ ਦੀ ਚੰਗਿਆਈ ਦਾ ਕੋਈ ਵੇਰਵਾ ਨਹੀਂ ਹੈ, ਬਸ ਪੱਕੇ ਹੋਣ ਦੀ ਹੀ ਤਾਕੀਦ ਹੈ। ਸਿੱਖ ਧਰਮ ਨੂੰ ਦੂਜਿਆਂ ਧਰਮਾਂ ਦੇ ਟਾਕਰੇ 'ਤੇ ਖੜ੍ਹਾ ਕਰਨਾ ਹੀ ਗੁਰਮਤਿ ਦੀ ਖੰਡਨਾ ਕਰਨ ਤੁੱਲ ਹੈ, ਕਿਉਂਕਿ ਗੁਰੂ ਨਾਨਕ ਦਾ ਧਰਮ ਕਰਮਕਾਂਡੀ ਬੰਧਨਾਂ ਵਾਲਾ ਨਹੀਂ ਹੈ। ਇਹ ਨਿਆਰਾ ਧਰਮ ਕੇਵਲ ਸੁੱਚ ਆਚਾਰ ਵਾਲੀ ਰਹਿਣੀ ਦੀ ਜੀਵਨ ਯੁਕਤ ਹੈ। ਗੁਰੂ ਦਾ ਧਰਮ ਸਰਬ ਸਾਂਝਾ ਹੈ ਅਤੇ ਮਨੁੱਖ ਨੂੰ ਹਰ ਇੱਕ ਹਿਰਦੇ ਵਿੱਚ ਵਸਦੇ ਪ੍ਰਭੂ ਦੇ ਦਰਸ਼ਨ ਕਰਾਉਂਦਾ ਹੈ। ਦੇਖੋ ਅਚਰਜ ਭਇਆ ਜੇ ਠਾਕੁਰ ਕਉ ਸੁਣਤ ਆਗਾਧ ਬੋਧ, ਸੋ ਹਿਰਦੇ ਗੁਰ ਦਇਆ ਰਹਾਉ। ਪੰਨਾ 612। ਪ੍ਰਭੂ ਦੀ ਜੋਤ ਹੀ ਸਾਰੇ ਥਾਈਂ ਵਿਚਰ ਰਹੀ ਹੈ। ਜੋ ਅੰਤਰ ਸੋ ਬਾਹਰ ਦੇਖੋ, ਅਵਰ ਨ ਦੂਜਾ ਕੋਈ ਜੀਓ, ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਘਟ ਘਟ ਜੋਤ ਸਮੋਈ ਜੀਓ। ਪੰਨਾ 599। ਜਿਹੜੇ ਮਹਾਨ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਜਗਤ ਨੂੰ ਪਰਮਾਤਮਾ ਦੇ ਇੱਕ ਨੂਰ ਦੀ ਹੀ ਪੈਦਾਇਸ਼ ਫਰਮਾਨ ਕਰਦੇ ਹੋਣ, ਅਥਵਾ ਜਿਸ ਗੁਰੂ ਦੀ ਬਾਣੀ ਇਹ ਸਿੱਖਿਆ ਦਿੰਦੀ ਹੈ ਕਿ ਰੱਬ ਸਾਰੀ ਖਲਕਤ ਵਿੱਚ ਬਿਰਾਜਮਾਨ ਹੈ, ਉਸੇ ਗੁਰੂ ਦੇ ਸਿੱਖ ਕੋਲ ਕਿਹੜੀ ਕਸਵੱਟੀ ਹੈ ਅਥਵਾ ਅੰਤਰਆਤਮਾ ਹੈ ਜਿਸ ਨਾਲ ਉਹ ਕਿਸੇ ਪ੍ਰਾਣੀ ਨੂੰ ਕੱਚਾ ਜਾਂ ਪੱਕਾ ਅਥਵਾ ਭਲਾ ਜਾਂ ਮੰਦਾ ਕਹਿ ਸਕਦਾ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ,
ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ ਰਹਾਓ। ਪੰਨਾ 1349। ਦਸਵੇਂ ਗੁਰੂ ਨਾਨਕ ਕਲਗੀਧਰ ਜੀ ਆਪਣੇ ਸਪਸ਼ਟ ਫੁਰਮਾਨ ਵਿੱਚ ਧਰਮਾਂ ਦੇ ਆਧਾਰ 'ਤੇ ਹੋਈ ਵੰਡ ਨੂੰ ਬੜੇ ਮਿੱਠੇ ਸ਼ਬਦਾਂ ਦੁਆਰਾ ਨਾਪਸੰਦ ਕਰਦੇ ਹਨ। ਸਾਰੇ ਜੀਆਂ ਨੂੰ ਇੱਕ ਕਰਤਾਰ ਦੀ ਕਿਰਤ ਅਤੇ ਉਸ ਇੱਕ ਦੀ ਪਾਲਣਾ ਵਿੱਚ ਵਿਚਰਦਾ ਅਤੇ ਉਸ ਇੱਕ ਦੀਆਂ ਬਖਸ਼ਿਸ਼ਾਂ ਮਾਨਣ ਵਾਲਾ ਇੱਕੋ ਪਰਿਵਾਰ ਦਰਸਾ ਕੇ ਮਨੁੱਖ ਮਾਤਰ ਦੀ ਜ਼ਾਤ ਧਰਮ ਕੇਵਲ ਅਤੇ ਕੇਵਲ ਇੱਕ ਹੀ ਦੱਸਦੇ ਹਨ ਅਤੇ ਗੁਰਦੇਵ ਜੀ ਕਿਸੇ ਪ੍ਰਕਾਰ ਦਾ ਭਿੰਨ ਭੇਦ ਕਰਨ ਤੋਂ ਵਰਜਦੇ ਹਨ। ਪੰਜਵੇਂ ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ ਅਕਾਲ ਪੁਰਖ ਸਾਡਾ ਸਾਰਿਆਂ ਦਾ ਸਾਂਝਾ ਬਾਪ ਹੈ, ਅਰਥਾਤ ਅਸੀਂ ਸਾਰਾ ਜਗਤ ਇੱਕੋ ਪਰਿਵਾਰ ਹਾਂ। ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਪੰਨਾ 97। ਗੁਰੂ ਨਾਨਕ ਦੇਵ ਜੀ ਸਾਰੇ ਜਗਤ ਨੂੰ ਪਿਆਰਾਂ ਲੱਦੇ ਇੱਕ ਪਰਿਵਾਰ ਦੇ ਰੂਪ ਵਿੱਚ ਦੇਖਣ ਦੀ ਸੱਧਰ ਨਾਲ ਭਰਿਆ ਹੋਇਆ ਹਿਰਦਾ ਲੈ ਕੇ ਆਏ ਸਨ। ਇਸੇ ਉਦੇਸ਼ ਦੀ ਪੂਰਤੀ ਖਾਤਰ ਉਹਨਾਂ ਨੇ ਦੁਨੀਆ ਦਾ ਰਟਨ ਕਰਦਿਆਂ ਜਾਨਲੇਵਾ ਖਤਰਿਆਂ ਨਾਲ ਭਰਪੂਰ ਰਸਤਿਆਂ 'ਤੇ 35,000 ਮੀਲ ਪੈਦਲ ਸਫ਼ਰ ਕੀਤਾ। ਫਿਰ ਉਸ ਮਹਾਨ ਗੁਰੂ ਦਾ ਸਿੱਖ ਅੱਡ ਅੱਡ ਧਰਮਾਂ ਵਿੱਚ ਪੱਕੇ ਹੋ ਜਾਣ ਵਾਲੀ ਫੁੱਟ ਦਾ ਉਪਦੇਸ਼ ਕਿਉਂ ਦੇਵੇ? ਜ਼ਰੂਰੀ ਹੈ ਕਿ ਕਿਸੇ ਥਾਂ ਭੁੱਲ ਹੋਈ ਹੈ। ਗੁਰਬਾਣੀ ਦੇ ਅਟੱਲ ਸਿਧਾਂਤ ਨੂੰ ਸਮਝਣ ਅਥਵਾ ਸਮਝਾਉਣ ਦੀ ਗੰਭੀਰ ਭੁੱਲ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰਕੀ ਬਾਣੀ ਦਾ ਕੋਈ ਇੱਕ ਸ਼ਬਦ ਵੀ ਕਿਸੇ ਨੂੰ ਕਿਸੇ ਖਾਸ ਪ੍ਰਚਲਿਤ ਅਰਥਾਂ ਵਾਲੇ ਧਰਮ ਵਿੱਚ ਪੱਕਾ ਹੋਣ ਦਾ ਉਪਦੇਸ਼ ਨਹੀਂ ਦਿੰਦਾ। ਗੁਰਦੇਵ ਜੀ ਦਾ ਹਰ ਉਪਦੇਸ਼ ਸਾਰੀ ਮਨੁੱਖਤਾ ਲਈ ਸਰਬ ਸਾਂਝਾ ਹੈ। ਇਸ ਸਿਧਾਂਤ ਨੂੰ ਗੁਰਦੇਵ ਜੀ ਨੇ ਆਪ ਸਪਸ਼ਟ ਕਰਕੇ ਸਮਝਾਇਆ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ। ਪੰਨਾ 747। ਸਾਂਝੇ ਉਪਦੇਸ਼ ਦਾ ਹੋਰ ਵੀ ਨਿਖਰਵਾਂ ਰੂਪ ਇਸ ਸ਼ਬਦ ਵਿੱਚ ਡਲਕਾਂ ਮਾਰ ਰਿਹਾ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੋਸਈਆਂ, ਕੋਈ ਆਲਾਏ। ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਕੋਈ ਨਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ। ਕੋਈ ਪੜ੍ਹੇ ਵੇਦ, ਕੋਈ ਕਤੇਬ, ਕੋਈ ਓਢੇ ਨੀਲ, ਕੋਈ ਸੁਪੇਦ। ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਛੈ ਭਿਸਤ, ਕੋਈ ਸੁਰਗਿੰਦੂ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਪੰਨਾ 885। ਸਾਰੇ ਜਗਤ ਦੇ ਮੂਲ ਪਾਲਣਹਾਰ ਅਤੇ ਸਰਬ ਸਾਂਝੇ ਕਿਰਪਾਲੂ ਪਰਮਾਤਮਾ ਨੂੰ ਲੋਕਾਂ ਨੇ ਵੱਖ-ਵੱਖ ਨਾਮ ਦਿੱਤੇ ਹੋਏ ਹਨ ਅਤੇ ਵੱਖਰੇ-ਵੱਖਰੇ ਢੰਗਾਂ ਨਾਲ ਉਸ ਨੂੰ ਪ੍ਰਸੰਨ ਕਰਨ ਦੇ ਯਤਨ ਕਰਦੇ ਹਨ। ਵੱਖ-ਵੱਖ ਨਾਮਾਂ ਵਾਲੇ ਆਪਣੇ-ਆਪਣੇ ਧਰਮ ਮਿੱਥ ਕੇ ਪਹਿਰਾਵੇ ਵੀ ਅੱਡ-ਅੱਡ ਮਿੱਥੇ ਹੋਏ ਹਨ। ਅਜਿਹੇ ਸਾਰੇ ਭੇਦ ਭਾਵ ਤਿਆਗ ਕੇ ਜਿਸ ਨੇ ਪ੍ਰਭੂ ਦੇ ਹੁਕਮ ਵਿੱਚ ਜਿਉਣ ਦੀ ਮੱਤ ਲੈ ਲਈ, ਉਸ ਨੇ ਹੀ ਪ੍ਰਭੂ ਦਾ ਅਸਲ ਰੂਪ ਪਛਾਣਿਆ ਹੈ। ਭਾਵ ਮਨੁੱਖਤਾ ਦੇ ਉੱਚੇ ਅਤੇ ਸੁੱਚੇ ਆਚਰਨ ਵਾਲੇ ਗੁਣਾਂ ਵਾਲਾ ਪਰਉਪਕਾਰੀ ਜੀਵਨ ਹੀ ਪ੍ਰਭੂ ਦੀ ਪ੍ਰਸੰਨਤਾ ਲੈ ਸਕਣ ਵਾਲਾ ਅਸਲ ਧਰਮ ਹੈ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਪੰਨਾ 1344। ਮਨੁੱਖ ਕੋਲੋਂ ਭੁੱਲ ਹੋ ਜਾਣੀ ਹੀ ਉਸ ਦੇ ਮਨੁੱਖ ਹੋਣ ਦਾ ਸਬੂਤ ਹੈ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਪੰਨਾ 60। ਕਰਤਾਰ ਜਾਂ ਕਰਤਾਰ ਰੂਪ ਗੁਰੂ ਗ੍ਰੰਥ ਸਾਹਿਬ ਜੀ ਹੀ ਅਭੁੱਲ ਹੈ। ਗੁਰਬਾਣੀ ਦਾ ਸਿਧਾਂਤ ਸਮਝਣ ਸਮੇਂ ਭੁੱਲ ਤਦ ਹੀ ਹੁੰਦੀ ਹੈ ਜੇ ਗੁਰੂ ਦੀ ਮੱਤ ਤਿਆਗ ਕੇ ਆਪਣੀ ਅਕਲ ਨਾਲ ਅਰਥ ਕਰੀਏ ਜਾਂ ਸਮਝੀਏ। ਅੱਡ-ਅੱਡ ਧਰਮਾਂ ਵਿੱਚ ਪੱਕਾ ਹੋਣ ਦਾ ਉਪਦੇਸ਼ ਦੇਣ ਵਾਲਾ ਟਪਲਾ ਵੀ ਗੁਰੂ ਸ਼ਬਦ ਦੇ ਮਨਮਤੀ ਅਰਥਾਂ ਦਾ ਸਿੱਟਾ ਹੈ। ਜਿਨ੍ਹਾਂ ਭਾਵ ਨੂੰ ਗੁਰੂ ਸ਼ਬਦਾਂ ਦੇ ਅਰਥ ਕਰਨ ਵਿੱਚ ਭੁੱਲ ਹੋਈ ਅਨੁਭਵ ਹੁੰਦੀ ਹੈ, ਉਹਨਾਂ ਵਿੱਚੋਂ ਕੁਝ ਸ਼ਬਦਾਂ ਦੀ ਵਿਚਾਰ ਕਰਦੇ ਹਾਂ। ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ, ਜਪ ਤਪ ਸੰਜਮ ਕਮਾਵੇ ਕਰਮ, ਸੀਲ ਸੰਤੋਖ ਕਾ ਰਖੈ ਧਰਮ, ਬੰਧਨ ਤੋੜੈ ਹੋਵੇ ਮੁਕਤ, ਸੋਈ ਬ੍ਰਾਹਮਣ
पूजन जुगत। खत्री सो जो कर्मा का सूर, पुन दान का करै शरीर। खेत पछाणै बीजै दान, सो खत्री दरगा परवान। लभ लोभ जे कूड़ कमावै, ਆਪਣਾ ਕੀਤਾ ਆਪੇ ਪਾਵੈ। ਪੰਨਾ 1411। ਇਹਨਾਂ ਪਾਵਨ ਮਹਾਂਵਾਕਾਂ ਤੋਂ ਇਹ ਵਿਚਾਰ ਬਣਾ ਲੈਣੀ ਕਿ ਇਹਨਾਂ ਦੁਆਰਾ ਕਿਸੇ ਬ੍ਰਾਹਮਣ ਅਥਵਾ ਖੱਤਰੀ ਨੂੰ ਪੱਕਾ ਬ੍ਰਾਹਮਣ ਅਥਵਾ ਪੱਕਾ ਖੱਤਰੀ ਬਣਨ ਦਾ ਉਪਦੇਸ਼ ਦਿੱਤਾ ਹੈ, ਤਾਂ ਅਸੀਂ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਪੰਨਾ 647 ਵਾਲੇ ਪੱਕੇ ਗੁਰਬਾਣੀ ਸਿਧਾਂਤ ਦੀ ਖੰਡਨਾ ਕਰਦੇ ਹਾਂ। ਅਜਿਹੇ ਗੁਰਬਾਣੀ ਸ਼ਬਦਾਂ ਦਾ ਅਰਥ ਵਿਚਾਰਨ ਸਮੇਂ ਗੁਰਮਤਿ ਦੇ ਇਸ ਜ਼ਰੂਰੀ ਸਿਧਾਂਤ ਨੂੰ ਅੱਖੋਂ ਓਹਲੇ ਕਰਨਾ ਗੁਰੂ ਤੋਂ ਬੇਮੁਖ ਹੋਣ ਦਾ ਉਗਰ ਪਾਪ ਕਰਨਾ ਹੋਵੇਗਾ। ਸੋ ਭਗਉਤੀ ਜੋ ਭਗਵੰਤੈ ਜਾਣੇ, ਗੁਰ ਪ੍ਰਸਾਦੀ ਆਪ ਪਛਾਣੈ। ਧਾਵਤ ਰਾਖੈ ਇਕਤ ਘਰ ਆਣੇ, ਜੀਵਤ ਮਰੇ ਹਰ ਨਾਮ ਵਖਾਣੇ। ਐਸਾ ਭਗਉਤੀ ਉੱਤਮ ਹੋਏ, ਨਾਨਕ ਸੱਚ ਸਮਾਵੈ ਸੋਏ। ਪੰਨਾ 88। ਅਰਥ ਭਗਉਤੀ ਉਹ ਹੈ ਜੋ ਪ੍ਰਭੂ ਨੂੰ ਜਾਣਦਾ ਹੈ, ਪ੍ਰਭੂ ਨਾਲ ਡੂੰਘੀ ਸਾਂਝ ਪਾਉਂਦਾ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਭਾਵ ਸਤਿਗੁਰ ਦੀ ਸਿੱਖਿਆ ਲੈ ਕੇ ਆਪਣੇ ਆਪ ਨੂੰ ਪਛਾਣਦਾ ਹੈ, ਵਾਸ਼ਨਾ ਵੱਲ ਦੌੜਦੇ ਮਨ ਨੂੰ ਸਾਂਭ ਰੱਖਦਾ ਹੈ ਅਤੇ ਇੱਕ ਟਿਕਾਣੇ ਲਾਉਂਦਾ ਹੈ। ਜਿਉਂਦਾ ਹੋਇਆ ਹੀ ਮਾਇਆ ਵੱਲੋਂ ਮਰਦਾ ਹੈ, ਭਾਵ ਸੰਸਾਰ ਵਿੱਚ ਵਿਚਰਦਾ ਹੋਇਆ ਹੀ ਮਨ ਨੂੰ ਵਾਸ਼ਨਾ ਵੱਲੋਂ ਤੋੜੀ ਰੱਖਦਾ ਹੈ। ਇਹੋ ਜਿਹਾ ਭਗਉਤੀ ਭਗਤ ਉੱਤਮ ਹੁੰਦਾ ਹੈ। ਇਹ ਨਾਨਕ ਉਹ ਸਦਾ ਥਿਰ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਅਤੇ ਫਿਰ ਨਹੀਂ ਵਿਛੜਦਾ। ਸਪਸ਼ਟ ਹੈ ਕਿ ਗੁਰਦੇਵ ਜੀ ਨੇ ਫੋਕਟ ਕਰਮਕਾਂਡੀ ਚੱਕਰਾਂ ਵਿੱਚ ਫਸੇ ਭਗਉਤੀ ਨੂੰ ਸੰਬੋਧਨ ਕਰਕੇ ਸਾਰੇ ਜਗਤ ਦੇ ਮਨੁੱਖਾਂ ਨੂੰ ਸੱਚਾ ਭਗਤ ਬਣਨ ਦੇ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। 5 ਨਿਵਾਜ਼ਾਂ ਵਖਤ 5, ਪੰਜੇ ਪੰਜਾ ਨਾਉ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ। ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਕਰਨੀ ਕਲਮਾ ਆਖ ਕੈ, ਤਾਂ ਮੁਸਲਮਾਨ ਸਦਾਏ। ਨਾਨਕ ਜੇਤੇ ਕੂੜਿਆਰ, ਕੂੜੈ ਕੂੜੀ ਪਾਏ। ਪੰਨਾ 141। ਅਰਥ ਮੁਸਲਮਾਨਾਂ ਦੀਆਂ 5 ਨਮਾਜ਼ਾਂ ਹਨ, ਉਹਨਾਂ ਦੇ 5 ਵਕਤ ਹਨ ਅਤੇ ਪੰਜੇ ਹੀ ਨਮਾਜ਼ਾਂ ਦੇ ਵੱਖੋ ਵੱਖਰੇ 5 ਨਾਮ ਹਨ। ਪਰ ਸਾਡੇ ਮਤ ਵਿੱਚ ਅਸਲ ਨਮਾਜ਼ਾਂ ਇਉਂ ਹਨ। ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ, ਭਾਵ ਸਵੇਰ ਦੀ ਪਹਿਲੀ ਨਮਾਜ਼ ਹੱਕ ਦੀ ਕਮਾਈ। ਦੂਜੀ ਨਮਾਜ਼ ਹੈ ਰੱਬ ਤੋਂ ਸਭ ਦਾ ਭਲਾ ਮੰਗਣਾ। ਤੀਜੀ ਨਮਾਜ਼ ਦਾ ਤੀਜਾ ਨਾਮ ਹੈ ਨੀਅਤ ਨੂੰ ਸਾਫ਼ ਕਰਨਾ ਅਥਵਾ ਮਨ ਨੂੰ ਸਾਫ਼ ਰੱਖਣਾ। ਇਹ ਚੌਥੀ ਨਮਾਜ਼ ਹੈ ਅਤੇ ਪਰਮਾਤਮਾ ਦੀ ਸਿਫਤ ਸਲਾਹ ਅਤੇ ਵਡਿਆਈ ਕਰਨੀ, ਇਹ ਪੰਜਵੀਂ ਨਮਾਜ਼ ਹੈ। ਇਹਨਾਂ 5 ਨਮਾਜ਼ਾਂ ਦੇ ਨਾਲ ਨਾਲ ਉੱਚਾ ਆਚਰਨ ਬਣਾਉਣ ਰੂਪ ਕਲਮਾ ਪੜ੍ਹੇ ਤਾਂ ਆਪਣੇ ਆਪ ਨੂੰ ਮੁਸਲਮਾਨ ਅਖਵਾਏ, ਪਾਪ ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ। ਰੱਬ ਨੂੰ ਪ੍ਰਸੰਨ ਕਰਨ ਵਾਲੇ ਦਿਖਾਵੇ ਵਾਲੇ ਸਾਰੇ ਅਡੰਬਰ ਭਾਵ 5 ਨਮਾਜ਼ਾਂ ਪੜ੍ਹਨੀਆਂ, ਕਲਮਾ ਪੜ੍ਹਨਾ ਆਦਿ ਸਭ ਕੁਝ ਛੱਡ ਛਡਾ ਕੇ ਕੀ ਕੋਈ ਮੁਸਲਮਾਨ ਗੁਰੂ ਨਾਨਕ ਦੇ ਦੱਸੇ ਰਸਤੇ 'ਤੇ ਤੁਰਨਾ ਮਨਜ਼ੂਰ ਕਰੇਗਾ? ਗੁਰਦੇਵ ਜੀ ਦਾ ਕਿਸੇ ਨੂੰ ਕਿਸੇ ਅਖੌਤੀ ਅਰਥਾਂ ਵਾਲੇ ਧਰਮ ਵਿੱਚ ਪੱਕਾ ਕਰਨ ਦਾ ਸਿਧਾਂਤ ਨਹੀਂ ਸੀ। ਪ੍ਰਭੂ ਦੀ ਯਾਦ ਨਾਲ ਜੁੜੇ ਆਚਰਨ ਵਾਲੇ ਮਨੁੱਖ ਦੀ ਸਿਰਜਣਾ ਹੋ ਰਹੀ ਸੀ। ਅੱਜ ਦਾ ਸਿੱਖ ਜਿਸ ਪ੍ਰਕਾਰ ਦੀ ਬ੍ਰਾਹਮਣੀ ਕਰਮਕਾਂਡੀ ਘੁੰਮਣ ਘੇਰੀ ਵਿੱਚ ਫਸਿਆ ਹੋਇਆ ਹੈ, ਇਸ ਨੂੰ ਸਿੱਧੇ ਰਾਹ ਪਾਉਣ ਵਾਸਤੇ ਗੁਰਦੇਵ ਜੀ ਨੂੰ ਅਜੋਕੇ ਸਿੱਖ ਨੂੰ ਸੰਬੋਧਨ ਕਰਕੇ ਪਤਾ ਨਹੀਂ ਕਿੰਨੇ ਕੁ ਸ਼ਬਦ ਉਚਾਰਨ ਦੀ ਖੇਚਲ ਕਰਨੀ ਪਵੇ। ਬਹੁਤੀ ਦੁਖਦਾਈ ਸਥਿਤੀ ਇਹ ਬਣ ਰਹੀ ਹੈ ਕਿ 90% ਦੀ ਬ੍ਰਾਹਮਣੀ ਮਰਜ਼ਾਦਾ ਧਾਰਨ ਕਰੀ ਫਿਰਦਾ ਸਿੱਖ ਆਪਣੇ ਆਪ ਨੂੰ ਨਿਆਰਾ ਸਮਝ ਰਿਹਾ ਹੈ। ਆਓ ਇੱਕ ਹੋਰ ਸ਼ਬਦ ਵਿੱਚ ਗੁਰੂ ਨਾਨਕ ਜੀ ਦੇ ਸੱਚੇ ਮੁਸਲਮਾਨ ਦੇ ਦਰਸ਼ਨ ਕਰ ਲਈਏ। ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਅਵਲ ਔਲ ਦੀਨ ਕਰ ਮਿੱਠਾ, ਮਸ਼ਕਲ ਮਾਨਾ ਮਾਲ ਮੁਸਾਵੇ। ਹੋਏ ਮੁਸਲਮ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ। ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ। ਤਉ ਨਾਨਕ ਸਰਬ ਜੀਆਂ ਮਹਿਰਾਮਤ ਹੋਏ, ਤਾਂ ਮੁਸਲਮਾਨ ਕਹਾਵੇ।
ਪੰਨਾ 141। ਅਰਥ ਅਸਲ ਮੁਸਲਮਾਨ ਅਖਵਾਉਣਾ ਬੜਾ ਔਖਾ ਹੈ। ਜੇ ਉਹੋ ਜਿਹਾ ਬਣੇ ਤਾਂ ਮਨੁੱਖ ਆਪ ਨੂੰ ਮੁਸਲਮਾਨ ਅਖਾਏ। ਅਸਲ ਮੁਸਲਮਾਨ ਬਣਨ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਮਜ਼ਹਬ ਪ੍ਰਭੂ ਸਿਮਰਨ ਪਿਆਰਾ ਲੱਗੇ। ਫਿਰ ਜਿਵੇਂ ਮਸਕਲੇ ਨਾਲ ਜੰਗਾਲ ਲਾਹੀਦਾ ਹੈ, ਤਿਵੇਂ ਆਪਣੀ ਕਮਾਈ ਦਾ ਧਨ ਲੋੜਵੰਦਾਂ ਨਾਲ ਵੰਡ ਕੇ ਵਰਤੇ ਅਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ ਕਰੇ। ਇਸ ਮਰਜ਼ਾਦਾ ਵਾਲੇ ਮਜ਼ਹਬ ਦੀ ਅਗਵਾਈ ਵਿੱਚ ਤੁਰ ਕੇ ਮੁਸਲਮਾਨ ਬਣੇ ਅਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ। ਭਾਵ ਸਾਰੀ ਉਮਰ ਕਦੇ ਅਜਿਹੀ ਸਿੱਖਿਆ ਵਾਲੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾ ਜਾਏ। ਰੱਬ ਦੇ ਕੀਤੇ ਨੂੰ ਸਿਰ ਮੱਥੇ 'ਤੇ ਮੰਨੇ, ਕਾਦਰ ਨੂੰ ਹੀ ਸਭ ਕੁਝ ਕਰਨ ਵਾਲਾ ਮੰਨੇ ਅਤੇ ਖੁਦ ਹੀ ਮਿਟਾ ਦੇਵੇ। ਇਸ ਤਰ੍ਹਾਂ ਹੀ ਨਾਨਕ ਰੱਬ ਦੇ ਪੈਦਾ ਕੀਤੇ ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ ਤਾਂ ਮੁਸਲਮਾਨ ਅਖਵਾਏ। ਗੁਰੂ ਨਾਨਕ ਸਾਹਿਬ ਜੀ ਨੇ 5 ਨਮਾਜ਼ਾਂ ਪੜ੍ਹਨ ਦੀ, ਰੋਜ਼ੇ ਰੱਖਣ ਦੀ, ਕੁਰਬਾਨੀਆਂ ਦੇਣ ਆਦਿ ਦੀ ਤਾਂ ਕਿਸੇ ਥਾਂ ਸਿੱਖਿਆ ਨਹੀਂ ਦਿੱਤੀ। ਇਹ ਕੁਝ ਪੜ੍ਹ ਕੇ ਕਿ ਵਿਵੇਕ ਬੁੱਧੀ ਵਾਲੇ ਸ਼ਰਧਾਲੂ ਗੁਰਸਿੱਖ ਦੇ ਅੰਦਰੋਂ ਇਹ ਅਰਦਾਸ ਝਰਨੇ ਵਾਂਗ ਨਹੀਂ ਵਹਿ ਤੁਰਦੀ ਕਿ ਹੇ ਗੁਰੂ ਨਾਨਕ ਨਿਰੰਕਾਰੀ ਦੀ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਮੈਨੂੰ ਆਪਣਾ ਬ੍ਰਾਹਮਣ ਬਣਾ ਲੈ, ਭਗਉਤੀ ਬਣਾ ਲੈ, ਆਪਣਾ ਮੁਸਲਮਾਨ ਬਣਾ ਲੈ, ਮੈਨੂੰ ਜੈ ਦਿਓ ਬਣਾ ਲੈ, ਮੈਨੂੰ ਸਧਨਾ ਬਣਾ ਲੈ, ਮੈਨੂੰ ਮਰਦਾਨਾ ਬਣਾ ਲੈ, ਮੀਆਂ ਮੀਰ ਅਥਵਾ ਬੁੱਧੂ ਸ਼ਾਹ ਬਣਾ ਲੈ। ਅਰਥਾਤ ਮੈਨੂੰ ਉੱਚੀ ਰਹਿਣੀ ਵਾਲਾ ਬਣਾ ਕੇ ਉਹ ਅੱਖੀਆਂ ਪ੍ਰਦਾਨ ਕਰ ਜਿੰਨੀ ਡਸੰਦੋ ਮਾਂ ਪਿਰੀ। ਕਾਮ ਕ੍ਰੋਧ ਆਦਿ 5 ਵੈਰੀਆਂ ਤੋਂ ਛੁਡਾ ਕੇ ਸਭ ਜੀਆਂ ਨੂੰ ਇੱਕ ਸਮਾਨ ਜਾਣਨ ਦੀ ਬੁੱਧ ਬਖਸ਼। ਸਰਬੱਤ ਦਾ ਭਲਾ ਲੋਚਣ ਵਾਲਾ, ਹਰ ਪੱਖੋਂ ਸੁੱਚੇ ਆਚਰਨ ਦਾ ਮਾਲਕ ਬਣਾ ਦੇ। ਹੇ ਬਾਬਾ, ਤੇਰਾ ਉਪਕਾਰ ਹੋਵੇ, ਮੇਰੀ ਨਿਮਾਣੇ ਦੀ ਇਹ ਪੁਕਾਰ ਸੁਣ ਲੈ। ਮੈਨੂੰ ਹੋਰ ਕਿਸੇ ਪਦਾਰਥ ਦੀ ਕੋਈ ਲੋੜ ਨਹੀਂ। ਕਿਸੇ ਮਨੁੱਖ ਨੂੰ ਕਿਸੇ ਧਰਮ ਦੇ ਮਿੱਥੇ ਹੋਏ ਖਾਸ ਕਰਮਕਾਂਡੀ ਬੰਧਨਾਂ ਵਿੱਚ ਪੱਕੇ ਰਹਿਣ ਦਾ ਉਪਦੇਸ਼ ਕਰਨ ਵਾਲਾ ਅਗਿਆਨੀ ਹੈ ਜਾਂ ਮਨਮੁਖ ਹੈ। ਪ੍ਰਭੂ ਦਾ ਸਿਮਰਨ ਅਤੇ ਉੱਚਾ ਸੁੱਚਾ ਆਚਰਣ ਹੀ ਗੁਰੂ ਨੂੰ ਪਾਉਂਦਾ ਹੈ। ਗੁਰਦੇਵ ਜੀ ਨੇ ਕਿਸੇ ਅਖੌਤੀ ਧਰਮ ਵਿੱਚ ਪੱਕਾ ਹੋਣ ਦੇ ਕਾਰਨ ਕਦੇ ਕਿਸੇ ਨੂੰ ਸਤਿਕਾਰ ਨਹੀਂ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਤਾਂ ਇਹਨਾਂ ਪ੍ਰਚਲਿਤ ਅਖੌਤੀ ਧਰਮਾਂ ਨਾਲ ਆਪਣਾ ਕੋਈ ਵਾਸਤਾ ਨਹੀਂ ਦੱਸਦੇ। ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਜਹ ਦੇਰਾ ਨਾਮ ਮਸੀਤ। ਪੰਨਾ 874। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਪੰਨਾ 1136। ਗਿਆਨ ਦੇ ਅਥਾਹ ਸਾਗਰ ਵਿੱਚ ਅਜਿਹੇ ਰਤਨ ਜਵਾਹਰ ਬੇਅੰਤ ਹੋਣਗੇ ਜਿਨ੍ਹਾਂ ਵਿੱਚ ਸਤਿਗੁਰ ਜੀ ਪਰਥਾਏ ਸਾਖੀਆਂ ਬੋਲ ਕੇ ਮਨੁੱਖ ਨੂੰ ਸੁੱਚ ਆਚਾਰ ਦੇ ਜੀਵਨ ਵਾਲਾ ਬਣਾਇਆ ਹੈ। ਗੁਰਮਤਿ ਨੂੰ ਵਿਸਾਰ ਕੇ ਆਪਣੀ ਮੱਤ ਨੂੰ ਸ੍ਰੇਸ਼ਟ ਸਮਝਣ ਵਾਲਾ ਮਨਮੁਖ ਅਖਵਾਉਂਦਾ ਹੈ। ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੇ ਨਹੀਂ, ਤਿੰਨਾ ਮੂੰਹ ਭਲੇਰੇ ਫਿਰੇ ਦਈ ਗਾਲੇ। ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ, ਸੇ ਕਿਚਰਕ ਵੇਰਾਇਨ ਮਨ ਮੁਖ ਬੇਤਾਲੇ। ਪੰਨਾ 305। ਮਨੁੱਖ ਅੰਦਰੋਂ ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਸੱਚ ਸੁਣਨ ਦਾ ਜਿਗਰਾ ਗੁਆ ਬੈਠਾ ਹੈ। ਸੱਚ ਸੁਣ ਕੇ ਕ੍ਰੋਧ ਦੀ ਅੱਗ ਭੜਕਦੀ ਹੈ ਅਤੇ ਸੱਚ ਆਖਣ ਵਾਲੇ ਦੇ ਟੋਟੇ ਕਰਨ ਦੀ ਸੋਚਣ ਲੱਗ ਪੈਂਦਾ ਹੈ। ਬੁੱਲੇ ਸ਼ਾਹ ਦਾ ਕਥਨ ਹੈ, ਝੂਠ ਆਖਾਂ ਤਾਂ ਕੁਝ ਬਚਦਾ ਈ, ਸੱਚ ਆਖਾਂ ਤਾਂ ਭਾਂਬੜ ਮੱਚਦਾ ਈ। ਕਿਸ਼ਨ ਸਿੰਘ ਆਰਫ ਪ੍ਰਸਿੱਧ ਕਵੀ ਦਾ ਕਥਨ ਹੈ, ਸੱਚ ਬੋਲਣਾ ਕੰਮ ਹੈ ਸੂਰਿਆਂ ਦਾ, ਕਹਿੰਦੇ ਸੀਸ ਨੂੰ ਤਲੀ ਟਕਾਏ ਕੇ ਜੀ। ਸੱਚ ਬੋਲਣਾ ਮੌਤ ਨੂੰ ਆਵਾਜ਼ਾਂ ਮਾਰਨਾ ਬਣ ਗਿਆ ਹੈ, ਪਰ ਚਲੋ ਇਹ ਜਨਮ ਤੁਮਾਰੇ ਲੇਖੇ। ਮੰਦਭਾਗੀ ਸਥਿਤੀ ਤਾਂ ਇਹ ਬਣ ਰਹੀ ਹੈ ਕਿ ਅੱਜ ਸਿੱਖਾਂ ਵਿੱਚ ਬਹੁਤੀ ਗਿਣਤੀ ਉਹਨਾਂ ਦੀ ਹੈ ਜਿਹੜੇ ਗੁਰਬਾਣੀ ਦੇ ਵੀ ਸਿਰਫ ਉਹੀ ਸ਼ਬਦ ਸੁਣ ਸਕਦੇ ਹਨ ਜਿਹੜੇ ਉਹਨਾਂ ਨੂੰ ਖੁਸ਼ ਕਰ ਸਕਣ। ਮੇਰੇ ਜਿਹੀ ਅਬਲਾ ਜੀਵ ਇਸਤਰੀ ਵਿੱਚ ਇੰਨੀ ਸੂਰਮਤਾਈ ਨਹੀਂ ਜੋ ਪੂਰਨ ਸੱਤ ਦੀ ਭਾਸ਼ਾ ਦਲੇਰੀ ਨਾਲ ਲਿਖ ਸਕੇ। ਅਖਬਾਰ ਦੇ ਸਾਰੇ ਅਨਮੋਲ ਬਚਨ ਕਰਮਵਾਰ ਵਿਚਾਰਿਆਂ ਬਹੁਤਾ ਲੰਮਾ ਸੱਚ ਲਿਖਣਾ ਪਵੇਗਾ। ਇਸ ਲਈ ਉਹਨਾਂ ਵਿਸ਼ਿਆਂ ਦੀ ਗੁਰਮਤਿ ਵਿਚਾਰ ਲਿਖਦਾ ਹਾਂ ਜਿਹੜੇ ਗੁਰਬਾਣੀ ਆਸ਼ੇ ਦੀ
ਘੋਰ ਉਲੰਘਣਾ ਵਾਲੇ ਹਨ। ਦੂਜੇ ਅਨਮੋਲ ਬਚਨ ਵਿੱਚ ਸਿੱਖ ਨੂੰ ਤਸੱਲੀ ਕਰਾਈ ਹੋਈ ਹੈ ਕਿ ਉਹ ਗੁਲਾਮ ਹੈ। ਇਹ ਬਿਲਕੁਲ ਨਹੀਂ ਲਿਖਿਆ ਕਿ ਸਿੱਖ ਕਿਸ ਕਾਰਨ ਅਤੇ ਕਿਸ ਦਾ ਗੁਲਾਮ ਹੈ। ਆਓ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਗੁਲਾਮ ਕਿਸ ਨੂੰ ਮੰਨਦੇ ਹਨ। ਜਿਹੜਾ ਮਨੁੱਖ ਮਨ ਦੇ ਇਸ਼ਾਰੇ 'ਤੇ ਨੱਚਦਾ ਹੈ, ਭਾਵ ਜਿਹੜਾ ਮਨ ਦਾ ਮੁਰੀਦ ਹੈ, ਸਿਰਫ ਉਸ ਨੂੰ ਹੀ ਗੁਰਦੇਵ ਜੀ ਨੇ ਗੁਲਾਮ ਮੰਨਿਆ ਹੈ। ਜਿਸ ਨੇ ਮਨ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਹੈ, ਉਹ ਦੁਨੀਆ ਦਾ ਰਾਜਾ ਹੈ। ਜਪਜੀ ਸਾਹਿਬ ਦੇ ਪਾਠ ਸਮੇਂ ਮਨ ਜੀਤੈ ਜਗ ਜੀਤ ਦਾ ਉਪਦੇਸ਼ ਪੜ੍ਹਨ ਵਾਲਾ ਜੇ ਕਿਸੇ ਮਨੁੱਖ ਦੀ ਗੁਲਾਮੀ ਕਬੂਲ ਕਰਦਾ ਹੈ ਤਾਂ ਉਹ ਆਪਣੇ ਗੁਰੂ ਦੇ ਇਸ ਉਪਦੇਸ਼ ਨੂੰ ਬੇਅਰਥ ਮੰਨਣ ਦਾ ਅਪਰਾਧੀ ਹੈ। ਜਿਸ ਨੇ ਆਪਣੇ ਮਨ 'ਤੇ ਫਤਿਹ ਪਾ ਲਈ, ਉਸ ਨੇ ਸਾਰਾ ਸੰਸਾਰ ਜਿੱਤ ਲਿਆ। ਉਸ ਦੀਆਂ ਸਾਰੀਆਂ ਫਾਹੀਆਂ ਕੱਟੀਆਂ ਗਈਆਂ। ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀਤ। ਪੰਨਾ 258। ਉਸੇ ਬਚਨ ਦਾ ਦੂਜਾ ਭਾਗ ਅਤੇ ਫਿਰ ਚੌਥੇ ਅਨਮੋਲ ਬਚਨ ਵਿੱਚ ਅਤੇ ਫਿਰ ਸੱਤਵੇਂ ਅਨਮੋਲ ਬਚਨ ਦੇ ਮਗਰਲੇ ਭਾਗ ਵਿੱਚ ਹਥਿਆਰ ਖਰੀਦਣ ਅਥਵਾ ਹਥਿਆਰ ਚੁੱਕ ਕੇ ਚਾਟੇ ਛਕਾਉਣ ਅਥਵਾ ਮਰਨ ਮਾਰਨ ਦਾ ਉਪਦੇਸ਼ ਹੈ। ਇਸ ਤਰ੍ਹਾਂ ਅਨੁਭਵ ਹੋ ਰਿਹਾ ਹੈ ਜਿਵੇਂ ਸਿੱਖ ਨੂੰ ਇਹ ਵਿਚਾਰਨ ਦੀ ਲੋੜ ਹੀ ਨਹੀਂ ਰਹੀ ਹੋਈ ਕਿ ਗੁਰੂ ਨਾਨਕ ਦੇਵ ਜੀ ਕਿਹਨਾਂ ਦੁਸ਼ਮਣਾਂ ਨੂੰ ਮਾਰਨ ਵਾਸਤੇ ਕਿਸ ਪ੍ਰਕਾਰ ਦੇ ਸ਼ਾਸਤਰਾਂ ਨਾਲ ਕਿਸ ਦੇ ਵਿਰੁੱਧ ਜੂਝਣ ਦੀ ਸਿੱਖਿਆ ਦਿੰਦੇ ਹਨ। ਹੇ ਗੁਰੂ ਨਾਨਕ ਦੇ ਸਿੱਖ ਜੀਓ, ਕਦੇ ਇਹਨਾਂ ਪ੍ਰਸ਼ਨਾਂ ਦਾ ਉੱਤਰ ਵੀ ਆਪਣੀ ਅਖਬਾਰ ਦਾ ਭਾਗ ਬਣਾ ਦਿਆ ਕਰੋ। ਕਾਮ ਕ੍ਰੋਧ ਅਹੰਕਾਰ ਨਿਵਾਰੇ, ਤਸਕਰ ਪੰਜ ਸ਼ਬਦ ਸੰਘਾਰੇ। ਗਿਆਨ ਖੜਗ ਲੈ ਮਨ ਸਿਉ ਲੂਝੈ, ਮਨਸਾ ਮਨੇ ਸਮਾਈ ਹੈ। ਪੰਨਾ 1022। ਅਰਥ, ਗੁਰੂ ਦੀ ਸ਼ਰਨ ਪੈ ਕੇ ਜਿਹੜਾ ਮਨੁੱਖ ਆਪਣੇ ਅੰਦਰੋਂ ਕਾਮ ਕ੍ਰੋਧ ਹੰਕਾਰ ਨੂੰ ਨਿਵਾਰਦਾ ਹੈ, ਭਾਵ ਦੂਰ ਕਰਦਾ ਹੈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਕਾਮਾਦਿਕ ਪੰਜ ਤਸਕਰਾਂ ਭਾਵ ਆਤਮਿਕ ਜੀਵਨ ਚੁਰਾਉਣ ਵਾਲੇ ਚੋਰਾਂ ਨੂੰ ਮਾਰਦਾ ਹੈ, ਗੁਰੂ ਤੋਂ ਮਿਲੇ ਗਿਆਨ ਦੀ ਖੜਗ ਭਾਵ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ, ਉਸ ਦੇ ਮਨ ਦੇ ਮਾਇਕ ਫੁਰਨੇ ਮਨ ਦੇ ਵਿੱਚ ਹੀ ਮੁੱਕ ਜਾਂਦੇ ਹਨ, ਭਾਵ ਮਨ ਵਿੱਚ ਮਾਇਕ ਫੁਰਨੇ ਉੱਠਦੇ ਹੀ ਨਹੀਂ। ਗੁਰਮਤਿ ਦਾ ਆਜ਼ਾਦ ਮਨੁੱਖ ਉਹ ਹੈ ਜੋ ਨਿਰਭਉ ਨਿਰਵੈਰ, ਧੀਰਜਵਾਨ ਸੰਤੋਖੀ, ਖਿਮਾ ਦਾ ਪੁਤਲਾ, ਗਰੀਬਾਂ ਨਿਤਾਣਿਆਂ ਦਾ ਹਮਦਰਦ, ਨਿਮਰਤਾ ਦਾ ਨਮੂਨਾ, ਹਰ ਪੱਖੋਂ ਸੁੱਚ ਆਚਾਰ ਦੀ ਰੰਗਣਾਂ ਦੀਆਂ ਡਲਕਾਂ ਮਾਰਦਾ ਅਨਮੋਲ ਹੀਰਾ, ਜਿਸ ਦੀ ਆਭਾ ਨਾਲ ਸੰਸਾਰ ਵਿੱਚੋਂ ਪਾਪਾਂ ਅਪਰਾਧਾਂ ਵਾਲੀ ਅਗਿਆਨਤਾ ਦਾ ਹਨੇਰਾ ਮਿਟਦਾ ਹੋਵੇ। ਗਿਆਨ ਦਾ ਅਮੋਘ ਸ਼ਸਤਰ ਲੈ ਕੇ ਹੀ ਬਾਬਾ ਧਰਤ ਲੋਕਾਈ ਨੂੰ ਸੋਧਣ ਚੜ੍ਹਿਆ ਸੀ ਅਤੇ ਨਾਨਕ ਨਾਮ ਲੇਵਾ ਸਿੱਖਾਂ ਦੀ ਗਿਣਤੀ 2 ਕਰੋੜ ਤੱਕ ਪੁੱਜ ਗਈ ਸੀ। ਪ੍ਰਥਮ ਗੁਰੂ ਨਾਨਕ ਨਿਰੰਕਾਰੀ ਦਾ ਪੱਕਾ ਅਤੇ ਸਦੀਵੀ ਸਿਧਾਂਤ ਨਿਰਵੈਰਤਾ ਅਤੇ ਖਿਮਾ ਹੈ। ਵਾਹ ਵਾਹ ਵੈਰ ਨ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਵੈਰ ਵਿਰੋਧ ਮਿਟੇ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਪੰਨਾ 259। ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ। ਪੰਨਾ 942। ਅਰਥ, ਗੁਰਮੁਖ ਭਾਵ ਜਿਹੜਾ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਉਸ ਨੂੰ ਘੱਟ ਘੱਟ ਵਿੱਚ ਵਸਦੇ ਸਰਬ ਵਿਆਪਕ ਪਰਮਾਤਮਾ ਦੀ ਪਛਾਣ ਆ ਜਾਂਦੀ ਹੈ। ਉਹ ਪ੍ਰਭੂ ਦੇ ਪਿਆਰ ਵਿੱਚ ਅਜਿਹਾ ਰੰਗਿਆ ਜਾਂਦਾ ਹੈ ਕਿ ਹਰ ਥਾਂ ਉਸ ਨੂੰ ਪ੍ਰਭੂ ਹੀ ਵਿਆਪਕ ਦਿਸਦਾ ਹੈ। ਇਸ ਕਾਰਨ ਉਹ ਦੂਜਿਆਂ ਨਾਲ ਵੈਰ ਵਿਰੋਧ ਦੀ ਗਣਤ ਰੱਖਣੀ ਭਾਵ ਕਿਸੇ ਵਿਰੁੱਧ ਕਿਸੇ ਵੈਰ ਦਾ ਕੋਈ ਲਿਖਤੀ ਜਾਂ ਜ਼ਬਾਨੀ ਹਿਸਾਬ ਰੱਖਣਾ ਭੁੱਲ ਜਾਂਦਾ ਹੈ। ਗੁਰ ਪ੍ਰਸਾਦ ਲਾਗੇ ਨਾਮ ਸੁਆਦ, ਕਾਹੇ ਜਨਮ ਗਵਾਵੋ ਵੈਰਵਾਦ। ਪੰਨਾ 1176। ਅਰਥ, ਹੇ ਭਾਈ, ਗੁਰੂ ਦੀ ਸ਼ਰਨ ਲਵੋ, ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਨਾਮ ਦੇ ਸਵਾਦ ਭਾਵ ਨਾਮ ਦੇ ਰਸ ਵਿੱਚ ਲੱਗ ਸਕੀਦਾ ਹੈ। ਐਵੇਂ ਵੈਰ ਵਿਰੋਧ ਵਿੱਚ ਕਿਉਂ ਆਪਣੀ ਜ਼ਿੰਦਗੀ ਗਵਾ ਰਹੇ ਹੋ। ਮਨ ਤਨ ਵਸਿਆ ਸੱਚਾ ਸੋਈ, ਬਿਖੜਾ ਥਾਂ ਨ ਦਿਸੇ ਕੋਈ। ਦੂਤ ਦੁਸ਼ਮਣ ਸਭ ਸੱਜਣ ਹੋਏ, ਏਕੋ ਸੁਆਮੀ ਆਹਿਆ ਜੀਓ। ਪੰਨਾ 107। ਭਾਵ ਜਿਸ ਮਨੁੱਖ ਨੂੰ
ਆਪਣੇ ਮਨ ਅਤੇ ਤਨ ਵਿੱਚ ਵਸਦੇ ਪ੍ਰਭੂ ਦੇ ਦਰਸ਼ਨ ਹੋ ਜਾਣ ਅਤੇ ਉਹ ਉਸ ਵਾਹਿਗੁਰੂ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਜਾਵੇ, ਤਾਂ ਉਸ ਨੂੰ ਨਾ ਕੋਈ ਦੂਤ, ਕੋਈ ਦੋਖੀ ਅਤੇ ਨਾ ਕੋਈ ਦੁਸ਼ਮਣ ਨਜ਼ਰ ਆਉਂਦਾ ਹੈ। ਉਸ ਨੂੰ ਹਰ ਪਾਸੇ ਸੱਜਣ ਹੀ ਸੱਜਣ ਨਜ਼ਰ ਆਉਂਦੇ ਹਨ। ਗੁਰਦੇਵ ਜੀ ਦਾ ਫਰਮਾਨ ਹੈ, ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੈ ਕਾਲਮਲ। ਪੰਨਾ 108। ਭਾਵ, ਹੇ ਪ੍ਰਭੂ, ਤੇਰੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਹੈ। ਇਸ ਕਾਰਨ ਤੇਰੀ ਭਗਤੀ ਕਰਨ ਵਾਲੇ ਤੇਰੇ ਸੰਤ ਵੀ ਵੈਰ ਆਦਿਕ ਦੀ ਮੈਲ ਤੋਂ ਰਹਿਤ ਹਨ। ਤੇਰੇ ਉਹਨਾਂ ਸੰਤ ਜਨਾਂ ਦੇ ਦਰਸ਼ਨ ਕੀਤਿਆਂ ਤਾਂ ਹੋਰਨਾਂ ਦੇ ਵੀ ਕਾਲਮਲ ਭਾਵ ਦੂਰ ਹੋ ਜਾਂਦੇ ਹਨ, ਕਿਉਂਕਿ ਅਜਿਹੇ ਨਾਮ ਰਸੀਏ ਗੁਰਮੁਖ ਜਨਾਂ ਦੀ ਅਵਸਥਾ ਤਾਂ ਹੋ ਹੀ ਇਹ ਜਾਂਦੀ ਹੈ ਕਿ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ। ਉਹ ਆਪ ਤਰਿਆ ਕੋਟੰਬ ਸਿਉ ਸਭ ਜਗਤ ਤਰਾਈ। ਉਨ ਹਰਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ। ਉਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ। ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ। ਉਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਭਾਈ। ਹੋਆ ਉਹੀ ਅਲ ਜਗ ਮੈਂ ਗੁਰ ਗਿਆਨ ਜਪਾਈ। ਪੂਰਬ ਲਿਖਿਆ ਪਾਇਆ ਹਰ ਸਿਉ ਵਣ ਆਈ। ਪੰਨਾ 1100। ਕਿੱਡੇ ਅਨਰਥ ਵਾਲੀ ਗੱਲ ਹੈ ਕਿ ਇੱਕ ਪਾਸੇ ਬਾਬਾ ਜੀ ਨੂੰ ਸੰਤ ਵੀ ਲਿਖੀ ਜਾ ਰਹੇ ਹਨ ਅਤੇ ਨਾਲ ਹੀ ਉਹਨਾਂ ਨੂੰ ਵੈਰ ਵਿਰੋਧ ਵਾਲੀ ਘਟੀਆ ਭਾਸ਼ਾ ਨਾਲ ਵੀ ਜੋੜੀ ਜਾ ਰਹੇ ਹਨ। ਸੰਤਾਂ ਮਹਾਂਪੁਰਖਾਂ ਦੇ ਤਾਂ ਸਗੋਂ ਰੋਮ ਰੋਮ ਵਿੱਚੋਂ ਇਹ ਧੁਨੀ ਸੁਣਾਈ ਦਿੰਦੀ ਹੋਣੀ ਹੈ। ਤਿਸ ਗੁਰ ਕੈ ਗ੍ਰਹਿ ਪੀਸੋ ਨੀਤ, ਜਿਸ ਪ੍ਰਸਾਦ ਵੈਰੀ ਸਭ ਮੀਤ। ਪੰਨਾ 240। ਵੈਰ ਵਿਰੋਧ ਨੂੰ ਸਦਾ ਲਈ ਖਤਮ ਕਰ ਦੇਣ ਵਾਲਾ ਗੁਰਮਤਿ ਦਾ ਦੂਜਾ ਸਿਧਾਂਤ ਖਿਮਾ ਹੈ। ਖਿਮਾ ਗਹੀ ਬ੍ਰਤ ਸੀਲ ਸੰਤੋਖੰ, ਰੋਗ ਨਾ ਵਿਆਪੈ ਨਾ ਜਮ ਦੋਖੰ। ਮੁਕਤ ਭਏ ਪ੍ਰਭ ਰੂਪ ਨਾ ਰੇਖੰ। ਪੰਨਾ 223। ਅਰਥ, ਪ੍ਰਭੂ ਦਾ ਭਗਤ ਖਿਮਾ ਗੁਣ ਦਾ ਧਾਰਨੀ ਹੁੰਦਾ ਹੈ। ਭਾਵ ਉਹ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਅ ਬਣਾਉਂਦਾ ਹੈ। ਸੀਲ ਭਾਵ ਮਿੱਠਾ ਸੁਭਾਅ ਤੇ ਸੰਤੋਖ ਦਾ ਬ੍ਰਤ ਰੱਖਦਾ ਹੈ। ਭਾਵ ਸੰਤੋਖ ਅਤੇ ਮਿੱਠਾ ਬੋਲਣਾ ਉਸ ਦੇ ਨਿਤ ਦੇ ਕਰਮ ਹਨ। ਪ੍ਰਭੂ ਦੇ ਅਜਿਹੇ ਭਗਤ ਉੱਤੇ ਕਾਮਾਦਿਕ ਕੋਈ ਰੋਗ ਨਹੀਂ ਪਾ ਸਕਦਾ। ਉਸ ਨੂੰ ਮੌਤ ਦਾ ਵੀ ਡਰ ਨਹੀਂ ਹੁੰਦਾ। ਅਜਿਹੇ ਭਗਤ ਮੁਕਤ ਭਾਵ ਵਿਕਾਰਾਂ ਤੋਂ ਆਜ਼ਾਦ ਹੋ ਜਾਂਦੇ ਹਨ, ਕਿਉਂਕਿ ਉਹ ਰੂਪ ਰੇਖ ਰਹਿਤ ਪ੍ਰਭੂ ਦਾ ਰੂਪ ਹੋ ਜਾਂਦੇ ਹਨ। ਗੁਰ ਮਿਲਿਆ ਹਮ ਕੋ ਸਰੀਰ ਸੁਧ ਭਈ, ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ। ਬਿਨ ਸੇ ਕ੍ਰੋਧ ਖਿਮਾ ਗਹਿ ਲਈ। ਪੰਨਾ 233। ਅਰਥ, ਹੈ ਭਾਈ, ਗੁਰੂ ਨੂੰ ਮਿਲਣ ਦਾ ਲਾਭ ਇਹ ਹੋਇਆ ਹੈ ਕਿ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਰੱਖਣ ਦੀ ਸੂਝ ਆ ਗਈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਸ ਦੇ ਅੰਦਰੋਂ ਹਉਮੈ ਤੇ ਤ੍ਰਿਸ਼ਨਾ ਦੀ ਸਾਰੀ ਅੱਗ ਬੁਝ ਜਾਂਦੀ ਹੈ। ਉਸ ਦੇ ਅੰਦਰੋਂ ਕ੍ਰੋਧ ਮੁੱਕ ਜਾਂਦਾ ਹੈ। ਉਹ ਸਦਾ ਮਨੁੱਖਤਾ ਦਾ ਸ੍ਰੇਸ਼ਟ ਗੁਣ ਖਿਮਾ ਧਾਰੀ ਰੱਖਦਾ ਹੈ। ਖਿਮਾ ਵਿਹੂਣੇ ਖਪ ਗਏ ਖੂਹਣ ਲੱਖ ਅਸੰਖ, ਗਣ ਤਨਾ ਆਵੇ ਕਿਉਂ ਗਣੀ, ਖਪ ਖਪ ਮੂਏ ਬੇਸੰਖ। ਪੰਨਾ 937। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ। ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ, ਰਾਵੇ ਲਾਲ ਪਿਆਰੀ। ਪੰਨਾ 359। ਅਰਥ, ਜੇ ਜੀਵ ਇਸਤਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ। ਮੋਤੀਆਂ ਦੀ ਮਾਲਾ ਬਣਾਉਣ ਲਈ ਧਾਗੇ ਦੀ ਲੋੜ ਪੈਂਦੀ ਹੈ। ਜੇ ਸਵਾਸ ਦਾ ਸਿਮਰਨ ਮੋਤੀ ਪਰਾਉਣ ਲਈ ਧਾਗਾ ਬਣੇ, ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਅ ਖਿਮਾ ਨੂੰ ਜੀਵ ਇਸਤਰੀ ਸ਼ਿੰਗਾਰ ਬਣਾ ਕੇ ਆਪਣੇ ਸਰੀਰ ਉੱਤੇ ਪਹਿਨ ਲਏ, ਤਾਂ ਪਤੀ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ। ਗੁਰ ਕਾ ਸ਼ਬਦ ਮਨੇ ਮੈਂ ਮੁੰਦਰਾ, ਖਿੰਥਾ ਖਿਮਾ ਹੰਡਾਵੋ। ਜੋ ਕਿਛ ਕਰੈ ਭਲਾ ਕਰ ਮਾਨੋ, ਸਹਿਜ ਜੋਗ ਨਿਧ ਪਾਵੋ। ਪੰਨਾ 359। ਸੱਚ ਵਰਤ ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ। ਦਇਆ ਦੇਵਤਾ ਖਿਮਾ ਜਪ ਮਾਲੀ, ਤੇ ਮਾਨਸ ਪ੍ਰਧਾਨ। ਪੰਨਾ 1245। ਸੂਹਾ ਵੇਸ ਸਭ ਉਤਾਰ ਧਰੇ, ਗਲ ਪਹਿਰੇ ਖਿਮਾ ਸ਼ਿੰਗਾਰ। ਪੰਨਾ 786। ਜਿਸ ਦਸ਼ਮੇਸ਼ ਜੀ ਦੇ
ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਲੋਕਾਂ ਦੀਆਂ ਜਾਨਾਂ ਲੈਣ ਲਈ ਹਥਿਆਰ ਇਕੱਠੇ ਕਰਨ ਦਾ ਉਪਦੇਸ਼ ਅਤੇ ਹੋਰ ਕਈ ਕੁਝ ਬਾਬਾ ਜਰਨੈਲ ਸਿੰਘ ਜੀ ਦੇ ਮੂੰਹ ਵਿੱਚ ਪਾ ਕੇ ਅਖਬਾਰਾਂ ਨੂੰ ਚਾਰ ਚੰਦ ਲਾ ਸ਼ਾਇਦ ਵਿਕਰੀ ਵਧਾਉਣ ਦੇ ਯਤਨ ਵਿੱਚ ਰਹੇ ਹੋ। ਆਪ ਜੀ ਦਾ ਕੀ ਖਿਆਲ ਹੈ ਕਿ ਉਹਨਾਂ ਗਿਆਨੀ ਜਰਨੈਲ ਸਿੰਘ ਜੀ ਨੇ ਆਪਣੇ ਦਸ਼ਮੇਸ਼ ਜੀ ਦਾ ਇਹ ਬਚਨ ਨਹੀਂ ਪੜ੍ਹਿਆ ਹੋਵੇਗਾ? ਅਲਪ ਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਹਾਜ਼ਰਾ ਹਜ਼ੂਰ ਸਰਬ ਗੁਣਾ ਭਰਪੂਰ ਦਸਾਂ ਗੁਰਾਂ ਦੀ ਜਾਗਤ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਸਪਸ਼ਟ ਰੂਪ ਵਿੱਚ ਫਰਮਾਨ ਕਰਦੇ ਹਨ ਕਿ ਪਰਮਾਤਮਾ ਹੈ ਹੀ ਉਸ ਹਿਰਦੇ ਵਿੱਚ ਜਿੱਥੇ ਖਿਮਾ ਹੈ, ਭਾਵ ਖਿਮਾ ਵਿਹੀਨ ਹਿਰਦੇ ਵਿੱਚ ਵਾਹਿਗੁਰੂ ਦਾ ਨਿਵਾਸ ਨਹੀਂ ਹੋ ਸਕਦਾ, ਤੇ ਜਿੱਥੇ ਰੱਬ ਨਹੀਂ ਉੱਥੇ ਸੰਤਤਾਈ ਨਹੀਂ। ਸਪਸ਼ਟ ਹੈ ਕਿ ਮਾਰ ਕੁਟਾਈ ਵਾਲੀਆਂ ਗੱਲਾਂ ਸੰਤਾਂ ਦੇ ਪਾਵਨ ਨਾਮ ਨਾਲ ਝੂਠੀਆਂ ਜੋੜੀਆਂ ਜਾ ਰਹੀਆਂ ਹਨ। ਕਬੀਰਾ ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ, ਜਹਾਂ ਲੋਭ ਤਹਿ ਕਾਲ ਹੈ, ਜਹਾਂ ਖਿਮਾ ਤਹਿ ਆਪ। ਪੰਨਾ 1372। ਹਥਿਆਰ ਇਕੱਤਰ ਕਰਨੇ ਅਤੇ ਪੂਰੇ ਤਰੀਕੇ ਨਾਲ ਚਾਟੇ ਛਕਾਉਣ ਦੀ ਗੱਲ ਕਰਨ ਦਾ ਢੰਗ ਤਾਂ ਬਾਬਾ ਜੀ ਨੇ ਕਦੇ ਸਿਆਸੀ ਭਾਸ਼ਣਾਂ ਸਮੇਂ ਵੀ ਨਹੀਂ ਵਰਤਿਆ ਹੋਣਾ। ਗੁਰਬਾਣੀ ਦੇ ਗਿਆਤਾ ਗੁਰੂ ਸਾਹਿਬ ਦੇ ਸਾਰੇ ਹੁਕਮਾਂ ਤੋਂ ਜਾਣੂ ਸਨ ਅਤੇ ਸੁਣਿਆ ਹੈ, ਉਂਝ ਹੈ ਵੀ ਪੂਰੇ ਸੰਤ ਸਨ। ਕਦੇ ਸੰਤਾਂ ਨੇ ਵੀ ਆਪਣਾ ਸੀਤਲਤਾ ਵਾਲਾ ਸੁਭਾਅ ਤਿਆਗਿਆ ਹੈ। ਗੁਰਬਾਣੀ ਦਾ ਫਰਮਾਨ ਹੈ ਕਿ ਚੰਦਨ ਦੇ ਰੁੱਖ ਨੂੰ ਸੈਂਕੜੇ ਜ਼ਹਿਰੀ ਸੱਪ ਚਿੰਬੜੇ ਹੁੰਦੇ ਹਨ, ਪਰ ਉਹ ਆਪਣੀ ਸੀਤਲਤਾ ਨਹੀਂ ਗੁਆਉਂਦਾ। ਉਸੇ ਤਰ੍ਹਾਂ ਸੰਤ ਨੂੰ ਭਾਵੇਂ ਕਰੋੜਾਂ ਅਸੰਤ ਭਾਵ ਮੰਦੇ ਮਨੁੱਖ ਘੇਰਾ ਆ ਪਾਉਣ, ਸੰਤ ਆਪਣੇ ਸੰਤਤਾਈ ਵਾਲੇ ਸੁਭਾਅ ਨੂੰ ਨਹੀਂ ਤਿਆਗਦਾ। ਕਬੀਰ ਸੰਤ ਨਾ ਛਾਡੇ ਸੰਤਈ, ਜੋ ਕੋਟਕ ਮਿਲੇ ਅਸੰਤ, ਮਲਿਆਗਰ ਭਯੰਗਮ ਬੇੜਿਓ, ਤਾਂ ਸੀਤਲਤਾ ਨਾ ਤਜੰਤ। ਪੰਨਾ 1373। ਉਂਝ ਵੀ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਆਰੰਭੇ ਗਏ ਸਿਆਸੀ ਘੋਲ ਵਿੱਚ ਸਟੇਜਾਂ ਤੋਂ ਬੋਲੇ ਗਏ ਬਚਨਾਂ ਦੇ ਪ੍ਰਭਾਵ ਹੇਠ ਆ ਕੇ ਗੁਰੂ ਦੀ ਸਿੱਖਿਆ ਨੂੰ ਭੁੱਲਣਾ ਕੌਮੀ ਬਦਕਿਸਮਤੀ ਹੈ। ਸੰਤ ਜੀ ਅਜਿਹੀ ਭੁੱਲ ਕਦੇ ਕਰ ਹੀ ਨਹੀਂ ਸਨ ਸਕਦੇ। ਗੁਰੂ ਦਾ ਅਟਲ ਬਚਨ ਹੈ ਕਿ ਜਦੋਂ ਵੀ ਖਾਲਸਾ ਨਿਆਰੇ ਚੱਲਣ ਦਾ ਵਾਰਸ ਬਣ ਜਾਏਗਾ, ਤੇਜ ਪ੍ਰਤਾਪ ਉਦੋਂ ਹੀ ਥਾਲੀ ਵਿੱਚ ਟਿਕਿਆ ਹੋਇਆ ਪੇਸ਼ ਹੋ ਜਾਵੇਗਾ। ਖਾਲਸੇ ਨੂੰ ਤੇਜ ਪ੍ਰਤਾਪ ਮਿਲਿਆ ਹੀ ਇਸੇ ਸ਼ਰਤ 'ਤੇ ਸੀ, ਜਬ ਲਗ ਖਾਲਸਾ ਰਹੇ ਨਿਆਰਾ, ਸਿਰਫ ਤਬ ਲਗ ਤੇਜ ਦਿਓ ਮੈਂ ਸਾਰਾ। ਗੁਰਦੇਵ ਦੇ ਬਚਨਾਂ ਦੀ ਮਹੱਤਤਾ ਨੂੰ ਨਾ ਸਮਝਣਾ ਅਤੇ ਆਪਣੀ ਮੱਤ ਨੂੰ ਸ੍ਰੇਸ਼ਟ ਸਮਝਣ ਦਾ ਸਿੱਧਾ ਅਰਥ ਧੱਕੇ ਖਾਣਾ ਹੁੰਦਾ ਹੈ। ਗੁਰੂ ਦਾ ਚਿਤਵਿਆ ਤਖਤ ਉਸ ਨੂੰ ਹੀ ਮਿਲੇਗਾ ਜੋ ਉਸ ਤਖਤ ਦੇ ਲਾਇਕ ਹੋਵੇਗਾ, ਅਤੇ ਫਿਰ ਜਿਹੜਾ ਉਸ ਤਖਤ 'ਤੇ ਬੈਠ ਜਾਵੇਗਾ ਉਸ ਨੂੰ ਦੋਹਾਂ ਜਹਾਨਾਂ ਵਿੱਚ ਆਦਰ ਮਿਲੇਗਾ। ਤਖਤ ਬਹਿ ਤਖਤੇ ਕੀ ਲਾਇਕ, ਪੰਚ ਸਮਾਏ ਗੁਰਮਤਿ ਪਾਇਕ, ਆਦ ਜੋ ਗਾਦੀ ਹੈ ਵੀ ਹੋਸੀ, ਸਹਸਾ ਭਰਮ ਚੁਕਾਇਆ, ਤਖਤ ਸਲਾਮ ਹੋਵੇ ਦਿਨ ਰਾਤੀ, ਇਹ ਸਾਚ ਵਡਾਈ ਗੁਰਮਤਿ ਲਿਵ ਜਾਤੀ। ਨਾਨਕ ਆਰਾਮ ਜਪੋ ਤਰ ਤਾਰੀ, ਹਰ ਅੰਤ ਸਖਾਈ ਪਾਇਆ। ਪੰਨਾ 1039। ਅਤੇ ਆਪਣੇ ਤੀਸਰੇ ਸਰੂਪ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਤਖਤ ਦੇ ਮਾਲਕਾਂ ਦੀ ਤਸਵੀਰ ਇਸ ਪਾਵਨ ਅਤੇ ਅਨਮੋਲ ਬਚਨ ਦੁਆਰਾ ਸਮਝਾਈ। ਤਖਤ ਰਾਜਾ ਸੋਭ ਹੈ, ਜੇ ਤਖਤੇ ਲਾਇਕ ਹੋਈ, ਜਿਨੀ ਸੱਚ ਪਛਾਣਿਆ ਸੱਚ ਰਾਜੇ ਸੇ। ਇਹ ਭੂਪਤ ਰਾਜੇ ਨਾ ਆਖੀਐ, ਦੂਜੇ ਭਾਏ ਦੁਖ ਹੋਈ, ਕੀਤਾ ਕਿਆ ਸਲਾਹੀਐ, ਜਿਸ ਜਾਂਦੇ ਬਿਲਮ ਨਾ ਹੋਈ। ਨਿਹਚਲ ਸੱਚਾ ਏਕ ਹੈ, ਗੁਰਮੁਖ ਬੂਝੈ ਸੋ ਨਿਹਚਲ ਹੋਈ। ਪੰਨਾ 1088। ਇਸ ਵਿੱਚ ਜਰਾ ਸੰਦੇਹ ਨਹੀਂ ਕਿ ਜਦ ਖਾਲਸਾ ਤਖਤ ਦੇ ਲਾਇਕ ਸੀ, ਉਸ ਸਮੇਂ ਗੁਰੂ ਪਿਤਾ ਨੇ ਖਾਲਸੇ ਨੂੰ ਸਾਰੇ ਤੇਜ ਪ੍ਰਤਾਪ ਵਾਲਾ ਸ਼ਕਤੀਸ਼ਾਲੀ ਰਾਜ ਬਖਸ਼ਿਆ ਸੀ। ਕਲਗੀਧਰ ਦੇ ਬਚਨਾਂ ਦਾ ਪਹਿਲਾ ਹਿੱਸਾ ਕਿ ਨਿਆਰੇ ਖਾਲਸੇ ਨੂੰ ਸਾਰਾ ਤੇਜ ਪ੍ਰਤਾਪ ਦਿੱਤਾ ਜਾਵੇਗਾ, ਅੱਖਰ ਅੱਖਰ ਪੂਰਾ ਹੋਇਆ ਅਤੇ ਸਾਰੇ ਜਗਤ ਨੇ ਦੇਖਿਆ ਸੀ। ਸਾਰੇ ਭਾਰਤ ਦੀ ਆਜ਼ਾਦੀ ਦਾ ਫੱਕਾ ਮਾਰ ਲੈਣ ਵਾਲਾ ਫਿਰੰਗੀ ਸਤਲੁਜ ਦਰਿਆ 'ਤੇ ਪੁੱਜਾ ਤਾਂ ਖਾਲਸੇ ਦਾ ਤੇਜ ਪ੍ਰਤਾਪ ਦੇਖ ਕੇ ਠਠੰਬਰ ਗਿਆ ਸੀ।
ਅਤੇ ਖਾਲਸੇ ਨਾਲ ਸੰਧੀ ਕਰ ਲੈਣ ਵਿੱਚ ਆਪਣੀ ਭਲਾਈ ਮੰਨੀ ਸੀ। ਪਰ ਇਹ ਤੇਜ ਪ੍ਰਤਾਪ ਉਨਾ ਚਿਰ ਹੀ ਰਹਿਣ ਦੀ ਸ਼ਰਤ ਸੀ ਜਿੰਨਾ ਚਿਰ ਖਾਲਸੇ ਨੇ ਗੁਰੂ ਦਾ ਬਖਸ਼ਿਆ ਆਪਣਾ ਨਿਆਰਾ ਸਿਧਾਂਤ ਅਤੇ ਨਿਆਰਾ ਆਚਰਣ ਸਾਂਭੀ ਰੱਖਣਾ ਸੀ। ਅਰਥਾਤ ਆਚਰਣ ਦੇ ਡਿੱਗਦਿਆਂ ਹੀ ਤੇਜ ਪ੍ਰਤਾਪ ਖੁੱਸ ਜਾਣ ਵਾਲਾ ਬਚਨ ਵੀ ਉਸੇ ਕਲਗੀਧਰ ਦਾ ਸੀ ਜਿਸ ਦੇ ਬਚਨ ਅਨੁਸਾਰ ਤਾਜ ਤਖਤ ਮਿਲਿਆ ਸੀ। ਗੁਰਬਾਣੀ ਦਾ ਮਹਾਂਵਾਕ ਹੈ, ਮਾਈ ਸਤ 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 ਹਰ ਸਤ 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 ਸਾਧਾ, ਬਚਨ ਗੁਰੂ ਜੋ ਪੂਰੇ ਕਹਿਓ, ਮੈਂ ਸ਼ੀਕ ਗਾਂਠਰੀ ਬਾਂਧਾ। ਪੰਨਾ 1204। ਅਰਥ, ਹੇ ਮੇਰੇ ਨਾਲ ਪਿਆਰ ਕਰਨ ਵਾਲੀ ਅਤੇ ਮੇਰੇ ਭਵਿੱਖ ਦੀ ਚਿੰਤਾ ਕਰਨ ਵਾਲੀ ਮੇਰੀ ਮਾਤਾ, ਮੈਨੂੰ ਸਮਝ ਆ ਗਈ ਸੀ ਕਿ ਜਿਵੇਂ ਪਰਮਾਤਮਾ ਸਤ ਸਰੂਪ ਹੈ, ਭਾਵ ਸਦਾ ਅਟਲ ਰਹਿਣ ਵਾਲੇ ਪਰਮਾਤਮਾ ਦਾ ਸਾਧ ਭਾਵ ਗੁਰੂ ਨਾਨਕ ਵੀ ਅਟਲ ਆਤਮਿਕ ਜੀਵਨ ਵਾਲਾ ਹੈ। ਇਹੋ ਕਾਰਨ ਹੈ ਕਿ ਮੈਂ ਆਪਣੇ ਗੁਰੂ ਦਾ ਕਿਹਾ ਹਰ ਬਚਨ ਬੜਾ ਘੁੱਟ ਕੇ ਪੱਲੇ ਬੰਨ੍ਹ ਲਿਆ ਹੈ, ਕਿਉਂਕਿ ਪਹਾੜ, ਧਰਤੀ, ਪਾਣੀ, ਹਵਾ ਸਭ ਕੁਝ ਨਾਸ਼ਵੰਤ ਹੈ, ਪਰ ਮੇਰੇ ਗੁਰੂ ਦਾ ਅਨਮੋਲ ਬਚਨ ਸਦਾ ਅਟਲ ਹੈ। ਗਿਰ ਬਸੁਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਪੰਨਾ 1204। ਪਰ ਅਸਾਂ ਗੁਰੂ ਦੇ ਬਚਨ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ ਦੀ ਮੁਹਾਰਨੀ ਤਾਂ ਬੋਲੀ, ਪਰ ਇਹ ਨਾ ਸਮਝਿਆ ਕਿ ਇਸੇ ਬਚਨ ਦੀ ਅਟਲਤਾ ਨੂੰ ਭੁੱਲ ਜਾਣ ਕਾਰਨ ਸਭ ਕੁਝ ਗਵਾਇਆ ਹੈ ਅਤੇ ਹੋਰ ਗਵਾਈ ਜਾ ਰਹੇ ਹਾਂ। ਗੁਰਦੇਵ ਜੀ ਦੀ ਅੰਤਰਆਤਮਾ ਵਾਲੀ ਦਿਵਯ ਦ੍ਰਿਸ਼ਟੀ ਨੇ ਵੇਖ ਲਿਆ ਸੀ ਕਿ ਖਾਲਸੇ ਦੇ ਉੱਚੇ ਅਤੇ ਸੁੱਚੇ ਆਚਰਣ ਨੂੰ ਜੇ ਕੋਈ ਖਤਮ ਕਰਨ ਵਾਲਾ ਰੋਗ ਸੰਸਾਰ ਵਿੱਚ ਹੈ ਤਾਂ ਕੇਵਲ ਅਤੇ ਕੇਵਲ ਵਿਪਰਨ ਕੀ ਰੀਤ ਹੀ ਹੈ। ਤਾਂ ਗੁਰਦੇਵ ਜੀ ਨੇ ਅਨਮੋਲ ਬਚਨ ਦੇ ਦੂਜੇ ਹਿੱਸੇ ਦਾ ਮੁੱਖ ਵਾਕ ਇਹ ਹੋਇਆ, ਜਬ ਇਹ ਗਹੈ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਖਾਲਸੇ ਨੇ ਅੱਜ ਤਾਈਂ ਵੀ ਇਸ ਬਚਨ ਦੀ ਮਹੱਤਤਾ ਨਹੀਂ ਸਮਝੀ, ਪਰ ਬਿਪਰ ਜੀ ਨੇ ਤਾਂ ਉਸੇ ਸਮੇਂ ਤੋਂ ਹੀ ਗੁਰੂ ਦੇ ਇਸ ਅਨਮੋਲ ਮਹਾਂਵਾਕ ਦੀ ਮਹੱਤਤਾ ਨੂੰ ਸਮਝ ਲਿਆ ਸੀ। ਬ੍ਰਾਹਮਣ ਸਮਝ ਗਿਆ ਸੀ ਕਿ ਖਾਲਸੇ ਦੇ ਤੇਜ ਪ੍ਰਤਾਪ ਨੂੰ ਵੀ ਉਸ ਦੀ ਉਸੇ ਰੀਤ ਨੇ ਖਤਮ ਕਰਨਾ ਹੈ ਜਿਸ ਦੀ ਸਹਾਇਤਾ ਨਾਲ ਉਸਨੇ ਬੁੱਧ ਧਰਮ ਦਾ ਸੈਂਕੜੇ ਸਾਲਾਂ ਵਾਲਾ ਵਿਸ਼ਾਲ ਰਾਜ ਖੇਹ ਵਿੱਚ ਰਲਾ ਕੇ ਰੱਖ ਦਿੱਤਾ ਸੀ। ਮੌਕਾ ਤਾੜ ਕੇ ਆਪਣੀ ਪੱਤਰੀ ਦੀ ਸਹਾਇਤਾ ਨਾਲ ਖਾਲਸੇ ਦੇ ਰਾਜ ਮਹਿਲਾਂ ਵਿੱਚ ਜਾ ਵੜਿਆ। ਪੱਤਰੀ ਵਾਚ ਕਰ ਸ਼ੁਭ ਮਹੂਰਤ ਦਾ ਪਤਾ ਕਰ ਲੈਣ ਦਾ ਭਰਮ ਮਹਾਰਾਜੇ ਨੂੰ ਬਹੁਤ ਸੀ। ਸਿੱਖੀ ਦੇ ਪੱਕੇ ਅਤੇ ਅਸਲ ਦੁਸ਼ਮਣ ਚਲਾਕ ਬ੍ਰਾਹਮਣ ਨੇ ਮਹਾਰਾਜੇ ਨੂੰ ਆਪਣੇ ਵੇਦਾਂ ਪੁਰਾਣਾਂ ਵਿਚਲੀਆਂ ਉਹ ਕਥਾ ਕਹਾਣੀਆਂ ਸੁਣਾਉਣੀਆਂ ਆਰੰਭ ਕੀਤੀਆਂ ਜਿਨ੍ਹਾਂ ਵਿੱਚ ਦੇਵਤਿਆਂ ਨੂੰ ਕਈ ਪ੍ਰਕਾਰ ਦੀਆਂ ਆਚਰਣਹੀਣ ਹਰਕਤਾਂ ਕਰਦੇ ਦਰਸਾਇਆ ਗਿਆ ਹੋਇਆ ਸੀ। ਮਹਾਰਾਜੇ ਦੀ ਤਸੱਲੀ ਕਰਾਣੀ ਆਰੰਭ ਕਰ ਦਿੱਤੀ ਕਿ ਰਾਜੇ ਮਹਾਰਾਜੇ ਈਸ਼ਵਰ ਹੁੰਦੇ ਹਨ, ਇਸ ਲਈ ਰਾਜੇ ਨਿਹਕਲੰਕ ਹੁੰਦੇ ਹਨ। ਆਪਣੀ ਦਲੀਲ ਦੀ ਪੁਸ਼ਟੀ ਵਿੱਚ ਵਾਲਮੀਕ ਰਾਮਾਇਣ ਦੇ ਬਾਲ ਕਾਂਡ ਦਾ 45ਵਾਂ ਅਧਿਆਇ ਪੜ੍ਹ ਕੇ ਸੁਣਾਇਆ, ਜਿਸ ਵਿੱਚ ਲਿਖਿਆ ਹੈ ਕਿ ਸੁਰਾ ਭਾਵ ਸ਼ਰਾਬ ਪੀਣ ਤੋਂ ਹੀ ਦੇਵਤੇ ਸੁਰ ਕਹਾਏ ਸਨ। ਫਿਰ ਉਸੇ ਗ੍ਰੰਥ ਦਾ 52ਵਾਂ ਕਾਂਡ ਪੜ੍ਹ ਕੇ ਸੁਣਾਇਆ, ਜਿਸ ਵਿੱਚ ਲਿਖਿਆ ਹੈ ਕਿ ਬਨਵਾਸ ਨੂੰ ਜਾਂਦੇ ਸਮੇਂ ਸੀਤਾ ਜੀ ਨੇ ਗੰਗਾ ਮਈਆ ਦੇ ਸੁਖਣਾ ਕੀਤੀ ਸੀ ਕਿ ਜੇ ਰਾਮ ਬਨਵਾਸ ਤੋਂ ਮੁੜ ਕੇ ਅਯੁੱਧਿਆ ਦਾ ਰਾਜਾ ਬਣ ਗਿਆ ਤਾਂ ਉਹ ਸੀਤਾ ਗੰਗਾ ਦੇ ਕੰਢੇ 'ਤੇ ਵਸਦੇ ਬ੍ਰਾਹਮਣਾਂ ਨੂੰ 1000 ਗਊਆਂ ਦੇਵੇਗੀ ਅਤੇ 1000 ਘੜਾ ਸ਼ਰਾਬ ਦਾ ਭੇਟਾ ਕਰੇਗੀ। ਮਹਾਨ ਕੋਸ਼ ਪੰਨਾ 219। ਫਿਰ ਸ੍ਰੀ ਮਦ ਭਾਗਵਤ ਪੁਰਾਣ ਦੇ ਸਕੰਦ 10 ਦੇ 22ਵੇਂ ਅਧਿਆਇ ਵਿੱਚੋਂ ਬੀਬੀਆਂ ਦੇ ਚੀਰ ਹਰਨ ਵਾਲੀਆਂ ਕ੍ਰਿਸ਼ਨ ਭਗਵਾਨ ਦੀਆਂ ਲੀਲਾ ਵਾਲੀਆਂ ਸਾਖੀਆਂ ਜੋ ਲਿਖੀਆਂ ਉਹ ਸੁਣਾਈਆਂ ਕਿ ਪਿੰਡ ਦੀਆਂ ਧੀਆਂ ਭੈਣਾਂ ਨੂੰ ਨਗਨ ਹਾਲਤ ਵਿੱਚ ਪਾਣੀ ਤੋਂ ਬਾਹਰ ਆਉਣ ਲਈ ਮਜਬੂਰ ਕੀਤਾ ਅਤੇ ਉਹਨਾਂ ਦੀਆਂ ਕੁੱਖਾਂ ਹਰੀਆਂ ਕੀਤੀਆਂ। ਫਿਰ ਮਹਾਰਾਜਾ ਸਾਹਿਬ 'ਤੇ ਹੋਰ ਮਾਰੂ ਪ੍ਰਭਾਵ ਪਾਉਣ ਵਾਸਤੇ ਉਹਨਾਂ ਦੀ ਕਲਗੀਧਰ ਪਿਤਾ ਜੀ ਪ੍ਰਤੀ ਅਥਾਹ ਸ਼ਰਧਾ ਨੂੰ ਵਰਤਿਆ। ਕਿਸੇ ਬ੍ਰਾਹਮਣ ਸਿਆਮ ਕਵੀ ਦਾ ਲਿਖਿਆ ਕ੍ਰਿਸ਼ਨਾਵਤਾਰ ਜੋ ਬ੍ਰਾਹਮਣ ਦੀ ਹੀ ਕੁਟਲ ਨੀਤੀ ਕਾਰਨ ਜੋ ਸ੍ਰੀ ਦਸਮ ਗ੍ਰੰਥ ਦਾ ਉੱਘਾ ਭਾਗ ਹੈ
ਦਾ ਸਵਈਆ 329, ਜਿਸ ਵਿੱਚ ਬ੍ਰਾਹਮਣੀਆਂ ਹੀ ਕਈ ਕਿਸਮ ਦੇ ਮਾਸ ਵਾਲਾ ਭੋਜਨ ਕ੍ਰਿਸ਼ਨ ਜੀ ਲਈ ਬਣਾ ਕੇ ਲਿਆਉਂਦੀਆਂ ਦੱਸੀਆਂ ਹਨ, ਪੜ੍ਹ ਸੁਣਾਇਆ। ਸ੍ਰੀਮਦ ਭਾਗਵਤ ਪੁਰਾਣ ਦਾ ਉਹ ਭਾਗ ਸੁਣਾਇਆ ਜਿਸ ਵਿੱਚ ਕ੍ਰਿਸ਼ਨ ਜੀ ਨੂੰ 16,108 ਰਾਣੀਆਂ ਦਾ ਪਤੀ ਅਤੇ ਹਰ ਰਾਣੀ ਵਿੱਚੋਂ 10-10 ਕਾਕੇ ਅਤੇ ਇੱਕ ਕਾਕੀ ਦਾ ਪਿਤਾ ਹੋਣਾ ਦੱਸਿਆ ਹੈ। ਇਸ ਗਾਥਾ ਨਾਲ ਢੁੱਕਦੇ ਕ੍ਰਿਸ਼ਨਾਵਤਾਰ ਦਸਮ ਗ੍ਰੰਥ ਦੇ ਸਵਈਏ 2112 ਤੋਂ 2116 ਤੱਕ ਅਰਥਾਂ ਸਮੇਤ ਸੁਣਾਏ, ਜਿਸ ਵਿੱਚ ਕ੍ਰਿਸ਼ਨ ਭਗਵਾਨ ਅਤੇ ਅਰਜੁਨ ਨੂੰ ਆਰਾਮਜਣੀਆਂ ਮੰਦਕਰਮੀ ਇਸਤਰੀਆਂ ਭਾਵ ਕੰਜਰੀਆਂ ਦਾ ਨਾਚ ਕਰਾਉਂਦੇ ਪੋਸਤ, ਅਫੀਮ, ਭੰਗ ਅਤੇ ਸ਼ਰਾਬ ਚਾਰੇ ਨਸ਼ੇ ਇੱਕੋ ਸਮੇਂ ਕਰਦਿਆਂ ਦਰਸਾਇਆ ਹੈ। ਅਤੇ ਦੋਵੇਂ ਕ੍ਰਿਸ਼ਨ ਅਤੇ ਅਰਜੁਨ ਬ੍ਰਹਮਾ ਸ੍ਰਿਸ਼ਟੀ ਦਾ ਸਿਰਜਣਹਾਰ ਕਥਿਤ ਦੇਵਤਾ ਨੂੰ ਇਸ ਕਰਕੇ ਮੂਰਖ ਕਹਿੰਦੇ ਹਨ ਕਿਉਂਕਿ ਉਸ ਨੇ ਸ਼ਰਾਬ ਦਾ 1/8ਵਾਂ ਸਮੁੰਦਰ ਨਹੀਂ ਬਣਾ ਦਿੱਤਾ। ਜਥਾ ਰਾਜਾ ਤਥਾ ਪਰਜਾ ਦੇ ਸਿਧਾਂਤ ਦੇ ਜਨਮਦਾਤੇ ਬ੍ਰਾਹਮਣ ਨੇ ਖਾਲਸੇ ਦੇ ਰਾਜ ਭਾਗ ਦੇ ਰਾਖੇ ਸ਼ੇਰੇ ਪੰਜਾਬ ਨੂੰ ਬ੍ਰਾਹਮਣ ਦੇ ਆਪਣੀ ਹੱਥੀਂ ਲਿਖੇ ਗ੍ਰੰਥਾਂ ਵਾਲਾ ਕ੍ਰਿਸ਼ਨ ਭਗਵਾਨ ਬਣਾ ਦਿੱਤਾ। ਮਹਾਰਾਜੇ ਦੀ ਅਨਪੜ੍ਹਤਾ ਤੋਂ ਅਜਿਹਾ ਲਾਭ ਲਿਆ ਕਿ ਸ਼ੀਸ਼ ਮਹਿਲਾਂ ਦੇ ਕੋਲ ਹੀ ਮੂਰਤੀ ਪੂਜਾ ਦਾ ਮੰਦਰ ਬਣ ਗਿਆ। ਨਸ਼ਿਆਂ ਅਤੇ ਇਸਤਰੀਆਂ ਦੇ ਝੁਰਮਟ ਵਿੱਚ ਖਾਲਸੇ ਦਾ ਤਾਜ ਤਖਤ ਅਜਿਹਾ ਮਸਤ ਹੋਇਆ ਕਿ ਇਹ ਸੁੱਧ ਹੀ ਨਾ ਰਹੀ ਕਿ ਬ੍ਰਾਹਮਣੀ ਚੇਲਿਆਂ ਧਿਆਨ ਸਿੰਘ ਆਦਿ ਡੋਗਰੇ ਭਰਾਵਾਂ ਨੇ ਕਿਹੜੇ ਵੇਲੇ ਸਾਰੇ ਇਤਿਹਾਸਕ ਅਥਵਾ ਪ੍ਰਸਿੱਧ ਗੁਰੂ ਘਰਾਂ ਦੇ ਸੰਚਾਲਕ ਬ੍ਰਾਹਮਣ ਪੁਜਾਰੀ ਥਾਪ ਦਿੱਤੇ। ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਹੀ 7 ਥਾਈਂ ਮੂਰਤੀਆਂ ਰੱਖ ਦਿੱਤੀਆਂ ਗਈਆਂ। ਤੇਜ ਪ੍ਰਤਾਪ ਨੂੰ ਖਾ ਜਾਣ ਦੀ ਅਮੋਘ ਸ਼ਕਤੀ ਵਾਲੀ ਖਤਰਨਾਕ ਬਿਮਾਰੀ ਜਿਸ ਤੋਂ ਬਚ ਕੇ ਰਹਿਣ ਦੀ ਸਖਤ ਤਾੜਨਾ ਗੁਰਦੇਵ ਜੀ ਨੇ ਕੀਤੀ ਸੀ, ਵਿਪਰਨ ਕੀ ਰੀਤ ਗੁਰੂ ਘਰਾਂ ਵਿੱਚੋਂ ਹੀ ਫੈਲਣੀ ਆਰੰਭ ਹੋ ਗਈ। ਸਿੱਟਾ ਇਹ ਹੋਇਆ ਕਿ ਮਹਾਰਾਜੇ ਦੀ ਬਿਮਾਰੀ ਦੇ ਨਾਲ ਹੀ ਖਾਲਸੇ ਦੇ ਤੇਜ ਪ੍ਰਤਾਪ ਦਾ ਸੂਰਜ ਵੀ ਢਾਲੇ ਪੈ ਗਿਆ। ਖਾਲਸਾ ਵਿਪਰਨ ਕੀ ਰੀਤ ਦਾ ਧਾਰਨੀ ਬਣ ਕੇ ਗੁਰੂ ਦੀਆਂ ਨਜ਼ਰਾਂ ਵਿੱਚ ਬੇਪਰਤੀਤਾ ਹੋ ਗਿਆ ਅਤੇ ਫਿਰ ਹੁੰਦਾ ਹੀ ਗਿਆ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਪੰਨਾ 268। ਇਸ ਅਸਲ ਬਿਮਾਰੀ ਦਾ ਚੇਤਾ ਹੀ ਨਹੀਂ ਆ ਰਿਹਾ। ਇਸ ਅਸਲੀ ਅਤੇ ਵੱਡੇ ਰੋਗ ਵੱਲ ਪੰਥ ਦੇ ਆਗੂਆਂ ਦਾ ਧਿਆਨ ਨਾ ਜਾਣਾ ਹੀ ਵੱਡੀ ਬਦਕਿਸਮਤੀ ਹੈ। ਇਸ ਭਿਆਨਕ ਬਿਮਾਰੀ ਦਾ ਇਲਾਜ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅਨਮੋਲ ਬਚਨਾਂ ਵਿੱਚ ਹੀ ਹੈ, ਜਿਨ੍ਹਾਂ ਨੂੰ ਪ੍ਰਚਾਰਨਾ ਅਤੇ ਕਿਤੇ ਰਿਹਾ ਸੁਣਨਾ ਵੀ ਪਸੰਦ ਨਹੀਂ ਕੀਤਾ ਜਾ ਰਿਹਾ। ਇਹਨਾਂ 11 ਅਨਮੋਲ ਬਚਨਾਂ ਵਿੱਚੋਂ ਸਿਰਫ 9ਵੇਂ ਦੇ ਵਿੱਚ ਸਦੀਵੀ ਸੱਚਾਈ ਦੀ ਝਲਕ ਜ਼ਰੂਰ ਹੈ, ਪਰ ਉਸ ਦੀ ਨੁਹਾਰ ਵੀ ਵਿਗੜੀ ਹੋਈ ਹੈ। ਸਰੀਰਕ ਮੌਤ ਤੋਂ ਮੈਂ ਨਹੀਂ ਡਰਦਾ, ਹਾਂ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਮੈਂ ਨਹੀਂ ਡਰਦਾ ਇਹਨਾਂ ਸ਼ਬਦਾਂ ਦੀ ਵਰਤੋਂ ਨੇ ਇਸ ਬਚਨ ਵਿੱਚ ਅਹੰਕਾਰ ਅਥਵਾ ਭੈ ਦਾ ਅਨੁਭਵ ਲੈ ਆਉਂਦਾ ਹੈ। ਜੇ ਇਹੀ ਬਚਨ ਇਸ ਤਰ੍ਹਾਂ ਹੁੰਦਾ ਕਿ ਸਰੀਰਕ ਮੌਤ ਨਾਲ ਮਨੁੱਖ ਦੀ ਮੌਤ ਨਹੀਂ ਹੁੰਦੀ, ਕਿਉਂਕਿ ਇਹ ਮੌਤ ਅਟਲ ਸੱਤਿਆ ਦਾ ਰੂਪ ਹੈ, ਉਸ ਮਨੁੱਖ ਨੂੰ ਮਰਿਆ ਮੰਨਣਾ ਚਾਹੀਦਾ ਹੈ ਜਿਸ ਦੀ ਜ਼ਮੀਰ ਮਰ ਜਾਵੇ, ਅਥਵਾ ਸੋ ਮੂਆ ਜਿਸ ਮਨੋਂ ਵਿਸਾਰੇ। ਪੰਨਾ 292। ਆਖਾਂ ਜੀਵਾਂ ਵਿਸਰੇ ਮਰ ਜਾਉ। ਪੰਨਾ 349। ਹਰ ਬਿਸਰਤ ਸੋ ਮੂਆ। ਪੰਨਾ 407। ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਉ ਮੇਰਾ। ਪੰਨਾ 562। ਇਹ ਮਿਰਤਕ ਮੜਾ ਸਰੀਰ ਹੈ, ਸਭ ਜਗ ਜਿਤ ਰਾਮ ਨਹੀਂ ਵਸਿਆ। ਪੰਨਾ 1191। ਜਿਨ ਕੋ ਵਿਸਰੇ ਮੇਰੋ ਰਾਮ ਪਿਆਰਾ, ਸੇ ਮੂਏ ਮਰ ਜਾਹੀ। ਪੰਨਾ 1268। ਮਤ ਜਾਣੋ ਜਗ ਜੀਵਦਾ, ਦੂਜੇ ਭਾਏ ਮੁਹਿ ਆਸ। ਪੰਨਾ 643। ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਪੰਨਾ 749। ਸਤਿਗੁਰੂ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮਿਰਤਕ ਹੈ ਸੰਸਾਰ। ਪੰਨਾ 88। ਨਾਨਕ ਸੇਈ ਮੂਏ, ਜੇ ਨਾਮ ਨਾ ਚੇਤੈ, ਭਗਤ ਜੀਵੈ ਵਿਚਾਰੀ। ਪੰਨਾ 911।
ਜਿਤ ਘਟ ਨਾਮ ਨ ਉਪਜੈ, ਫੂਟ ਮਰੇ ਜਨ ਸੋਏ। ਪੰਨਾ 335। ਸਭ ਤੋਂ ਵੱਧ ਭੈੜੀ ਕਿਸਮ ਦੀ ਦੁਬਿਧਾ ਖੜੀ ਕਰ ਦੇਣ ਵਾਲੇ ਦੋ ਅਨਮੋਲ ਬਚਨ 8ਵਾਂ ਅਤੇ ਆਖਰੀ ਹਨ। ਜਿਵੇਂ ਦਸਮ ਗ੍ਰੰਥ ਵਿੱਚ ਭੈੜੀ ਕਿਸਮ ਦੀ, ਅਸ਼ਲੀਲ ਅਤੇ ਵਿਅਰਥ ਕਿਸਮ ਦੀ ਭਾਸ਼ਾ ਵੀ ਕਲਗੀਧਰ ਦੇ ਪਾਵਨ ਪਵਿੱਤਰ ਨਾਮਣੇ ਨਾਲ ਜੋੜਨ ਵਿੱਚ ਚਲਾਕ ਬ੍ਰਾਹਮਣ ਸਫਲ ਹੋ ਗਿਆ ਸੀ, ਉਵੇਂ ਹੀ ਅਜਿਹੇ ਵਿਰੋਧੀ ਧਾਰਨਾ ਵਾਲੇ ਬਚਨ ਸੰਤ ਬਾਬਾ ਜਰਨੈਲ ਸਿੰਘ ਦੇ ਕਹੇ ਦੱਸ ਕੇ ਅਨਮੋਲ ਬਚਨਾਂ ਦੇ ਰੂਪ ਵਿੱਚ ਪ੍ਰਚਾਰਨਾ ਉਹਨਾਂ ਪ੍ਰਤੀ ਸ਼ਰਧਾ ਨਹੀਂ ਸਗੋਂ ਦੁਸ਼ਮਣੀ ਹੈ। ਮੂਰਖ ਸੱਜਣ ਅਕਲਮੰਦ ਦੁਸ਼ਮਣ ਨਾਲੋਂ ਕਿਤੇ ਵੱਧ ਹਾਨੀਕਾਰਕ ਹੁੰਦਾ ਹੈ। 8ਵਾਂ ਬਚਨ ਇਉਂ ਹੈ, ਮੈਂ ਬੰਬ ਬਣਾਉਂਦਾ ਹਾਂ, ਹਰ ਅੰਮ੍ਰਿਤਧਾਰੀ ਇਕੱਲਾ ਇਕੱਲਾ ਬੰਬ ਹੈ। ਗੁਰਬਾਣੀ ਦਾ ਫਰਮਾਨ ਤਾਂ ਇਹ ਹੈ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਪੰਨਾ 462। ਗੁਰਬਾਣੀ ਤਾਂ ਉਸ ਗੁਰੂ ਤੋਂ ਦਿਹਾੜੀ ਵਿੱਚ ਹਜ਼ਾਰਾਂ ਵਾਰੀ ਸਦਕੇ ਹੋਣ ਦਾ ਉਪਦੇਸ਼ ਦੇ ਰਹੀ ਹੈ, ਜਿਸ ਗੁਰੂ ਨੇ ਮਨੁੱਖ ਤੋਂ ਦੇਵਤਾ ਬਣਾਉਂਦਿਆਂ ਢਿੱਲ ਨਾ ਲਾਈ। ਭਾਵ ਗੁਰੂ ਤਾਂ ਮਨੁੱਖਾਂ ਵਿੱਚ ਦੇਵਤਿਆਂ ਦੇ ਗੁਣ ਭਰਨ ਆਇਆ ਸੀ। ਇੱਧਰ ਉਸੇ ਗੁਰੂ ਦੇ ਪਰਮ ਸੇਵਕ, ਜਿਸ ਨੇ ਬਚਪਨ ਤੋਂ ਸ਼ਬਦ ਵਿਚਾਰ ਕਰਨੀ ਆਰੰਭੀ ਅਤੇ ਗੁਰਬਾਣੀ ਦੇ ਅਰਥ ਸੰਗਤਾਂ ਨੂੰ ਸਮਝਾਇਆ ਕਰਦਾ ਸੀ, ਨੂੰ ਇਹ ਕਹਿੰਦਾ ਦਰਸਾਇਆ ਜਾ ਰਿਹਾ ਹੈ ਕਿ ਉਹ ਜਿਸ ਨੂੰ ਅੰਮ੍ਰਿਤ ਛਕਾਉਂਦਾ ਹੈ, ਉਹ ਦੇਵਤਾ ਬਣਨਾ ਤਾਂ ਕਿਤੇ ਰਿਹਾ, ਮਨੁੱਖ ਵੀ ਨਹੀਂ ਰਹਿੰਦਾ। ਉਹ ਸਗੋਂ ਅਜਿਹਾ ਬੰਬ ਬਣ ਜਾਂਦਾ ਹੈ ਜਿਹੜਾ ਜ਼ਰਾ ਵੀ ਭੁੱਲ ਕਾਰਨ ਫਟ ਕੇ ਆਪਣੇ ਬਣਾਉਣ ਵਾਲੇ ਨੂੰ ਪਰਿਵਾਰ ਸਮੇਤ ਮਾਰ ਮੁਕਾਉਂਦਾ, ਜਿਸ ਨੂੰ ਆਪਣੇ ਪਰਾਏ ਦੀ ਕੋਈ ਪਛਾਣ ਨਹੀਂ। ਸੱਜਣ ਦੁਸ਼ਮਣ ਜੋ ਵੀ ਉਸ ਦੀ ਮਾਰ ਵਿੱਚ ਆ ਗਿਆ, ਬਸ ਮਾਸ ਦਾ ਲੋਥੜਾ ਬਣਾ ਕੇ ਰੱਖ ਦਿੱਤਾ। ਸਦਕੇ ਜਾਈਏ ਬਾਬਾ ਜੀ ਦੇ ਸ਼ਰਧਾਲੂਆਂ ਤੋਂ। 11ਵੇਂ ਅਤੇ ਆਖਰੀ ਬਚਨ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ ਉਪਦੇਸ਼ ਵੀ ਨਾਲ ਹੀ ਝਟਪਟ ਸੰਤ ਜੀ ਦੇ ਮੂੰਹ ਵਿੱਚ ਪਾ ਦਿੱਤਾ, ਜਿਸ ਨੇ ਹੁਣੇ ਹੀ ਇਹ ਪੜ੍ਹਾਇਆ ਹੈ ਕਿ ਅੰਮ੍ਰਿਤ ਛਕਣ ਵਾਲਾ ਬੰਬ ਬਣ ਜਾਂਦਾ ਹੈ। ਉਹ ਭਲਾ ਜਾਣ ਬੁੱਝ ਕੇ ਘਰਦਿਆਂ ਬਾਹਰਦਿਆਂ ਲਈ ਮੌਤ ਦਾ ਫਰਿਸ਼ਤਾ ਕਿਉਂ ਬਣੇ। ਇੱਧਰੋਂ ਸੰਘਰਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਸਿੱਖ ਪਰਿਵਾਰਾਂ ਦੀਆਂ ਮੌਤਾਂ ਦੀ ਕੋਈ ਘਾਟ ਨਹੀਂ। ਅਖਬਾਰਾਂ ਵਿੱਚ ਛਪੀਆਂ ਤਸਵੀਰਾਂ ਵਿੱਚ ਸ਼ਹੀਦ ਹੋਣ ਵਾਲੇ ਖਾੜਕੂਆਂ ਦੇ ਹਥਿਆਰਾਂ ਆਦਿ ਦੇ ਨਾਲ ਖਾੜਕੂਆਂ ਨੂੰ ਖਤਮ ਕਰਨ ਵਾਲੇ ਸਾਰੇ ਦੇ ਸਾਰੇ ਸਿੱਖ ਹੀ ਨਜ਼ਰ ਆ ਰਹੇ ਹੁੰਦੇ ਹਨ। ਤਦੋਂ ਅਖਬਾਰ ਦਾ ਇਹ ਅਨਮੋਲ ਬਚਨ ਸਾਕਾਰ ਹੋਇਆ ਦਿਸ ਆਉਂਦਾ ਹੈ। ਕੁਝ ਤਸਵੀਰਾਂ ਵਿੱਚ ਅਤੇ ਬਾਕੀ ਉਸੇ ਅਖਬਾਰ ਵਿੱਚ ਛਪੀਆਂ ਖਬਰਾਂ ਵਿੱਚ ਗੁਰੂ ਕੇ ਪੰਥ ਦੀ ਬਹੁਮੁੱਲੀ ਪਨੀਰੀ ਆਪਣੇ ਪਰਾਏ ਸਭ ਨੂੰ ਪਾਰ ਬੁਲਾਈ ਜਾਣ ਵਾਲਾ ਬੰਬ ਬਣੀ ਨਜ਼ਰ ਆ ਰਹੀ ਹੁੰਦੀ। ਇਹੋ ਕਾਰਨ ਹੈ ਕਿ ਸਿੱਖੀ ਬਾਣੇ ਵਾਲੇ ਕੋਲੋਂ ਪੰਜਾਬ ਦੇ ਬਹੁਤੇ ਲੋਕ ਭੈ ਭੀਤ ਹੋਣ ਲੱਗ ਪਏ ਹਨ। ਅਜਿਹਾ ਗੁਰਸਿੱਖ ਬੱਚਾ ਜਿਸ ਓਪਰੇ ਪਰਿਵਾਰ ਦੇ ਘਰ ਅਚਨਚੇਤ ਜਾ ਵੜੇ ਤਾਂ ਸਾਬਤ ਸੂਰਤ ਵੇਖ ਕੇ ਪਰਿਵਾਰ ਦੇ ਕਿਸੇ ਇੱਕ ਜੀਅ ਦਾ ਹਿਰਦਾ ਵੀ ਨਹੀਂ ਖਿੜਦਾ। ਕਲਗੀਧਰ ਜੀ ਦੇ ਉਪਕਾਰੀ ਅਤੇ ਮਿੱਠ ਬੋਲੇ ਸਿੰਘ ਦੇ ਥਾਂ ਬੰਬ ਦੇ ਦਰਸ਼ਨ ਹੋ ਰਹੇ ਹੁੰਦੇ ਹਨ। ਲਾਲਚੀ ਅਖਬਾਰਾਂ ਵਾਲਿਆਂ ਨੇ ਸਿੰਘ ਦੀ ਅਸਲ ਨੁਹਾਰ ਵਿਗਾੜ ਕੇ ਰੱਖ ਦਿੱਤੀ ਹੈ। ਘੋਰ ਜ਼ੁਲਮੀ ਅਤੇ ਅਣਖ ਨੂੰ ਵੰਗਾਰਨ ਵਾਲੀਆਂ ਸਰਕਾਰੀ ਵਧੀਕੀਆਂ ਦੇ ਕਾਰਨ ਕਿਸੇ ਖਾਸ ਸਥਿਤੀ ਵਿੱਚ ਜਵਾਨ ਉਮਰ ਬਾਬਾ ਜੀ ਦੇ ਮੂੰਹੋਂ ਕੋਈ ਅਣਚਾਹੇ ਬਚਨ ਵੀ ਨਿਕਲ ਵੀ ਗਏ ਸਨ, ਜਿਸ ਦਾ ਯਕੀਨ ਨਹੀਂ ਆ ਰਿਹਾ, ਤਾਂ ਸੱਜਣਾਂ ਦਾ ਕੰਮ ਹੁੰਦਾ ਹੈ ਆਪਣੇ ਸੱਜਣ ਦੀ ਭੁੱਲ ਲੁਕਾ ਲੈਣੀ ਅਤੇ ਉਸ ਦੇ ਗੁਣ ਉਜਾਗਰ ਕਰਨੇ। ਅਜਿਹੇ ਗੁਰਮਤਿ ਵਿਰੋਧੀ ਅਤੇ ਪੰਥ ਲਈ ਸਖਤ ਹਾਨੀਕਾਰਕ ਬਚਨ ਸੰਤਾਂ ਦੇ ਕਹੇ ਲਿਖ ਕੇ ਸਿੱਖ ਅਖਬਾਰ ਦਾ ਹਿੱਸਾ ਬਣੇ ਠੀਕ ਨਹੀਂ ਲੱਗਦੇ। ਅੱਗੇ ਆਪ ਜੀ ਦੀ ਮਰਜ਼ੀ ਹੈ। ਜੇ ਇਸ ਨਿਮਾਣੇ ਕੋਲੋਂ ਕੋਈ ਭੁੱਲ ਹੋਈ ਸਮਝਦੇ ਹੋ ਤਾਂ ਆਸ ਹੈ ਆਪ ਜੀ ਬੰਬ ਵਾਂਗ ਨਹੀਂ ਸਗੋਂ ਦੇਵਤੇ ਵਾਂਗ ਵਿਹਾਰ ਕਰੋਗੇ। ਆਖਰ ਵਿੱਚ ਇੱਕ ਹੋਰ ਅਨਮੋਲ ਬਚਨ ਬਾਰੇ ਵੀ ਵਿਚਾਰ ਕਰ ਲੈਣੀ ਲਾਹੇਵੰਦ ਰਹੇਗੀ। ਭਾਵੇਂ ਆਪ ਜੀ ਦੀ ਅਖਬਾਰ ਵਿੱਚ ਤਾਂ ਬਹੁਤੀ ਵਾਰ ਨਹੀਂ ਛਪਿਆ, ਪਰ ਗੁਰੂ ਕੀਆਂ ਸਟੇਜਾਂ ਉੱਤੋਂ ਟੋਰਾਂਟੋ ਤੋਂ ਨਸ਼ਰ ਹੋ ਰਹੇ ਟੀਵੀ ਪ੍ਰੋਗਰਾਮ ਵਿੱਚ ਸੁਣਿਆ ਗਿਆ ਹੈ ਕਿ ਬਾਬਾ ਜੀ ਦਾ ਫਰਮਾਨ ਸੀ ਕਿ ਸਿੱਖ ਬਦਲੇ ਲੈਣਾ ਆਪਣਾ ਧਰਮ ਸਮਝਦਾ ਹੈ। ਆਖੇ ਬਾਬਾ ਜੀ ਕਹਿੰਦੇ ਸਨ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਬਦਲਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਬਦਲਾ ਗੁਰੂ ਗੋਬਿੰਦ ਸਿੰਘ ਜੀ ਨੇ
ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਬਾਬਾ ਬੰਦਾ ਸਿੰਘ ਨੇ ਲਿਆ ਸੀ। ਗੁਰਬਾਣੀ ਦੇ ਫਰਮਾਨ ਵਿਚਾਰਨ ਤੋਂ ਪਹਿਲਾਂ ਗੁਰ ਇਤਿਹਾਸ ਵੱਲ ਝਾਤੀ ਮਾਰ ਲਈਏ। ਗੁਰੂ ਘਰ ਦਾ ਵਿਰੋਧ ਕਿਸੇ ਮਨੁੱਖ ਨਾਲ ਤਾਂ ਹੈ ਹੀ ਨਹੀਂ ਸੀ। ਦੁਸ਼ਮਣੀ ਕਿਸੇ ਜ਼ਾਲਮ ਨਾਲ ਨਹੀਂ ਸੀ, ਸਗੋਂ ਜ਼ੁਲਮ ਨਾਲ ਸੀ। ਸਤਿਗੁਰਾਂ ਨੇ ਕਿਸੇ ਜ਼ਾਲਮ ਨੂੰ ਚਾਟਾ ਨਹੀਂ ਸੀ ਛਕਾਇਆ, ਸਗੋਂ ਜ਼ੁਲਮ ਨੂੰ ਸੂਲੀ 'ਤੇ ਟੰਗਿਆ ਸੀ। ਨੀਚ ਕਿਸਮ ਦੇ ਵਿਸ਼ਵਾਸਘਾਤੀ, ਕਾਤਲ ਅਤੇ ਠੱਗ ਸੱਜਣ ਨੂੰ ਸਰਬ ਸ਼ਕਤੀਮਾਨ ਗੁਰਦੇਵ ਜੀ ਨੇ ਕੋਈ ਚਾਟਾ ਨਹੀਂ ਸੀ ਛਕਾਇਆ, ਉਸ ਨੂੰ ਜਾਨੋਂ ਨਹੀਂ ਸੀ ਮਾਰਿਆ, ਸਗੋਂ ਉਸ ਦੇ ਅੰਦਰ ਦੀ ਜ਼ੁਲਮ ਕਰਨ ਵਾਲੀ ਰੁਚੀ ਨੂੰ ਖਤਮ ਕਰਕੇ ਉਸ ਨੂੰ ਮਨੁੱਖਤਾ ਦੀ ਸੇਵਾ ਕਰਨ ਵਾਲਾ ਭਾਈ ਸੱਜਣ ਬਣਾ ਦਿੱਤਾ ਸੀ। ਬੰਦੇ ਖਾਣੇ ਕੌਡੇ ਨੂੰ ਭਾਈ ਕੌਡਾ ਬਣਾਇਆ, ਚੋਰ ਡਾਕੂ ਭੂਮੀਏ ਨੂੰ ਭਾਈ ਭੂਮੀਆ ਜੀ ਬਣਾਇਆ, ਰੋਹੇਲਖੰਡ ਦੇ ਜ਼ਾਲਮਾਂ ਨੂੰ ਅੱਲਾ ਦੇ ਫਕੀਰ ਬਣਾਇਆ। ਭਾਈ ਵੀਰ ਸਿੰਘ ਜੀ ਦੇ ਲਿਖੇ ਸ੍ਰੀ ਗੁਰੂ ਨਾਨਕ ਚਮਤਕਾਰ ਵਿੱਚੋਂ ਨੂਰ ਸ਼ਾਹ ਨਿਸਤਾਰਾ, ਠੱਗ ਨਿਸਤਾਰਾ, ਭੂਮੀਆ ਚੋਰ ਆਦਿ ਲੇਖਾਂ ਵਿੱਚ ਗੁਰਦੇਵ ਦੇ ਦਰਸ਼ਨ ਕਰੀਏ ਤਾਂ ਨਾਨਕ ਪਾਤਸ਼ਾਹ ਜੀ ਨੂੰ ਗੰਦੀਆਂ ਰੂਹਾਂ ਦੀ ਸੜਾਂਧ ਸਾਫ਼ ਕਰਦੇ ਅਤੇ ਮਨਾਂ ਦੀ ਮੈਲ ਧੋਂਦੇ ਹੋਏ ਦਿਨ ਰਾਤ ਸਫ਼ਰਾਂ ਵਿੱਚ ਵਿਚਰਦੇ ਵੇਖਦੇ ਹਾਂ। ਤਤੀ ਲੋਹ 'ਤੇ ਬੈਠੇ ਤਸੀਹੇ ਚੱਲਦਿਆਂ ਨੂੰ ਵੇਖ ਕੇ ਰਿੱਧੀਆਂ ਸਿੱਧੀਆਂ ਦੇ ਮਾਲਕ ਪੀਰ ਮੀਆਂ ਮੀਰ ਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ ਸੀ ਕਿ ਉਹ ਜ਼ਾਲਮਾਂ ਦਾ ਨਾਸ਼ ਕਰਨ ਲਈ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਸਕਦਾ ਹੈ। ਪਰ ਗੁਰਦੇਵ ਜੀ ਨੇ ਮੁਸਕਰਾ ਕੇ ਫਰਮਾਇਆ ਸੀ ਕਿ ਜੇ ਅਸੀਂ ਹੀ ਗੁੱਸਾ ਕਰਕੇ ਬਦਲੇ ਲੈਣ ਲੱਗ ਪਏ ਤਾਂ ਖਿਮਾ ਦਾ ਉਪਦੇਸ਼ ਫਿਰ ਕਿਸ ਨੇ ਦੇਣਾ ਹੈ। ਕੌਣ ਆਖੂ ਕਿ ਜਹਾਂ ਖਿਮਾ ਹੈ ਉੱਥੇ ਉਹ ਆਪ ਬਿਰਾਜਮਾਨ ਹੁੰਦਾ ਹੈ। ਸਾਡਾ ਝਗੜਾ ਜ਼ਾਲਮ ਨਾਲ ਨਹੀਂ, ਜ਼ੁਲਮ ਨਾਲ ਹੈ। ਇੱਕ ਜ਼ਾਲਮ ਨੂੰ ਮਾਰੋਗੇ ਤਾਂ ਸੈਂਕੜੇ ਜ਼ਾਲਮ ਹੋਰ ਜਨਮ ਲੈ ਲੈਣਗੇ। ਉਸ ਕਾਰਨ ਨੂੰ ਅਸਾਂ ਖਤਮ ਕਰਨਾ ਹੈ ਜਿਸ ਕਰਕੇ ਜ਼ੁਲਮ ਸਿਰ ਚੁੱਕਦਾ ਹੈ। ਫਿਰ ਉਸੇ ਗੁਰੂ ਦਾ ਹੀ ਸਪੁੱਤਰ ਛੇਵਾਂ ਗੁਰੂ ਨਾਨਕ ਬਦਲਾ ਭਾਵਨਾ ਵਾਲਾ ਕਿਵੇਂ ਕਿਹਾ ਜਾ ਸਕਦਾ ਹੈ। ਅਜਿਹਾ ਤਾਂ ਸੋਚਣਾ ਵੀ ਮਹਾਂਪਾਪ ਹੈ ਅਤੇ ਗੁਰਦੇਵ ਜੀ ਦੀਆਂ ਸਾਰੀਆਂ ਕੁਰਬਾਨੀਆਂ ਅਤੇ ਘਾਲਣਾ 'ਤੇ ਪਾਣੀ ਫੇਰਨਾ ਹੈ। ਇਹ ਕਹਿਣਾ ਗੁਰੂ ਤੋਂ ਬੇਮੁਖਤਾ ਹੈ। ਗੁਰੂ ਘਰ ਨਾਲ ਦੁਸ਼ਮਣੀ ਹੈ, ਸਿੱਖੀ ਨੂੰ ਨਾਸ਼ ਕਰਨ ਦਾ ਉਪਰਾਲਾ ਹੈ। ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਬਦਲੇ ਲੈਣ ਦੀ ਨਹੀਂ ਸਨ, ਸਗੋਂ ਮਨੁੱਖ ਦੇ ਅੰਦਰੋਂ ਹੀਣਤਾ ਦਾ ਅਨੁਭਵ ਦੂਰ ਕਰਕੇ ਉਸ ਨੂੰ ਜ਼ਾਲਮ ਦੇ ਵਿਰੁੱਧ ਨਹੀਂ, ਸਗੋਂ ਜ਼ੁਲਮ ਦੇ ਵਿਰੁੱਧ ਖੜਾ ਕਰਨਾ ਸੀ ਅਤੇ ਇਹ ਸਮਝਾਉਣਾ ਸੀ ਕਿ ਰਾਜ ਭਾਗ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ, ਸਗੋਂ ਇਹ ਤਾਂ ਸ਼ੁਭ ਗੁਣਾਂ ਦਾ ਗੁਲਾਮ ਹੈ। ਜ਼ਾਲਮ ਰਾਜਾ ਆਪਣਾ ਸ਼ਕਤੀਸ਼ਾਲੀ ਰਾਜ ਨਸ਼ਟ ਕਰ ਲੈਂਦਾ ਹੈ, ਪਰ ਸੁੱਚ ਆਚਾਰ ਵਾਲਾ ਧਰਮੀ ਰਾਜਾ ਭਗਵਾਨ ਬਣ ਸਮਝਿਆ ਜਾਂ ਪੂਜਿਆ ਜਾਂਦਾ ਹੈ। ਉਹ ਸਦਾ ਲਈ ਲੋਕਾਂ ਦੇ ਮਨ ਦਾ ਸੱਚਾ ਪਾਤਸ਼ਾਹ ਬਣ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਦਲੇ ਦੀ ਭਾਵਨਾ ਨਾਲ ਮੁਗਲ ਸਮਰਾਟਾਂ ਨੂੰ ਮਰਵਾਉਣਾ ਹੁੰਦਾ ਤਾਂ ਭੇਸ ਬਦਲ ਕੇ ਰਾਜ ਮਹੱਲਾਂ ਵਿੱਚ ਵੜ ਕੇ ਤਖ਼ਤ 'ਤੇ ਬੈਠਿਆਂ ਨੂੰ ਹੀ ਧੋਖੇ ਨਾਲ ਕਤਲ ਕਰ ਸਕਣ ਦੀ ਸਮਰੱਥਾ ਵਾਲੇ ਵਿਧੀ ਚੰਦਾਂ ਦਾ ਗੁਰਦੇਵ ਜੀ ਕੋਲ ਘਾਟਾ ਨਹੀਂ ਸੀ। 4 ਜੰਗਾਂ ਵਿੱਚੋਂ ਕੋਈ ਇੱਕ ਲੜਾਈ ਵੀ ਉਹਨਾਂ ਆਪ ਨਹੀਂ ਸੀ ਸਹੇੜੀ, ਸਗੋਂ ਉਹਨਾਂ ਦਾ ਆਪਣਾ ਪਾਲਿਆ ਅਤੇ ਨਵਾਜਿਆ ਪੈਂਦੇ ਖਾਂ ਜਦ ਦੁਸ਼ਮਣ ਬਣ ਕੇ ਗੁਰਦੇਵ ਜੀ ਦੀ ਪਵਿੱਤਰ ਜਾਨ ਦਾ ਵੈਰੀ ਹੋਇਆ ਅਤੇ ਗੁਰਦੇਵ ਜੀ ਨੂੰ ਘੋੜੇ ਸਮੇਤ ਜ਼ਮੀਨ ਉੱਤੇ ਸੁੱਟ ਕੇ ਹੇਠੀ ਕਰਨ ਵਾਲੀ ਹਰਕਤ 'ਤੇ ਉਤਰ ਆਇਆ ਤਾਂ ਗੁਰਦੇਵ ਜੀ ਨੇ ਉਸ ਦੇ ਸਿਰ 'ਤੇ ਢਾਲਾ ਮਾਰਿਆ, ਜਿਸ ਦੀ ਸੱਟ ਨਾ ਸਹਾਰ ਕੇ ਪੈਂਦੇ ਖਾਂ ਡਿੱਗ ਪਿਆ। ਪੈਂਦੇ ਖਾਂ ਦੇ ਅੰਦਰੋਂ ਬਦੀ ਖੰਭ ਲਾ ਕੇ ਉੱਡ ਗਈ। ਖਿਮਾ ਦੀ ਮੂਰਤ ਨੇ ਝੱਟ ਘੋੜੇ ਤੋਂ ਛਾਲ ਮਾਰੀ ਅਤੇ ਅਕਿਰਤ ਕਣ ਪੈਂਦੇ ਖਾਂ ਦਾ ਸਿਰ ਆਪਣੀ ਗੋਦ ਵਿੱਚ ਲੈ ਕੇ ਪਿਆਰ ਨਾਲ ਕਿਹਾ, ਪੈਂਦੇ ਖਾਨ ਕਲਮਾ ਪੜ੍ਹ, ਤੇਰਾ ਅੰਤ ਸਮਾਂ ਆ ਗਿਆ ਹੈ। ਪੈਂਦੇ ਖਾਂ ਨੇ ਅੱਖੀਆਂ ਭਰ ਕੇ ਕਿਹਾ, ਹੇ ਮੇਰਾਂ ਦੇ ਮਾਲਕ, ਤੂੰ ਹੀ ਮੇਰਾ ਕਲਮਾ ਹੈ, ਤੂੰ ਹੀ ਮੇਰਾ ਰਸੂਲ ਹੈ, ਤੂੰ ਹੀ ਮੇਰਾ ਅੱਲਾ ਹੈ। ਮੁਗਲ ਹਾਕਮਾਂ ਦੀ ਤੰਗ ਦਿਲੀ ਨਾਲ ਹੁੰਦੀਆਂ ਨਿੱਤ ਦੀਆਂ ਛੇੜਖਾਨੀਆਂ ਕਾਰਨ ਲੋਕਾਂ ਦੀ ਔਕੜ ਨੂੰ ਮੁੱਖ ਰੱਖ ਕੇ ਸ਼ਾਂਤੀ ਦੇ ਪੁੰਜ ਮੀਰੀ ਅਤੇ ਪੀਰੀ ਦੀਆਂ 2 ਕਿਰਪਾਨਾਂ ਦੇ ਮਾਲਕ ਸੂਰਮੇ ਦਲ ਭੰਜਨ ਗੁਰੂ ਹਰਗੋਬਿੰਦ ਸਾਹਿਬ ਜੀ
ਪੰਜਾਬ ਦੀ ਧਰਤੀ ਹੀ ਛੱਡ ਗਏ। ਕੀਰਤਪੁਰ ਜ਼ਮੀਨ ਖਰੀਦ ਕੇ ਉੱਥੇ ਜਾ ਡੇਰਾ ਲਾਇਆ। ਮਨੁੱਖਤਾ ਦੇ ਆਚਰਣ ਦੇ ਮਹਾਨ ਉਸਰਈਏ ਨੂੰ ਬਦਲੇ ਦੀ ਅੱਗ ਵਿੱਚ ਸੜਦਾ ਕਹਿਣ ਵਾਲੇ ਦੀ ਜ਼ੁਬਾਨ ਵਿੱਚ ਕੀੜੇ ਕਿਉਂ ਨਾ ਪੈਣਗੇ। ਹੇ ਅਖਬਾਰ ਵਾਲੇ ਗੁਰਸਿੱਖੋ, ਆਪਣੀ ਅਖਬਾਰ ਦੀ ਵਿਕਰੀ ਖਾਤਰ ਅਜਿਹੇ ਸ਼ਬਦ ਸੰਤ ਜਰਨੈਲ ਸਿੰਘ ਦੇ ਉੱਚੇ ਅਤੇ ਸੁੱਚੇ ਨਾਮ ਨਾਲ ਜੋੜਨ ਦਾ ਪਾਪ ਨਾ ਕਰੋ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਈ ਜੰਗਾਂ ਲੜੀਆਂ, ਪਰ ਕਿਸੇ ਇੱਕ ਥਾਂ ਵੀ ਆਪ ਪਹਿਲ ਨਹੀਂ ਸੀ ਕੀਤੀ, ਸਗੋਂ ਜਾਨ ਦੇ ਵੈਰੀ ਬਣ ਕੇ ਆਏ ਹੋਏ ਵੈਰੀ ਦੇ ਅੰਦਰੋਂ ਵੀ ਵੈਰ ਭਾਵਨਾ ਮਿਟਾ ਦੇਣ ਦੇ ਯਤਨ ਕੀਤੇ। ਬੁਰੇ ਦਾ ਸਦਾ ਭਲਾ ਕੀਤਾ। ਗੁਰਦੇਵ ਜੀ ਦੀ ਉਦਾਰਤਾ, ਖਿਮਾ ਅਤੇ ਨਿਰਵੈਰਤਾ ਦਾ ਉਪਦੇਸ਼ ਦੇਣ ਵਾਲੀਆਂ ਕੁਝ ਸਾਖੀਆਂ ਇਸ ਪ੍ਰਕਾਰ ਹਨ। ਨੰਬਰ 1, ਜਿਉਂਦਾ ਅਥਵਾ ਮੁਰਦਾ ਲਿਆ ਕੇ ਔਰੰਗਜ਼ੇਬ ਦੇ ਪੇਸ਼ ਕਰਨ ਦੀ ਸਹੁੰ ਚੁੱਕੀ ਅਤੇ ਅਣਗਿਣਤ ਵੈਰੀ ਫੌਜਾਂ ਲੈ ਕੇ ਸੈਦ ਖਾਨ ਕਲਗੀਧਰ ਜੀ 'ਤੇ ਚੜ੍ਹ ਆਇਆ। ਭਖ ਦੇ ਜੰਗ ਸਮੇਂ ਉਸ ਨੇ ਕਲਗੀਧਰ ਨਾਲ ਹੱਥੋਂ ਹੱਥ ਲੜਾਈ ਕਰਨ ਦੀ ਇੱਛਾ ਨਾਲ ਯਾਦ ਕੀਤਾ। ਗੁਰਦੇਵ ਜੀ ਨੇ ਘੋੜਾ ਛੇੜਿਆ ਤੇ ਸੈਦ ਖਾਨ ਦੇ ਸਾਹਮਣੇ ਜਾ ਦਰਸ਼ਨ ਦਿੱਤੇ। ਰੱਬੀ ਨੂਰ ਦੇ ਦਰਸ਼ਨ ਕਰਦਿਆਂ ਹੀ ਸੈਦ ਖਾਨ ਦੀ ਸੁੱਤੀ ਆਤਮਾ ਜਾਗ ਪਈ, ਘੋੜੇ ਤੋਂ ਉਤਰਿਆ ਅਤੇ ਗੁਰਦੇਵ ਜੀ ਦੀ ਰਕਾਬ ਨੂੰ ਜਾ ਸਿਰ ਲਾਇਆ। ਆਪਣੀ ਸਾਰੀ ਫੌਜ ਦੀ ਸੇਵਾ ਵੀ ਗੁਰਦੇਵ ਜੀ ਦੀ ਭੇਟਾ ਕਰਨੀ ਚਾਹੀ। ਮਨੁੱਖਤਾ ਦੇ ਉੱਚ ਅਸੂਲਾਂ ਦੇ ਪੱਕੇ ਧਾਰਨੀ 10ਵੇਂ ਗੁਰੂ ਨਾਨਕ ਨੇ ਸੈਦ ਖਾਨ ਦੀ ਇਹ ਭੇਟਾ ਇਸ ਕਰਕੇ ਸਵੀਕਾਰ ਨਾ ਕੀਤੀ ਕਿਉਂਕਿ ਫੌਜ ਉਸ ਦੀ ਆਪਣੀ ਨਹੀਂ ਸੀ, ਉਹ ਦਿੱਲੀ ਦੇ ਤਖਤ ਦੀ ਸੀ। ਸੈਦ ਖਾਨ ਦਾ ਹਿਰਦਾ ਆਪਣਾ ਸੀ। ਹਿਰਦੇ ਦੀ ਭੇਟਾ ਮਨਜ਼ੂਰ ਹੋ ਗਈ। ਸੈਦ ਖਾਨ ਖੁਦਾ ਦੀ ਇਬਾਦਤ ਦੀ ਰੰਗਣ ਵਿੱਚ ਰੰਗਿਆ ਗਿਆ ਅਤੇ ਪੀਰ ਸੈਦ ਖਾਨ ਬਣ ਗਿਆ। ਦੁਸ਼ਮਣ ਬਣ ਕੇ ਆਏ ਦੀ ਦੁਸ਼ਮਣੀ ਭਾਵਨਾ ਨਿਕਲਦਿਆਂ ਹੀ ਦੁਸ਼ਮਣ ਦੇ ਸਰੀਰ ਨੂੰ ਗਲ ਨਾਲ ਲਾ ਲਿਆ। ਹਿਰਦੇ ਵਿੱਚੋਂ ਹਉਮੈ ਹੰਕਾਰ ਦੀ ਮੈਲ ਧੋਤੀ ਗਈ। ਨਿਰਮਲ ਹਿਰਦੇ ਹੋ ਚੁੱਕੇ ਵਿੱਚ ਪ੍ਰਭੂ ਆ ਬਿਰਾਜਿਆ। ਨੰਬਰ 2, ਅਣਗਿਣਤ ਵੈਰੀ ਫੌਜ ਨੇ ਸ੍ਰੀ ਅਨੰਦਪੁਰ ਨੂੰ ਘੇਰਾ ਆ ਪਾਇਆ। ਉਹਨਾਂ ਨਾਲ ਜੂਝਣ ਵਾਲੇ ਸਿੰਘ ਸੂਰਮੇ ਘੱਟ ਗਿਣਤੀ ਵਿੱਚ ਸਨ। ਉਹਨਾਂ ਵਿੱਚੋਂ ਕੁਝ ਸਿੰਘਾਂ ਨੇ ਆ ਕੇ ਦਸ਼ਮੇਸ਼ ਜੀ ਕੋਲ ਸ਼ਿਕਾਇਤ ਕੀਤੀ, ਦਾਤਾਰ ਜੀਓ, ਅਸੀਂ ਮਸਾਂ ਹੀ ਦੁਸ਼ਮਣ ਦੇ ਵੈਰੀਆਂ ਨੂੰ ਘਾਇਲ ਕਰਕੇ ਉਹਨਾਂ ਦੀ ਗਿਣਤੀ ਘਟਾਉਂਦੇ ਹਾਂ, ਪਰ ਤੁਹਾਡਾ ਸੇਵਕ ਕਨ੍ਹਈਆ ਉਹਨਾਂ ਨੂੰ ਜਲ ਪਿਲਾ ਕੇ ਮੁੜ ਤਾਜ਼ੇ ਕਰੀ ਜਾ ਰਿਹਾ ਹੈ। ਗੁਰਦੇਵ ਜੀ ਨੇ ਕਨ੍ਹਈਆ ਜੀ ਨੂੰ ਬੁਲਾ ਲਿਆ। ਅੱਜ ਬਦਲਾ ਲਊ ਗੱਲਾਂ ਕਰਨ ਵਾਲਿਆਂ ਵਿੱਚੋਂ ਜੇ ਕੋਈ ਹੁੰਦਾ ਤਾਂ ਉਹ ਕਨ੍ਹਈਆ ਜੀ ਨੂੰ ਦੁਸ਼ਮਣਾਂ ਨੂੰ ਪਿਲਾਉਣ ਵਾਲੇ ਪਾਣੀ ਵਿੱਚ ਰਲਾਉਣ ਲਈ ਜ਼ਹਿਰ ਦੀ ਪੁੜੀ ਦੇ ਦਿੰਦਾ, ਪਰ ਨਿਰਵੈਰ ਅਤੇ ਖਿਮਾ ਦੀ ਮੂਰਤ 10ਵੇਂ ਗੁਰੂ ਨਾਨਕ ਜੀ ਨੇ ਸਗੋਂ ਫੱਟਾਂ 'ਤੇ ਲਾਉਣ ਲਈ ਬੜੀ ਕਾਰੀ ਮਲਮ ਦੀ ਡੱਬੀ ਵੀ ਬਖਸ਼ ਦਿੱਤੀ। ਵੈਰੀ ਅਤੇ ਮਿੱਤਰ ਨਾਲ ਸਮਾਨਤਾ ਵਾਲਾ ਵਤੀਰਾ ਕਰਨ ਤੋਂ ਖੁਸ਼ ਹੋ ਕੇ ਰੈੱਡ ਕਰਾਸ ਦੀ ਨੀਂਹ ਰੱਖਣ ਵਾਲੇ ਨੂੰ ਕਨ੍ਹਈਆ ਤੋਂ ਭਾਈ ਕਨ੍ਹਈਆ ਜੀ ਬਣਾ ਦਿੱਤਾ। ਨੰਬਰ 3, ਉਹਨਾਂ ਕੋਲ ਵੀ ਅਜਿਹੇ ਸਿੰਘਾਂ ਦਾ ਘਾਟਾ ਨਹੀਂ ਸੀ ਜਿਹੜੇ ਉਹਨਾਂ ਦੇ ਪਿਤਾ ਦੇ ਕਾਤਲ ਔਰੰਗਜ਼ੇਬ ਨੂੰ ਤਖ਼ਤ 'ਤੇ ਬੈਠੇ ਨੂੰ ਮੱਸੇ ਰੰਗੜ ਵਾਲੀ ਮੌਤ ਦੇ ਸਕਦੇ ਸਨ। ਯਾਦ ਰਹੇ ਕਿ ਉਹ ਮੌਤ ਵੀ ਬਦਲਾ ਲਊ ਭਾਵਨਾ ਨਾਲ ਨਹੀਂ, ਸਗੋਂ ਪਾਪ ਦਾ ਨਾਸ਼ ਕਰਨ ਵਾਸਤੇ ਹੋਈ ਸੀ। ਪਰ ਗੁਰਦੇਵ ਜੀ ਦਾ ਵੈਰ ਮਨੁੱਖ ਨਾਲ ਤਾਂ ਹੈ ਹੀ ਨਹੀਂ ਸੀ। ਗੁਰਦੇਵ ਜੀ ਵੱਲੋਂ ਭੇਜੀ ਜ਼ਫਰਨਾਮਾ ਚਿੱਠੀ ਪੜ੍ਹ ਕੇ ਔਰੰਗਜ਼ੇਬ ਦੀ ਆਤਮਾ ਜਾਗ ਪਈ। ਉਸ ਨੇ ਗੁਰਦੇਵ ਜੀ ਨੂੰ ਸੱਚੇ ਦਿਲੋਂ ਯਾਦ ਕੀਤਾ। ਨਿਰਵੈਰ ਪਿਤਾ ਜੀ ਨੇ ਉਸੇ ਵੇਲੇ ਔਰੰਗਜ਼ੇਬ ਨੂੰ ਮਿਲਣ ਲਈ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਤੋਂ ਦੱਖਣ ਵੱਲ ਨੂੰ ਕੂਚ ਕਰ ਦਿੱਤਾ। ਆਗਰੇ ਪੁੱਜੇ ਤਾਂ ਬੁੱਢੇ ਸ਼ਹਿਨਸ਼ਾਹ ਦੀ ਮੌਤ ਸੁਣ ਕੇ ਗੁਰਦੇਵ ਜੀ ਨੇ ਅਫਸੋਸ ਪ੍ਰਗਟ ਕੀਤਾ। ਨੰਬਰ 4, ਉੱਥੇ ਹੀ ਸੁਣ ਲਿਆ ਕਿ ਔਰੰਗਜ਼ੇਬ ਦੇ ਪੁੱਤਰਾਂ ਵਿੱਚ ਤਖਤ ਖਾਤਰ ਜੰਗ ਛਿੜ ਪਈ ਹੈ। ਕਲਗੀਧਰ ਦੇ ਬੱਚਿਆਂ ਦੇ ਕਾਤਲ ਦੇ ਬੱਚੇ ਆਪਸ ਵਿੱਚ ਲੜ ਪਏ ਸਨ। ਬਦਲਾ ਲੈਣ ਦਾ ਬੜਾ ਵਧੀਆ ਸਮਾਂ ਬਣ ਗਿਆ ਸੀ। ਬਦਲਾ ਲਊ ਭਾਵਨਾ ਨਾਲ ਜੰਗ ਸਮੇਂ ਜ਼ਰਾ ਵੀ ਕੁਟਲਨੀਤੀ ਵਰਤਦੇ ਤਾਂ ਸਿੰਘਾਂ ਨੇ ਔਰੰਗਜ਼ੇਬ ਦੇ ਸਾਰੇ ਵਾਰਸਾਂ ਦਾ ਭੋਗ ਪਾ ਦੇਣਾ ਸੀ। ਪਰ ਨਿਰਵੈਰ ਗੁਰੂ ਨੇ ਤਖਤ ਦੇ ਅਸਲੀ ਹੱਕਦਾਰ ਔਰੰਗਜ਼ੇਬ ਦੇ ਵੱਡੇ ਪੁੱਤਰ ਬਹਾਦਰ ਸ਼ਾਹ ਨੂੰ ਆਪਣੀ ਹੱਥੀਂ ਦਿੱਲੀ ਦਾ ਤਖਤ ਬਖਸ਼ਿਆ ਸੀ। ਗੁਰਦੇਵ ਜੀ ਦੀ ਅੱਖ ਨੇ ਤਾਂ ਹਰ ਮਨੁੱਖਾ ਸਰੀਰ ਨੂੰ
ਰੱਬ ਦਾ ਘਰ ਕਰਕੇ ਵੇਖਿਆ ਹੈ। ਕੀ ਪਤਾ ਕਿਸ ਮਨੁੱਖਾ ਦੇਹ ਵਿਚਲੀ ਆਤਮਾ ਨੇ ਜਾਗ ਕੇ ਡਾਕੂ, ਕਾਤਲ, ਲੁਟੇਰੇ, ਠੱਗ ਆਦਮ ਖਾਣੇ ਤੋਂ ਭਗਤ ਵਾਲਮੀਕ, ਭਾਈ ਸੱਜਣ, ਭਾਈ ਕੌਡਾ, ਭਾਈ ਦੁਨੀ ਚੰਦ, ਭਾਈ ਭੂਮੀਆਂ, ਭਾਈ ਬਿਧੀ ਚੰਦ ਬਣ ਜਾਣਾ ਹੈ। ਬੇਅੰਤ ਗੁਰੂ ਸ਼ਬਦਾਂ ਨੇ ਮਨੁੱਖਾ ਸਰੀਰ ਨੂੰ ਹਰੀ ਦਾ ਮੰਦਰ ਅਥਵਾ ਹਰੀ ਦਾ ਘਰ ਕਿਹਾ ਹੈ। ਗੁਰਬਾਣੀ ਸ਼ਬਦ ਇਸ ਪ੍ਰਕਾਰ ਹਨ। ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ, ਮਾਨਸ ਦੇਹ ਗੁਰ ਬਚਨੀ ਪਾਇਆ, ਸਭ ਆਤਮ ਰਾਮ ਪਛਾਤਾ, ਬਾਹਰ ਮੂਲ ਨਾ ਖੋਜੀਏ, ਘਰ ਮਾਹੇ ਵਿਧਾਤਾ, ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿੰਨੀ ਜਨਮ ਗਵਾਤਾ, ਸਭ ਮੈਂ ਇੱਕ ਵਰਤਦਾ, ਗੁਰ ਸ਼ਬਦੀ ਪਾਇਆ ਜਾਈ। ਪੰਨਾ 953। ਕਾਇਆ ਨਗਰ ਬਸਤ ਹਰ ਸੁਆਮੀ, ਹਰ ਨਿਰਭਉ ਨਿਰਵੈਰ ਨਿਰੰਕਾਰਾ। ਪੰਨਾ 720। ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ, ਹਰ ਤਿਸ ਮੈਂ ਰਹਿਆ ਸਮਾਏ ਰਾਮ। ਪੰਨਾ 542। ਇਸ ਗੁਫਾ ਮੈਂ ਅਖੋਟ ਭੰਡਾਰਾ, ਤਿਸ ਵਿੱਚ ਵਸੇ ਹਰ ਅਲਖ ਅਪਾਰਾ। ਪੰਨਾ 124। ਘਰ ਮੈਂ ਧਰਤੀ ਧੌਲ ਪਾਤਾਲਾ, ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖ ਦਾਤਾ, ਗੁਰਮਤਿ ਸਹਿਜ ਸਮਾਵਣਿਆ। ਪੰਨਾ 126। ਜਿਸ ਮਨੁੱਖਾ ਸਰੀਰ ਵਿੱਚ ਜਿਉਂਦੇ ਸੰਸਕਾਰਾਂ ਵਾਲੀ ਆਤਮਾ ਵਸਦੀ ਹੋਵੇ, ਅਥਵਾ ਜਿਸ ਮਨੁੱਖਾ ਸਰੀਰ ਵਿੱਚ ਪਰਮਾਤਮਾ ਦਾ ਨਿਵਾਸ ਹੈ, ਉਸ ਸਰੀਰ ਨੂੰ ਮਾਰਨਾ ਰੱਬ ਦਾ ਘਰ ਢਾਉਣਾ ਹੈ। ਮਰੀ ਹੋਈ ਆਤਮਾ ਵਾਲੇ ਸਰੀਰ ਦਾ ਦਰਸ਼ਨ ਉੱਪਰ ਗੁਰ ਸ਼ਬਦਾਂ ਵਿੱਚ ਕਰ ਆਏ ਹਾਂ। ਗੁਰਦੇਵ ਦੇ ਤੀਰ ਨਾਲ ਜਿਉਂਦੀ ਆਤਮਾ ਵਾਲਾ ਕਦੇ ਕੋਈ ਸਰੀਰ ਨਹੀਂ ਸੀ ਬਿਨਸਿਆ। ਜਿਸ ਗੁਰੂ ਦੇ ਸਿਧਾਂਤ ਦਾ ਮੂਲ ਮੰਤਰ ਹੀ ਨਿਰਵੈਰਤਾ ਵਾਲਾ ਹੈ, ਉਸ ਬਾਰੇ ਇਹ ਪ੍ਰਚਾਰ ਕਰਨਾ ਕਿ ਉਹ ਬਦਲੇ ਲਿਆ ਕਰਦਾ ਸੀ, ਗੁਰਸਿੱਖੀ ਨਹੀਂ ਹੈ। ਅਜਿਹੀ ਭਾਸ਼ਾ ਉਹੀ ਬੋਲ ਸਕਦਾ ਹੈ ਜਿਸ ਨੇ ਸਿੱਖੀ ਦਾ ਭੋਗ ਪਾਉਣ ਦਾ ਸੰਕਲਪ ਕੀਤਾ ਹੋਵੇ। ਜਿਸ ਗੁਰੂ ਦੀ ਸੰਗਤ ਵਿੱਚ ਆਉਣ ਦਾ ਲਾਭ ਦੱਸਦਿਆਂ ਪੰਚਮ ਪਾਤਸ਼ਾਹ ਜੀ ਦਾ ਫਰਮਾਨ ਹੈ ਕਿ ਸਾਧ ਸੰਗ ਚਿੰਤ ਬੈਰਾਨੀ ਛਾਡੀ, ਅਹੰ ਬੁੱਧ ਮੋਹ ਮਨ ਬਾਸਨ ਦੇ, ਕਰ ਗੜਹਾ ਗਾਡੀ ਰਹਾ। ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸ ਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ, ਸਤ ਗੁਰ ਤੇ ਸੋਝੀ ਪਾਈ। ਪੰਨਾ 671। ਸਤਿਗੁਰ ਜੀ ਤਾਂ ਆਪਣੇ ਸਿੱਖ ਨੂੰ ਵੈਰ ਭਾਵਨਾ ਤਿਆਗ ਕੇ ਹਰ ਪਾਸੇ ਪ੍ਰਭੂ ਦੇ ਦਰਸ਼ਨ ਕਰਨ ਦੀ ਸਿੱਖਿਆ ਦੇ ਰਹੇ ਹਨ। ਪਰ ਅੱਗੋਂ ਸਿੱਖ ਇਹ ਕਹਿੰਦਾ ਹੈ ਕਿ ਸਿੱਖ ਨੂੰ ਬਦਲੇ ਲੈਣ ਦੀ ਜਾਚ ਦੱਸੀ ਹੀ ਗੁਰੂ ਨੇ ਹੈ। ਅਜਿਹੇ ਗੁਰੂ ਨਿੰਦਕਾਂ ਦਾ ਕਿਸ ਯੁੱਗ ਭਲਾ ਹੋਵੇਗਾ। ਛੋਡੋ ਕਪਟ ਹੋਏ ਨਰਵੈਰਾ, ਸੋ ਪ੍ਰਭ ਸੰਗ ਨਿਹਾਰੇ, ਸੱਚ ਧਨ ਵਣਜੋ ਸੱਚ ਧਨ ਸੰਚੋ, ਕਬੂ ਨ ਆਵੋ ਹਾਰੇ। ਪੰਨਾ 1220। ਅਰਥ ਹੈ ਭਾਈ, ਆਪਣੇ ਅੰਦਰੋਂ ਨਿਰਵੈਰ ਹੋ ਕੇ ਦੂਜਿਆਂ ਨਾਲ ਠੱਗੀ ਕਰਨੀ ਛੱਡੋ। ਉਹ ਪਰਮਾਤਮਾ ਤੁਹਾਡੇ ਨਾਲ ਵਸਦਾ ਹੋਇਆ ਤੁਹਾਡੇ ਹਰੇਕ ਕੰਮ ਨੂੰ ਵੇਖ ਰਿਹਾ ਹੈ। ਸਦਾ ਕਾਇਮ ਰਹਿਣ ਵਾਲੇ ਨਾਮ ਧਨ ਦਾ ਵਣਜ ਕਰੋ, ਸਦਾ ਨਾਮ ਧਨ ਹੀ ਜੋੜੋ। ਇਸ ਤਰ੍ਹਾਂ ਕਦੇ ਵੀ ਜੀਵਨ ਦੀ ਬਾਜ਼ੀ ਨਹੀਂ ਹਾਰੋਗੇ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੀਂ। ਪੰਨਾ 1381। ਗੁਰੂ ਗ੍ਰੰਥ ਸਾਹਿਬ ਤਾਂ ਇੱਥੋਂ ਤੱਕ ਫਰਮਾਨ ਕਰਦੇ ਹਨ ਕਿ ਮਨੁੱਖ ਨੇ ਜੇ ਪੂਰਨ ਸ਼ਾਂਤੀ ਲੱਭਣੀ ਹੈ ਤਾਂ ਲੋਕਾਂ ਦੀ ਹੋਸ਼ੀ ਵਧੀਕੀ ਦਾ ਉੱਤਰ ਨਿਮਰਤਾ ਅਤੇ ਪਿਆਰ ਨਾਲ ਦੇਵੇ। ਫਰੀਦਾ ਜੋ ਤੈ ਮਾਰਨ ਮੁਕੀਆਂ, ਤਿਨਾ ਨਾ ਮਾਰੇ ਘੁੰਮ, ਆਪਨੜੇ ਘਰ ਜਾਈਐ, ਪੈਰ ਤਿੰਨਾਂ ਦੇ ਚੁੰਮ। ਪੰਨਾ 1378। ਅਰਥ ਹੈ ਫਰੀਦ, ਜੋ ਮਨੁੱਖ ਤੈਨੂੰ ਮੁਕੀਆਂ ਮਾਰਨ ਭਾਵ ਕੋਈ ਦੁੱਖ ਦੇਣ, ਉਹਨਾਂ ਨੂੰ ਪਰਤ ਕੇ ਨਾ ਮਾਰੀ, ਭਾਵ ਬਦਲਾ ਨਾ ਲਈ, ਸਗੋਂ ਉਹਨਾਂ ਦੇ ਪੈਰ ਚੁੰਮ ਕੇ ਆਪਣੇ ਘਰ ਵਿੱਚ ਸ਼ਾਂਤ ਅਵਸਥਾ ਵਿੱਚ ਟਿਕੇ ਰਹੀਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਪੰਨਾ 728। ਅਰਥ, ਨਾਨਕ ਬੇਨਤੀ ਕਰਦਾ ਹੈ ਕਿ ਜੋ ਮਨੁੱਖ ਹਉਮੈ ਦਾ ਤਿਆਗ ਕਰਦਾ ਹੈ ਤੇ ਸਮਝਦਾ ਹੈ ਕਿ ਮੈਂ ਹੋਰਨਾਂ ਨਾਲੋਂ ਚੰਗਾ ਨਹੀਂ ਤੇ ਮੈਥੋਂ ਮਾੜਾ ਕੋਈ ਨਹੀਂ, ਅਜਿਹੇ ਸੇਵਕ ਨੂੰ ਪਰਮਾਤਮਾ
ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਪਾਰ ਲੰਘਾ ਲੈਂਦਾ ਹੈ। ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਏ, ਨਾਨਕ ਹਉਮੈ ਮਾਰੀਐ ਸੱਚੇ ਜਿਹੜਾ ਸੋਏ। ਪੰਨਾ 1015। ਅਰਥ, ਹੇ ਨਾਨਕ, ਪ੍ਰਭੂ ਚਰਨਾਂ ਵਿੱਚ ਇੱਕਮਿਕ ਹੋਣ ਵਾਸਤੇ ਹਉਮੈ ਦੂਰ ਕਰਨੀ ਚਾਹੀਦੀ ਹੈ। ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਹਉਮੈ ਦੂਰ ਕੀਤੀ, ਉਹ ਸੱਚੇ ਪ੍ਰਭੂ ਵਰਗਾ ਹੀ ਬਣ ਗਿਆ। ਅਜਿਹੇ ਭਾਗਾਂ ਵਾਲੇ ਬੰਦੇ ਇਹ ਨਿਸ਼ਚਾ ਰੱਖਦੇ ਹਨ ਕਿ ਅਸੀਂ ਸਭ ਤੋਂ ਚੰਗੇ ਨਹੀਂ ਆਖੇ ਜਾ ਸਕਦੇ ਅਤੇ ਸਾਥੋਂ ਭੈੜਾ ਕੋਈ ਮਨੁੱਖ ਜਗਤ ਵਿੱਚ ਨਹੀਂ ਦਿਸਦਾ। ਕਿੱਡੀ ਦੁਖਦਾਈ ਸਥਿਤੀ ਬਣ ਰਹੀ ਹੈ ਕਿ ਜਿਸ ਗੁਰੂ ਨੂੰ ਆਰੀਆ ਸਮਾਜੀ ਲੀਡਰ ਲਾਲਾ ਦੌਲਤ ਰਾਏ ਸ੍ਰੀ ਰਾਮ ਅਤੇ ਕ੍ਰਿਸ਼ਨ ਦੋਹਾਂ ਨਾਲੋਂ ਸ੍ਰੇਸ਼ਟ ਦੱਸ ਕੇ ਨਿਰਵੈਰ, ਨਿਸ਼ਕਾਮ, ਸਰਬੰਸਦਾਨੀ ਅਤੇ ਅਦੁੱਤੀ ਰਹਿਬਰ ਆਖਦਾ ਥੱਕਦਾ ਹੀ ਨਹੀਂ, ਉਸ ਗੁਰੂ ਨਾਨਕ ਦੇ 6ਵੇਂ ਅਤੇ 10ਵੇਂ ਸਰੂਪ ਨੂੰ ਗੁਰੂ ਕਾ ਸਿੱਖ ਆਪ ਹੀ ਬਦਲੇ ਲੈਣ ਵਾਲਾ ਆਖਣ ਵਾਲੀ ਕੋਝੀ ਨਿੰਦਿਆ ਕਰ ਰਿਹਾ ਹੈ। ਜਿਸ ਗੁਰੂ ਦਾ ਸਿਧਾਂਤ ਨਿਮਰਤਾ, ਨਿਰਮਾਣਤਾ, ਨਿਰਵੈਰਤਾ, ਖਿਮਾ, ਸਾਂਝੀਵਾਲਤਾ ਜਿਹੇ ਉੱਚ ਗੁਣਾਂ ਦੀ ਸਿੱਖਿਆ ਵਾਲਾ ਹੋਵੇ, ਜਿਸ ਗੁਰੂ ਦੀ ਸਿੱਖਿਆ ਦਾ ਧੁਰਾ ਹੀ ਸੋਚ ਆਚਾਰ ਹੋਵੇ, ਉਸ ਗੁਰੂ ਨੂੰ ਬਦਲੇ ਦੀ ਭਾਵਨਾ ਵਾਲਾ ਆਖਣਾ ਗੁਰੂ ਦੀ ਨਿੰਦਿਆ ਕਰਨ ਦਾ ਘੋਰ ਪਾਪ ਹੈ। 12ਵੇਂ ਨੰਬਰ 'ਤੇ ਵਿਚਾਰਿਆ ਹੋਇਆ ਫੁਰਮਾਨ ਇੱਕ ਵਾਰੀ ਫਿਰ ਲਿਖਦੇ ਹਾਂ। ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜੀਓ ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ। ਪਰਮ ਸੰਤ ਗੁਰੂ ਨਾਨਕ ਸਾਹਿਬ ਜੀ ਦੇ ਕਿਸੇ ਵੀ ਸਰੂਪ ਦੀ ਨਿੰਦਾ ਕਰਨ ਵਾਲੇ ਦੀ ਹਾਲਤ ਇਹ ਹੈ। ਸੰਤ ਕਾ ਨਿੰਦਕ ਮਹਾਂ ਅਤ ਤਾਈ, ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ। ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ का निंदक दुखिया अर दीन। संत के निंदक को सर्ब रोग, संत के निंदक को सदा वियोग। संत की निंदा दोख में दोख, नानक संत भावै तां उसका भी होए मोख। पन्ना 279। ਨਿੰਦਕਾਂ ਨੂੰ ਵੀ ਮੁਕਤ ਪਦਾਰਥ ਦੇਣ ਵਾਲੇ ਹੇ ਨਿਰਵੈਰ ਸਤਿਗੁਰ ਜੀਓ, ਤੈਥੋਂ ਕੁਰਬਾਨ ਤੇਰੇ ਨਿਰਵੈਰ ਸੰਤਾਂ ਤੋਂ ਸਦਕੇ। ਗੁਰੂ ਦੀ ਸਿੱਖਿਆ ਨੂੰ ਵਿਸਾਰ ਕੇ ਅਥਵਾ ਗੁਰੂ ਦੀ ਸਿੱਖਿਆ ਨੂੰ ਵਿਅਰਥ ਸਮਝ ਕੇ ਆਪਣੀ ਮੱਤ ਨੂੰ ਸ੍ਰੇਸ਼ਟ ਸਮਝਣ ਵਾਲਾ ਮਨਮੁਖ ਹੁੰਦਾ ਹੈ। ਮਨਮੁਖਾਂ ਬਾਰੇ ਗੁਰਦੇਵ ਜੀ ਦੇ ਬੇਅੰਤ ਸ਼ਬਦਾਂ ਵਿੱਚੋਂ ਵੰਨਗੀ ਮਾਤਰ। ਸੇ ਮਨਮੁਖ ਜੋ ਸ਼ਬਦ ਨਾ ਪਛਾਣੇ, ਗੁਰ ਕੇ ਭੈ ਕੀ ਸਾਰ ਨਾ ਜਾਣੇ। ਭੈ ਬਿਨ ਕਿਉ ਨਿਰਭਉ ਸੱਚ ਪਾਈਐ, ਜਮ ਕਾੜ ਲਏਗਾ ਸਾਹਾ ਹੈ। ਪੰਨਾ 1054। ਆਪਣੇ ਨਿਰਵੈਰ ਸਤਿਗੁਰੂ ਜੀ ਦਾ ਭੈ ਤਾਂ ਅਸਾਂ ਮੂਲੋਂ ਹੀ ਗਵਾ ਦਿੱਤਾ ਹੋਇਆ। ਹੁਕਮ ਮੰਨਣ ਦਾ ਚੇਤਾ ਤਾਂ ਬੜਾ ਹੀ ਦੂਰ ਪਿੱਛੇ ਰਹਿ ਗਿਆ। ਹੁਣ ਤਾਂ ਅਸੀਂ ਗੁਰੂ ਘਰ ਵਿੱਚ ਸ਼ਰਾਬਾਂ ਪੀ ਕੇ ਆ ਵੜਦੇ ਹਾਂ ਅਤੇ ਕਈ ਵਾਰੀ ਫਿਰ ਮੂਡ ਵਿੱਚ ਆਏ ਆਪਸ ਵਿੱਚ ਗਾਲੋ ਗਾਲੀ, ਕਸੁੰਨੋ ਕਸੁੰਨੀ, ਕੇਸੋ ਕੇਸੀ ਅਤੇ ਕਈ ਵਾਰੀ ਚਾਕੂ ਤਲਵਾਰਾਂ ਵੀ ਕੱਢ ਖਲੋਂਦੇ ਹਾਂ। ਅਤੇ ਫਿਰ ਇਹਨਾਂ ਗੁਰੂ ਦਿਆਂ ਲਾਲਾਂ ਨੂੰ ਕਾਬੂ ਕਰਨ ਲਈ ਅਥਵਾ ਅੰਦਰ ਡੱਕਣ ਲਈ ਪੁਲਿਸ ਭਾਵੇਂ ਜੁੱਤੀਆਂ ਸਮੇਤ ਹੀ ਆ ਵੜੇ। ਅਜਿਹੀ ਸ਼ਰਾਬੀ ਸੰਗਤਾਂ ਦੇ ਚੁਣੇ ਹੋਏ ਪ੍ਰਬੰਧਕਾਂ ਬਾਰੇ ਅਖਬਾਰਾਂ ਵਿੱਚ ਪੜ੍ਹੀਦਾ ਹੈ ਕਿ ਗੁਰੂ ਦੀ ਗੋਲਕ ਅਥਵਾ ਗੁਰੂ ਕੇ ਲੰਗਰ ਦਾ ਰਾਸ਼ਨ ਸਭ ਭੰਡਾਰ ਖਾਲੀ ਕਰਕੇ ਜਾਣ ਲੱਗੇ ਨਾਲ ਹੀ ਲੈ ਗਏ ਹਨ, ਆਦਿ ਕਈ ਕੁਝ। ਤੁਸੀਂ ਕਿਹੜੇ ਭੁੱਲੇ ਹੋਏ ਹੋ? ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ, ਵਿਸ਼ਟਾ ਅੰਦਰਵਾਸ ਸਾਧ ਨਾ ਜਾਣਿਆ। ਵਿਣ ਨਾਵੇਂ ਦੁਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਪੰਨਾ 144। ਮਨਮੁਖ ਅਗਿਆਨ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਜੂਏ ਮਤ ਹਾਰੀ। ਕੂੜ ਕੁਸਤ ਉਹ ਪਾਪ ਕਮਾਵੇ, ਕਿਆ ਉਹ ਸੁਣੈ ਕਿਆ ਆਖ ਸੁਣਾਵੇ। ਅੰਨਾ ਬੋਲਾ ਖੋਏ ਉਜੜ ਪਾਏ, ਮਨਮੁਖ ਅੰਧਾ ਆਵੇ ਜਾਏ। ਪੰਨਾ 314। ਹੇ ਸੱਚੇ ਪਾਤਸ਼ਾਹ ਜੀ, ਤਦੇ ਤਾਂ ਅਸੀਂ ਲਿਖੀ ਜਾ ਰਹੇ ਹਾਂ ਕਿ ਅਸੀਂ ਤਾਂ ਹੁਣ ਬੰਬ ਬਣ ਰਹੇ ਹਾਂ। ਜਦ ਮਨੁੱਖ ਹੀ ਨਾ ਰਹੇ ਤਾਂ ਫਿਰ ਕਿਸੇ ਪ੍ਰਕਾਰ ਦੀ ਸਮਝ ਵਾਲੀ ਗੱਲ ਕਰਨ ਦਾ ਪ੍ਰਸ਼ਨ ਹੀ ਨਹੀਂ ਉੱਠਦਾ। ਵਾਸਤਾ ਹੈ ਗੁਰੂ ਦਾ ਕਿ ਬ੍ਰਾਹਮਣ ਗੁਰੂ ਦੇ ਚੇਲਿਆਂ ਭਾਵ ਹਿੰਦੂਆਂ ਵਾਲੀ ਦੁਬਾਜ਼ਰੀ ਆਦਤ ਤਿਆਗ ਦਿਓ। ਜਿਵੇਂ ਉਹ ਸ੍ਰੀ ਰਾਮ ਨੂੰ
ਇੱਕ ਪਾਸੇ ਸਰਬ ਸ਼ਕਤੀਮਾਨ ਸ੍ਰਿਸ਼ਟੀ ਦਾ ਕਰਤਾ ਸਿਰਜਣਹਾਰ ਅਤੇ ਪਰਮੇਸ਼ਰ ਕਹਿ ਰਹੇ ਹਨ, ਅਤੇ ਨਾਲ ਹੀ ਇਹ ਵੀ ਕਹੀ ਜਾਂਦੇ ਹਨ ਕਿ ਉਹੀ ਰਾਮ ਜੀ ਆਪਣੀ ਨੇਕ ਇਸਤਰੀ ਗਵਾ ਬੈਠੇ ਸਨ ਅਤੇ ਰਾਵਣ ਨਾਲ ਲੜਾਈ ਕਰਨ ਲਈ ਜਦ ਮਨੁੱਖ ਨਾ ਲੱਭੇ ਤਾਂ ਰਿਛਾਂ ਤੇ ਬਾਂਦਰਾਂ ਨੂੰ ਮਿੱਤਰ ਬਣਾਉਣ ਲਈ ਉਹਨਾਂ ਨੇ ਵਿਸ਼ਵਾਸਘਾਤ ਅਤੇ ਬੇਨਿਯਮੀ ਕਰਦਿਆਂ ਲੁਕ ਕੇ ਬਾਲੀ ਨੂੰ ਮਾਰਿਆ। ਫਿਰ ਕ੍ਰਿਸ਼ਨ ਨੂੰ ਭਗਵਾਨ ਵੀ ਕਹੀ ਜਾਂਦੇ ਹਨ ਅਤੇ ਆਪ ਹੀ ਉਸ ਨੂੰ ਬਦਨਾਮ ਕਰਨ ਵਾਲੀਆਂ ਸਾਖੀਆਂ ਉਸ ਦੇ ਜੀਵਨ ਨਾਲ ਜੋੜ ਰਹੇ ਹਨ। ਅਜਿਹੇ ਮਨਮੁਖਾਂ ਵਾਲੇ ਕਰਮ ਕਰਨ ਵਾਲੇ ਮਨਮਤੀਆਂ ਬਾਰੇ ਗੁਰਦੇਵ ਜੀ ਨੇ ਫਰਮਾਇਆ ਹੈ, ਗੁਰੂ ਜਿਨ੍ਹਾਂ ਕਾ ਅੰਧੁਲਾ ਸਿੱਖ ਵੀ ਅੰਧੇ ਕਰਮ ਕਰੇਨ, ਓਏ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇਨ, ਕੂੜ ਕੁਸਤ ਕਮਾਮਦੇ ਪਰ ਨਿੰਦਾ ਸਦਾ ਕਰੇਨ, ਉਹ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁਲ ਡੋਬੇਨ। ਪੰਨਾ 951। ਇਸੇ ਤਰ੍ਹਾਂ ਅਸੀਂ ਇੱਕ ਪਾਸੇ ਤਾਂ ਬਾਬਾ ਜਰਨੈਲ ਸਿੰਘ ਜੀ ਨੂੰ ਗੁਰਮਤਿ ਸਿਧਾਂਤ ਦੇ ਪ੍ਰਚਾਰ ਵਾਲੀ ਸੰਸਥਾ ਦਾ ਮੁਖੀ, ਬ੍ਰਹਮ ਗਿਆਨੀ ਅਤੇ ਸੰਤ ਕਹਿ ਰਹੇ ਹਾਂ, ਤੇ ਨਾਲ ਹੀ ਵਿਅਰਥ ਜਿਹੇ ਬਚਨ ਜਿਨ੍ਹਾਂ ਤੋਂ ਕਿਸੇ ਸੱਚ ਦੀ ਸੇਧ ਮਿਲਣੀ ਤਾਂ ਕਿਤੇ ਰਹੀ, ਸਗੋਂ ਜਿਨ੍ਹਾਂ ਦੇ ਅੱਖਰ ਅੱਖਰ ਤੋਂ ਅਹੰਕਾਰ, ਤੰਗਦਿਲੀ, ਘਿਰਣਾ ਅਤੇ ਗੁਰਮਤਿ ਸਿਧਾਂਤ ਦੀ ਵਿਰੋਧਤਾ ਛਾਲਾਂ ਮਾਰ ਮਾਰ ਕੇ ਬਾਹਰ ਆਉਂਦੀ ਅਨੁਭਵ ਹੋ ਰਹੀ ਹੈ, ਨੂੰ ਅਨਮੋਲ ਬਚਨ ਦੱਸ ਕੇ ਉਹਨਾਂ ਸੰਤ ਜੀ ਦੇ ਪਾਵਨ ਨਾਮਣੇ ਨਾਲ ਜੋੜ ਕੇ ਸੰਤਤਾਈ ਨੂੰ ਬਦਨਾਮ ਕਰ ਰਹੇ। ਪਾਪ ਅਤੇ ਜ਼ੁਲਮ ਦਾ ਨਾਸ਼ ਕਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਤਿਆਗ ਕੇ ਕੁਰਾਹੇ ਪਏ ਅਪਰਾਧੀਆਂ ਨੂੰ ਹੀ ਖਤਮ ਕਰਨ ਵਾਲੀ ਅਹੰਕਾਰ ਗ੍ਰਸੀ ਅੱਡ ਅੱਡ ਧਰਮਾਂ ਵਿੱਚ ਪੱਕੇ ਰਹਿਣ ਵਾਲਾ ਫੁੱਟ ਵਾਲਾ ਗੁਰਮਤਿ ਵਿਰੋਧੀ ਪ੍ਰਚਾਰ ਬਾਬਾ ਜਰਨੈਲ ਸਿੰਘ ਵਰਗੇ ਵਿਦਵਾਨ ਅਤੇ ਸੰਤ ਸੁਭਾਅ ਵਿਅਕਤੀ ਦੇ ਮੂੰਹ ਵਿੱਚ ਪਾ ਕੇ ਕੀ ਅਸੀਂ ਇਹ ਸਾਬਤ ਕਰ ਰਹੇ ਹਾਂ ਕਿ ਬਾਬਾ ਜੀ ਨੇ ਗੁਰਬਾਣੀ ਵਿੱਚੋਂ ਅਜਿਹੀ ਸਿੱਖਿਆ ਵਾਲੇ ਸ਼ਬਦ ਪੜ੍ਹੇ ਹੀ ਨਹੀਂ ਸਨ? ਕਿ ਉਹਨਾਂ ਨੂੰ ਇਹਨਾਂ ਪਾਵਨ ਸ਼ਬਦਾਂ ਦੇ ਅਰਥ ਨਹੀਂ ਸਨ ਆਉਂਦੇ? ਕਿ ਜਾਂ ਆਪ ਜੀ ਦਾ ਇਹ ਮਤਲਬ ਹੈ ਕਿ ਸੰਤ ਜੀ ਗੁਰਬਾਣੀ ਦੇ ਅਜਿਹੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਸਨ ਕਰਦੇ? ਉੱਪਰ ਲਿਖੇ ਸ਼ਬਦਾਂ ਦੇ ਨਾਲ ਹੇਠ ਲਿਖੇ ਸ਼ਬਦਾਂ ਦੀ ਵੀ ਵਿਚਾਰ ਕਰਕੇ ਨਿਰਣਾ ਕਰੀਏ ਕਿ ਕੀ ਜੋ ਕੁਝ ਅਸੀਂ ਕਰ ਰਹੇ ਹਾਂ ਜਾਂ ਲਿਖ ਰਹੇ ਹਾਂ, ਇਸ ਸਭ ਕੁਝ ਤੋਂ ਬਾਬਾ ਜਰਨੈਲ ਸਿੰਘ ਜੀ ਰਾਜੀ ਹੁੰਦੇ ਕਿ ਸੰਤ ਜੀ ਦੀ ਆਤਮਾ ਸਾਨੂੰ ਖਿਮਾ ਕਰੇਗੀ? ਆਠ ਪਹਿਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ, ਸੰਤ ਰਹਿਤ ਸੁਨੋ ਮੇਰੇ ਭਾਈ, ਹੁਆ ਕੀ ਮੈਂ ਮਾਂ ਕਥਨ ਨਾ ਜਾਈ ਰਹਾਉ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਬਿਸਰਾਮ, ਮਿੱਤਰ ਸਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ, ਕੋਟ ਕੋਟ ਅਗ ਕਾਟਣ ਹਾਰਾ, ਦੁਖ ਦੂਰ ਕਰਨ ਜੀ ਕੇ ਦਾਤਾਰਾ, ਸੂਰਬੀਰ ਬਚਨ ਕੇ ਬਲੀ, ਕੌਲਾ ਬਪੁਰੀ ਸੰਤਾਂ ਛਲੀ। ਪੰਨਾ 392। ਸੰਤ ਜਰਨੈਲ ਸਿੰਘ ਜੀ ਦੇ ਬਚਪਨ ਤੋਂ ਜਵਾਨੀ ਤੱਕ ਦੀ ਜਿਹੜੀ ਜੀਵਨੀ ਸੁਣੀ ਹੈ ਅਤੇ ਜਿਸ ਪਦਵੀ 'ਤੇ ਉਹ ਪੁੱਜ ਚੁੱਕੇ ਸਨ, ਉਸ ਤੋਂ ਇਹੀ ਸਮਝਿਆ ਜਾ ਸਕਦਾ ਹੈ ਕਿ ਉਹ ਗੁਰਮਤਿ ਸੰਤਤਾਈ ਦੇ ਸਾਰੇ ਗੁਣਾਂ ਦੇ ਮਾਲਕ ਸਨ। ਗੁਰਦੇਵ ਜੀ ਸੰਤ ਜਨਾਂ ਦੀ ਜੀਵਨ ਮਰਯਾਦਾ ਇਸ ਪ੍ਰਕਾਰ ਦੀ ਹੋਣੀ ਪ੍ਰਵਾਨ ਕੀਤੀ ਹੈ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨ ਕੀਨੋ ਰੋਸ, ਕਾਜ ਉਆਂ ਕੋ ਲੈ ਸਵਾਰਿਓ, ਤਿਲ ਨ ਦੀਨੋ ਦੋਸ਼, ਮਨ ਮੇਰੇ ਰਾਮ ਰਹੁ ਨਿਤ ਨੀਤ, ਦਇਆਲ ਦੇਵ ਕਿਰਪਾਲ ਗੋਬਿੰਦ, ਸੁਨ ਸੰਤਨਾ ਕੀ ਰੀਤ ਰਹਾਉ, ਚਰਨ ਤਲੇ ਉਗਾਹ ਬੈਸਿਓ, ਸ਼ਰਮ ਨ ਰਹਿਓ ਸਰੀਰ, ਮਹਾਸਾਗਰ ਨ ਬਿਆਪੈ, ਖਿਨੇ ਉਤਰਿਓ ਤੀਰ, ਚੰਦਨ ਅਗਰ ਕਪੂਰ ਲੇਪਨ, ਤਿਸ ਸੰਗੇ ਨਹੀਂ ਪ੍ਰੀਤ, ਬਿਸ਼ਟਾ ਮੂਤਰ ਖੋਦ ਤਿਲ ਤਿਲ, ਮਨ ਨ ਮਨੀ ਬਿਪਰੀਤ, ਊਚ ਨੀਚ ਬੇਕਾਰ ਸੁਕ੍ਰਿਤ, ਸੰਗਲਨ ਸਭ ਸੁਖ ਛਤਰ, ਮਿੱਤਰ ਸਤਰ ਨ ਕਛੂ ਜਾਣੈ, ਸਰਬ ਜੀ ਸਮਤ, ਕਰ ਪ੍ਰਗਾਸ਼ ਪ੍ਰਚੰਡ ਪ੍ਰਗਟਿਓ, ਅੰਧਕਾਰ ਵਿਨਾਸ਼, ਪਵਿੱਤਰ ਅਪਵਿੱਤਰਤਾ ਕਿਰਨ ਲਾਗੇ, ਮਨ ਨ ਭਇਓ ਬੇਖਾਦ, ਸੀਤ ਮੰਦ ਸੁਗੰਧ ਚਲਿਓ, ਸਰਬ ਥਾਨ ਸਮਾਨ, ਜਹਾਂ ਸਾ ਕਿਛ ਤਹਾਂ ਲਾਗਿਓ, ਤਿਲ ਨ ਸ਼ੰਕਾ ਮਾਨ,
ਸੁਭਾਏ ਅਭਾਏ ਜੋ ਨਿਕਟ ਆਵੇ, ਸੀਤ ਤਾਂ ਕਾ ਜਾਏ, ਆਪ ਪਰ ਕਾ ਕਛ ਨਾ ਜਾਣੇ, ਸਦਾ ਸਹਿਜ ਸੁਭਾਏ। ਪੰਨਾ 1017। ਸੰਤ ਦੇ ਸਾਰੇ ਗੁਣ ਕੁਦਰਤ ਦੇ ਬਣਾਏ ਨੇਮ ਦੇ ਅਨੁਸਾਰ ਹੁੰਦੇ ਹਨ। ਪ੍ਰਮਾਤਮਾ ਦੇ ਨੇਮ ਅਧੀਨ ਵਿਚਰਨ ਵਾਲੇ ਰੁੱਖ ਅਥਵਾ ਉਹਨਾਂ ਦੀ ਲੱਕੜੀ, ਧਰਤੀ, ਸੂਰਜ, ਹਵਾ, ਬੱਦਲ ਆਦਿ ਅੱਗ ਦਾ ਸੁਭਾਅ ਕਿਸੇ ਪ੍ਰਕਾਰ ਦੇ ਵਿਤਕਰੇ ਵਾਲਾ ਨਹੀਂ ਹੁੰਦਾ। ਇਹੋ ਹੀ ਸੰਤ ਦਾ ਸੁਭਾਅ ਹੁੰਦਾ ਹੈ। ਸੰਤ ਵਾਸਤੇ ਵੀ ਮੰਦਾ ਕੋਈ ਨਹੀਂ। ਤਦੇ ਹੀ ਗੁਰਦੇਵ ਜੀ ਦਾ ਫਰਮਾਨ ਹੈ ਕਿ ਸੰਤ ਅਤੇ ਗੋਬਿੰਦ ਵਿੱਚ ਕੋਈ ਫਰਕ ਨਹੀਂ ਹੁੰਦਾ। ਸੋਈ ਸੰਤ ਜੇ ਭਾਵੈ ਰਾਮ, ਸੰਤ ਗੋਬਿੰਦ ਕੈ ਏਕੈ ਕਾਮ ਰਹਾਉ। ਪੰਨਾ 867। ਸੰਤ ਅਤੇ ਰਾਮ ਵਿੱਚ ਕੋਈ ਅੰਤਰ ਨਹੀਂ ਹੁੰਦਾ। ਗੁਰਦੇਵ ਜੀ ਦਾ ਫਰਮਾਨ ਹੈ ਕਿ ਅਜਿਹਾ ਸੰਤ ਲੱਖਾਂ ਕਰੋੜਾਂ ਵਿੱਚ ਕੋਈ ਇੱਕ ਅੱਧ ਹੀ ਹੁੰਦਾ ਹੈ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋਰੀ, ਜਾ ਕੇ ਹੀਏ ਪ੍ਰਗਟ ਪ੍ਰਭ ਹੋਵਾ, ਆਨ ਦਿਨ ਕੀਰਤਨ ਰਸਨ ਰਮੋਰੀ। ਪੰਨਾ 209। ਸਤਿਗੁਰਾਂ ਦੀ ਦਸੀ ਸੰਤ ਦੀ ਮਰਿਆਦਾ ਦੀ ਕੁਝ ਝਲਕ ਦੇ ਦਰਸ਼ਨ ਅਸਾਂ ਕਰ ਲਏ ਹਨ। ਸੋ ਹੇ ਚੜ੍ਹਦੀ ਕਲਾ ਵਾਲੇ ਪਿਆਰੇ ਵੀਰ ਜੀ, ਇਸ ਨਿਮਾਣੇ ਨੇ ਤਾਂ ਸੰਤ ਜਰਨੈਲ ਸਿੰਘ ਦੀਆਂ ਸਿਫਤਾਂ ਹੀ ਸੁਣੀਆਂ ਹਨ। ਦਰਸ਼ਨ ਦਾ ਸੁਭਾਗ ਆਪ ਜੀ ਨੂੰ ਜ਼ਰੂਰ ਪ੍ਰਾਪਤ ਹੋਇਆ ਹੋਣਾ ਹੈ। ਸੋ ਠੀਕ ਨਿਰਣਾ ਤੁਸੀਂ ਹੀ ਕਰ ਸਕਦੇ ਹੋ। ਜੇ ਤਾਂ ਤੁਸੀਂ ਉਹਨਾਂ ਨੂੰ ਦਿਲੋਂ ਸੰਤ ਸਮਝਦੇ ਹੋ ਤਾਂ ਅਜਿਹੀ ਬੋਲੀ ਨਾਲ ਉਹਨਾਂ ਨੂੰ ਨਾ ਜੋੜੋ। ਸੱਜਣ ਸੁਆਮੀ ਵਾਂਗ ਹੀ ਸੰਤ ਵੀ ਮਿੱਠ ਬੋਲਾ ਹੋ ਜਾਂਦਾ ਹੈ ਅਤੇ ਉਸ ਨੂੰ ਕੌੜਾ ਬੋਲ ਬੋਲਣਾ ਭੁੱਲ ਜਾਇਆ ਕਰਦਾ। ਜੇ ਤੁਸੀਂ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹੋ ਤਾਂ ਆਪ ਜੀ ਨੂੰ ਗਿਆਨ ਹੋਣਾ ਹੈ ਕਿ ਆਨੰਦ ਦੀ ਅਵਸਥਾ ਵਿੱਚ ਪੁੱਜਣ ਦੀ ਨਿਸ਼ਾਨੀ ਹੀ ਇਹ ਹੈ ਕਿ ਉਸ ਦੀ ਬੋਲੀ ਅਥਵਾ ਉਸ ਦੇ ਸ਼ਬਦ ਨੂੰ ਪ੍ਰਭੂ ਆਪ ਸੰਵਾਰ ਦਿੰਦਾ ਹੈ। ਬਾਕੀ ਜੋ ਕੋਈ ਵੀ ਆਨੰਦ ਆ ਗਿਆ ਕਹਿੰਦੇ ਸਨ, ਸਭ ਝੂਠ ਬੋਲਦੇ ਹਨ। ਉਹ ਕੰਨ ਰਸ, ਨੇਤਰ ਰਸ ਅਥਵਾ ਜ਼ੁਬਾਨ ਰਸ ਨੂੰ ਹੀ ਆਨੰਦ ਸਮਝਣ ਦਾ ਭੁਲੇਖਾ ਖਾ ਰਹੇ ਹੁੰਦੇ ਹਨ। ਅਸਲ ਆਨੰਦ ਜਿਸ ਦੀ ਸੋਝੀ ਗੁਰੂ ਕੋਲੋਂ ਮਿਲਦੀ ਹੈ, ਉਹ ਸਿਰਫ ਆਨੰਦ ਸਾਹਿਬ ਦੀ ਪਾਵਨ ਬਾਣੀ ਤੋਂ ਹੀ ਪਤਾ ਲੱਗਦਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ, ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਪੰਨਾ 917। ਅਤੇ ਅਨਮੋਲ ਬਚਨ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ। ਲੋਕਾਂ ਨੂੰ ਗੁਰੂ ਸ਼ਬਦ ਦੀ ਵਿਚਾਰ ਨਾਲ ਜੋੜੋ। ਸਤਿਗੁਰਾਂ ਦੇ ਦੱਸੇ ਰਾਹ 'ਤੇ ਤੁਰਨਾ ਸਿਖਾਓ। ਰਾਜ ਭਾਗ ਲੈਣ ਲਈ ਉੱਚੇ ਅਤੇ ਸੁੱਚੇ ਆਚਰਨ ਵਾਲਾ ਉਹੀ ਖਾਲਸਾ ਬਣਨਾ ਜ਼ਰੂਰੀ ਹੈ ਜਿਹੜਾ ਗੁਰੂ ਨੇ ਬਣਾਇਆ ਸੀ। ਸਤਿਗੁਰਾਂ ਨੇ ਸੁੱਚ ਆਚਾਰ ਵਾਲੇ ਸੰਤ ਸੂਰਮੇ ਨੂੰ ਰਾਜ ਭਾਗ ਬਖਸ਼ਿਆ ਸੀ। ਖਾਲਸਾ ਜੀ ਦੇ ਜਿਸ ਉੱਚੇ ਆਚਰਣ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਨੂੰ ਸੱਗ ਭਾਵ ਕੁੱਤੇ ਲਿਖਣ ਵਾਲਾ ਤੰਗ ਦਿਲ ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਵੀ ਖਾਲਸਾ ਜੀ ਨੂੰ ਸੁੱਚੇ ਆਚਰਣ ਵਾਲਾ ਸ਼ੇਰ ਮਰਦ ਲਿਖਣ 'ਤੇ ਮਜਬੂਰ ਹੋ ਗਿਆ ਸੀ। ਉਹੀ ਆਚਰਣ ਮੋੜ ਕੇ ਵਾਪਸ ਲਿਆਉਣ ਦੇ ਆਹਰ ਵਿੱਚ ਲੱਗੋ ਅਤੇ ਹੋਰਨਾਂ ਨੂੰ ਲਾਓ। ਅਜਿਹੀ ਮੱਤ ਦੇਣੀ ਅਥਵਾ ਅਜਿਹਾ ਸੁਨੇਹਾ ਲੋਕਾਂ ਤਾਈਂ ਪਹੁੰਚਾ ਸਕਣ ਜੋ ਕਰਤਾਰ ਨੇ ਤੁਹਾਨੂੰ ਕੀਤਾ ਹੈ। ਇਸ ਅਵਸਰ ਦਾ ਲਾਭ ਲਵੋ। ਇਹ ਸਮਾਂ ਸਿੱਖ ਨੂੰ ਗੁਰੂ ਦੀ ਸਿੱਖਿਆ 'ਤੇ ਤੁਰਨ ਦੀ ਜਾਚ ਦੱਸਣ ਦਾ ਹੈ। ਕੱਚੀ ਅਤੇ ਅਰਥਹੀਣ ਬੋਲੀ ਲਿਖਣ ਦਾ ਕੀ ਲਾਭ? ਫਿਰ ਗੁਰੂ ਤੋਂ ਬਿਨਾਂ ਹੋ ਕਿਸੇ ਹੋਰ ਬਾਣੀ ਨੂੰ ਅਨਮੋਲ ਬਚਨ ਲਿਖ ਕੇ ਲੋਕਾਂ ਦੇ ਮਨਾਂ ਅੰਦਰ ਭੁਲੇਖੇ ਨਾ ਪਾਓ ਅਤੇ ਗੁਰਮਤਿ ਦੀ ਅਵੱਗਿਆ ਕਰਨ ਦਾ ਪਾਪ ਨਾ ਕਰੋ। ਗੁਰੂ ਦੇ ਆਸ਼ੇ ਦੀ ਖੰਡਨਾ ਕਰਨ ਵਾਲੀ ਨੂੰ ਹੀ ਸਤਿਗੁਰਾਂ ਨੇ ਕੱਚੀ ਬਾਣੀ ਫਰਮਾਨ ਕੀਤਾ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ। ਹੋਰ ਕੱਚੀ ਬਾਣੀ ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝੋਂ। ਹੋਰ ਕੱਚੀ ਬਾਣੀ। ਪੰਨਾ 920। ਕਿਤਾਬ ਵਿਪਰਨ ਕੀ ਰੀਤ ਤੋਂ
ਸੱਚ ਦਾ ਮਾਰਗ ਭਾਗ ਤੀਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪੰਜਵੇਂ ਕਾਂਡ ਦਾ 13ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।